जिस तरह कि अपने इनैगूरल सैशन ਦੇ ਵਿੱਚ ਵੀ ਝੋਨੇ ਦੀ ਸਿੱਧੀ ਬਿਜਾਈ ਦੀ ਜਿਹੜੀ ਗੱਲ ਹੋਈ ਆ ਵੀ, ਕਿਉਂਕਿ ਮੇਨ ਮੁੱਦਾ ਜਿਹੜਾ ਆਪਣਾ ਜਦੋਂ ਪੰਜਾਬ ਦੀ ਖੇਤੀ ਦੀ ਗੱਲ ਕਰਦੇ ਆ ਤਾਂ ਪਾਣੀ ਦਾ। ਸੋ ਆਪਣੀ ਕੋਸ਼ਿਸ਼ ਇਹ ਹੈ ਵੀ ਜਿਹੜੀਆਂ ਕੋਈ ਵੀ ਤਕਨਾਲੋਜੀ ਜਿਹੜੀ ਜਿੱਥੇ ਆਪਣੇ ਪਾਣੀ ਦੀ ਬਚਤ ਹੁੰਦੀ ਆ ਵੀ ਉਹ ਆਪਾਂ ਡਿਵੈਲਪ ਕਰੀਏ। ਸੋ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਆ ਇਹ ਉਹ ਤਕਨਾਲੋਜੀ ਆ ਜਿਹਦੇ ਵਿੱਚ ਪਾਣੀ ਦੀ ਬਚਤ ਹੁੰਦੀ ਆ, ਜਿਹੜੀ ਆਪਾਂ ਰੀਅਲ ਵਾਟਰ ਸੇਵਿੰਗ ਇੱਕ ਕਹਿੰਦੇ ਆ। ਇੱਕ ਤਾਂ ਆਪਣਾ ਕੱਦੂ ਵਾਲਾ ਖੇਤ ਹੁੰਦਾ, ਉੱਥੇ ਆਪਣੇ ਪਾਣੀ ਖੜਾ ਹੁੰਦਾ, ਇੱਕ ਤਾਂ ਖੜੇ ਪਾਣੀ ਦੇ ਵਿੱਚੋਂ ਪਾਣੀ ਉੱਡਣਾ। ਇੱਕ ਹੈਗਾ ਸਲਾਬਾ ਖੇਤ ਜਿੱਥੇ ਆਪਾਂ ਸਿਰਫ ਸਲਾਬਾ ਹੀ ਰੱਖਦੇ ਹਾਂ ਸਿੱਧੀ ਬਿਜਾਈ ਦੇ ਵਿੱਚ। ਸੋ ਉਹਦੇ ਵਿੱਚੋਂ ਪਾਣੀ ਜਿਹੜਾ ਬਹੁਤ ਘੱਟ ਉੱਡਦਾ। ਸੋ ਜਿਹੜੇ ਸਾਡੇ ਜਿਹੜੇ ਤਜਰਬੇ ਇਹ ਕਹਿੰਦੇ ਆ ਵੀ ਸਿੱਧੀ ਬਿਜਾਈ ਦੇ ਵਿੱਚ ਲਗਭਗ 15 ਤੋਂ 20% ਆ ਜਿਹੜੀ ਉਹ ਪਾਣੀ ਦੀ ਬਚਤ ਹੁੰਦੀ ਆ। ਸੋ ਇੱਕ ਤਾਂ ਅਸੀਂ ਪਾਣੀ ਥੱਲਿਓਂ ਘੱਟ ਕੱਢ ਰਹੇ ਹਾਂ। ਸੋ ਦੂਜਾ ਇਹ ਆ ਵੀ ਜਿਹੜਾ ਜਿੰਨਾ ਪਾਣੀ ਅਸੀਂ ਕੱਢ ਰਹੇ ਹਾਂ ਸੋ 10 ਤੋਂ 15% ਆ ਜਿਹੜਾ ਉਹ ਜ਼ਮੀਨ ਦੇ ਥੱਲੇ ਚਲਾ ਜਾਂਦਾ ਹੈ। ਸੋ ਵੱਡੇ ਜਿਹੜੇ ਫਾਇਦੇ ਨੇ। ਇੱਕ ਜਿਹੜੇ ਹੋਰ ਜਿਹੜਾ ਫਾਇਦਾ ਜਿਹੜਾ ਵੱਡਾ ਹੈ ਵੀ ਲੇਬਰ ਦੀ ਇਹਦੇ 'ਚ ਬਚਤ ਹੁੰਦੀ ਆ। ਜਿਸ ਤਰ੍ਹਾਂ ਪਿਛਲੇ ਸਾਲ ਸਾਡੇ ਕੋਵਿਡ ਦੀ ਸਿਚੁਏਸ਼ਨ ਆਈ, ਸੋ ਲਗਭਗ ਜਿਹੜਾ 5ਵਾਂ ਹਿੱਸਾ ਜਿੰਨਾ ਝੋਨੇ ਦੇ ਥੱਲੇ ਹੁੰਦਾ ਉਹ ਰਕਬਾ ਸਿੱਧੀ ਬਿਜਾਈ ਥੱਲੇ ਆਇਆ। ਜਿਹੜਾ ਹੋਰ ਫਾਇਦਾ ਜਿਹੜਾ ਜਦੋਂ ਆਪਾਂ ਸਿੱਧੀ ਬਿਜਾਈ ਦੇ ਖੇਤ ਤੋਂ ਬਾਅਦ ਜਿਹੜੀ ਕਣਕ ਦੀ ਬਿਜਾਈ ਕਰਦੇ ਆ ਤਾਂ ਕਣਕ ਦਾ ਝਾੜ ਆ ਜਿਹੜਾ ਲਗਭਗ 1 ਕੁਆਂਟਲ ਆ ਜਿਹੜਾ ਪ੍ਰਤੀ ਏਕੜ ਵੱਧ ਨਿਕਲਦਾ ਹੈ, ਕਿਉਂਕਿ ਜ਼ਮੀਨ ਆ ਜਿਹੜੀ ਸਾਡੀ ਭੁਰਭਰੀ ਹੋ ਜਾਂਦੀ ਹੈ। ਪਿਛਲੇ ਸਾਲ ਆਪਾਂ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵੀਂ ਤਕਨੀਕ ਦਿੱਤੀ ਸੀ ਜਿਹਨੂੰ ਆਪਾਂ ਤਰਬੱਤਰ ਖੇਤ ਵਿੱਚ ਝੋਨੇ ਦੀ ਬਿਜਾਈ ਕਰਦੇ ਆ। ਇਹਦਾ ਜ਼ਿਕਰ ਵੀ ਹੋਇਆ। तो काफी ਵੱਡੇ ਪੱਧਰ ਤੇ ਮਹੇਸ਼ ਕੁਮਾਰ ਜੀ ਤੁਸੀਂ ਆਪਣਾ ਮਿਊਟ ਕਰੋਗੇ ਜੀ। ਮਹੇਸ਼ ਕੁਮਾਰ ਜੀ, ਮਹੇਸ਼ ਕੁਮਾਰ ਜੀ ਜੇ ਮੇਰੀ ਆਵਾਜ਼ ਸੁਣਦੇ ਹੋ ਮਿਊਟ ਹੋ ਜਾਓਗੇ ਜੀ। हेलो, ਸੋ ਉਸ ਵਿਧੀ ਦੇ ਵਿੱਚ ਜਿਵੇਂ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਨੇ ਦੱਸਿਆ ਵੀ ਲਗਭਗ 3 ਹਫ਼ਤਿਆਂ ਬਾਅਦ ਆਪਾਂ ਪਾਣੀ ਦਿੰਦੇ ਆ। ਸੋ ਕਾਫੀ ਵੱਡੇ ਰਕਬੇ ਤੇ ਪਿਛਲੇ ਸਾਲ ਕਿਸਾਨਾਂ ਨੇ ਉਹਨੂੰ ਅਪਣਾਇਆ। ਕਿਸਾਨ ਕਾਫੀ ਸੈਟੀਸਫਾਈਡ ਨੇ। ਸੋ ਇਸ ਦਿਨ ਸਾਡੇ ਨਾਲ ਜਿਹੜੇ ਅੱਜ ਪੈਨਲ ਡਿਸਕਸ਼ਨ ਕਰਨ ਲਈ ਸਾਡੇ ਅਗਾਂਹ ਵਧੂ ਕਿਸਾਨ ਵੀ ਜੁੜੇ ਹੋਏ ਨੇ। ਸੋ ਪੰਜਾਬ ਤੋਂ ਵੀ ਕਿਸਾਨ ਜੁੜੇ ਹੋਏ ਨੇ। ਸੋ ਹਰਿਆਣੇ ਦੇ ਵਿੱਚ ਵੀ ਪਿਛਲੇ ਸਾਲ ਕਾਫੀ ਵੱਡੇ ਪੱਧਰ ਤੇ ਰਕਬਾ ਸਿੱਧੀ ਬਿਜਾਈ ਥੱਲੇ ਆਇਆ। ਸੋ ਹਰਿਆਣੇ ਤੋਂ ਵੀ ਸਾਡੇ ਨਾਲ ਕਿਸਾਨ ਜੁੜੇ ਹੋਏ ਨੇ। ਸੋ ਮਹਿਕਮਾ ਐਗਰੀਕਲਚਰ ਤੋਂ ਸਾਡੇ ਜੁਆਇੰਟ ਡਾਇਰੈਕਟਰ ਐਗਰੀਕਲਚਰ ਡਾਕਟਰ ਬਲਦੇਵ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ICAR ਤੋਂ ZPD ਡਾਕਟਰ ਰਾਜਵੀਰ ਬਰਾੜ ਸਾਡੇ ਨਾਲ ਜੁੜੇ ਹੋਏ ਨੇ। ਇੰਡਸਟਰੀ ਤੋਂ ਜਿਹੜੇ ਥਿੰਦ ਮਕੈਨੀਕਲ ਵਰਕਰਸ, ਕਿਉਂਕਿ ਮਸ਼ੀਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਆ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਇਸੇ ਤਰ੍ਹਾਂ ਦੇ ਸਾਡੇ ਕੋਈ ਇਸ਼ੂਜ਼ ਹੋਣਗੇ ਉਹਦਾ ਜਵਾਬ ਦੇਣ ਲਈ PAU ਤੋਂ ਸਾਡੇ ਵੱਖਰੇ ਐਕਸਪਰਟ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਸੋ ਜਿਹੜੀ ਮੈਂ ਸ਼ੁਰੂ ਕਰਨ ਲੱਗਿਆ ਸਾਰਿਆਂ ਤੋਂ ਪਹਿਲਾਂ ਸਾਡੇ ਕਿਸਾਨ ਵੀਰ ਜਿਨ੍ਹਾਂ ਨੇ ਪਿਛਲੇ ਸਾਲ ਸਿੱਧੀ ਬਿਜਾਈ ਨੂੰ ਅਪਣਾਇਆ, ਸੋ ਉਹਨਾਂ ਦੇ ਕੀ ਤਜਰਬੇ ਸੀਗੇ, ਕੀ ਉਹਨਾਂ ਨੂੰ ਠੀਕ ਲੱਗਿਆ, ਕੀ ਉਹ ਇਸ਼ੂਜ਼ ਆ, ਤਾਂ ਕਿ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਸੋਲਵ ਕਰ ਸਕੀਏ। ਸੋ ਪਹਿਲਾਂ ਮੈਂ ਬੁਲਾਊਂਗਾ ਮਿਸਟਰ ਰਣਧੀਰ ਸਿੰਘ ਜੀ ਜੋ ਮਾਛੀਵਾੜਾ ਤੋਂ ਨੇ, ਲੁਧਿਆਣਾ ਡਿਸਟ੍ਰਿਕਟ ਦੇ ਵਿੱਚ। ਮਿਸਟਰ ਰਣਧੀਰ ਸਿੰਘ ਇਹਨਾਂ ਨੇ ਪਿਛਲੇ ਸਾਲ ਸਿੱਧੀ ਬਿਜਾਈ ਕੀਤੀ ਸੀ। ਸੋ ਸਿੱਧੂ ਸਾਹਿਬ ਤੁਹਾਡੇ ਕੀ ਤਜਰਬੇ ਰਹੇ, ਤੁਸੀਂ ਸਾਡੇ ਨਾਲ ਸ਼ੇਅਰ ਕਰੋ ਕੀ ਤੁਹਾਨੂੰ ਠੀਕ ਲੱਗਿਆ ਜਾਂ ਕੋਈ ਇਸ਼ੂ ਆਏ। ਮਿਸਟਰ ਰਣਧੀਰ ਸਿੰਘ ਜੀ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮੈਂ ਰਣਧੀਰ ਸਿੰਘ ਸਿੱਧੂ ਵਿਲੇਜ ਸਹਿਜੋ ਮਾਜਰਾ ਤੋਂ ਬੋਲ ਰਿਹਾ ਜੀ। ਅਸੀਂ ਤਕਰੀਬਨ ਸਾਤੋਂ ਪੈਪਸੀ ਵੀ ਬਿਜਾਈ ਕਰਾਉਂਦੇ ਸੀ DSR ਤੇ ਜੀ, ਪਰ ਉਹ ਅਸੀਂ ਥੋੜੀ ਬਹੁਤੀ ਕਰਦੇ ਸੀ ਜੀ। ਲੇਕਿਨ ਉਹ ਤਜਰਬਾ ਸਾਡਾ ਬਹੁਤ ਕੰਮ ਆਇਆ। ਪਿਛਲੇ ਸਾਲ ਜਦੋਂ ਲੇਬਰ ਦੀ ਪ੍ਰੋਬਲਮ ਆਈ ਤਾਂ ਡਾਕਟਰ ਜਸਵੀਰ ਸਿੰਘ ਜੀ ਨਾਲ ਗੱਲ ਹੋਈ ਤਾਂ ਡਾਕਟਰ ਜਸਵੀਰ ਸਿੰਘ ਜੀ ਉਹਨਾਂ 4 ਵਾਰ ਦੁਆਰਾ ਕੀਤਾ ਗਿਆ ਕੰਮ ਬਹੁਤ ਹੀ ਵਧੀਆ ਰਹੇਗਾ। ਸੋ ਅਸੀਂ ਤਕਰੀਬਨ 110 ਏਕੜ 'ਚ ਤਰਬੱਤਰ ਨਾਲ ਬਿਜਾਈ ਕੀਤੀ ਤੇ ਜਿਨ੍ਹਾਂ ਦਾ ਅਸੀਂ ਬਹੁਤ ਹੀ ਵਧੀਆ ਰਹੇ, ਜਿਸ ਵਿੱਚ ਅਸੀਂ ਝਾੜ ਵੀ ਤਕਰੀਬਨ 28 ਕੁਇੰਟਲ 37 ਕਿਲੋ ਸਾਡੀ ਐਵਰੇਜ ਆਈ।
ਤੇ ਜਿਨ੍ਹਾਂ ਕੱਖ ਪਿੰਡੇ ਤੋਂ ਵੀ ਬਹੁਤ ਫਾਇਦਾ ਰਿਹਾ ਜੀ ਸਾਡਾ। ਰਣਧੀਰ ਸਿੰਘ ਜੀ, ਕੋਈ ਮੁਸ਼ਕਲ ਤੁਹਾਨੂੰ ਆਈ ਹੋਵੇ ਇਹਦੇ ਵਿੱਚ, ਕੋਈ ਤੁਹਾਨੂੰ ਲੱਗਿਆ ਹੋਵੇ ਵੀ ਆਹ ਚੀਜ਼ ਆ ਜਿਹੜੀ, ਕਿਉਂਕਿ ਪਹਿਲਾ ਸਾਲ ਸੀਗਾ ਵੀ ਕਈ ਵਾਰੀ ਟੈਕਨੋਲੋਜੀ ਨਵੀਂ ਸੀ। ਹਾਂਜੀ, ਸਾਡਾ ਪਹਿਲਾ ਸਾਲ ਨਹੀਂ ਸੀ ਜੀ। ਅਸੀਂ ਤਕਰੀਬਨ 12 ਤੋਂ ਪੈਪਸੀ ਸਾਤੋਂ ਬਿਜਾਈ ਕਰਵਾਉਂਦੀ ਸੀ ਜੀ, ਲੇਕਿਨ ਅਸੀਂ ਉਹ ਬਿਜਾਈ ਸੁੱਕੇ ਚ ਕਰਦੇ ਸੀ ਜੀ। ਠੀਕ, ਹਾਂਜੀ, ਸੁੱਕੇ ਚ ਚੇਂਜ ਕੀਤਾ ਜੀ ਤਰ ਬੱਤਰ ਦਾ। ਹਾਂਜੀ, ਡਾਕਟਰ ਜਸਵੀਰ ਸਿੰਘ ਜੀ ਉਹਨਾਂ ਦੇ ਕਹਿਣ ਤੇ ਅਸੀਂ ਉਹਨੂੰ ਚੇਂਜ ਕੀਤਾ ਤੇ ਕਾਫੀ ਸਫਲ ਰਹੇ ਜੀ ਅਸੀਂ। ਤੇ ਇਸ ਵਾਰ ਵੀ ਅਸੀਂ ਸਾਰਾ ਤਕਰੀਬਨ DSR ਹੀ ਕਰ ਰਹੇ ਹਾਂ। ਸਮੱਸਿਆਵਾਂ ਦੱਸੋ। ਸਮੱਸਿਆਵਾਂ ਤਾਂ ਨਹੀਂ ਕੋਈ ਸੀ, ਮੇਨ ਸਮੱਸਿਆ ਕੋਈ ਆਈ ਹੋਵੇ? ਸਮੱਸਿਆਵਾਂ ਕੁਝ ਖੇਤਾਂ 'ਚ ਮੰਨ ਲਓ ਆਈਆਂ ਸੀ, ਉਹ ਵੀ ਬਾਰਿਸ਼ ਹੋ ਗਈ ਸੀ, ਬਾਰਿਸ਼ ਕਰਕੇ ਖੇਤਾਂ 'ਚ ਪ੍ਰੋਬਲਮ ਆ ਗਈ ਸੀ। ਧੰਨਵਾਦ ਜੀ ਰਣਧੀਰ ਸਿੰਘ ਜੀ। ਸੋ ਰਣਧੀਰ ਸਿੰਘ ਜੀ ਨੇ ਆਪਣੇ ਤਜਰਬੇ ਲਗਭਗ ਬਹੁਤ ਵੱਡੇ ਰਕਬੇ ਦੇ ਵਿੱਚ 110 ਏਕੜ ਦੇ ਵਿੱਚ ਇਹਨਾਂ ਨੇ ਨਵੀਂ ਤਕਨੀਕ ਆ ਜਿਹੜੀ ਤਰ ਬੱਤਰ ਨਾਲ ਬਿਜਾਈ ਕੀਤੀ। ਵੈਸੇ ਅਸੀਂ ਤਾਂ ਯੂਨੀਵਰਸਿਟੀ ਕਹਿ ਰਹੇ ਸੀ ਵੀ ਪਹਿਲੇ ਸਾਲ ਨਵੀਂ ਤਕਨੀਕ ਆ ਵੀ ਥੋੜੇ ਰਕਬੇ ਦੇ ਵਿੱਚ ਬੀਜੋ, ਕਿਉਂਕਿ ਸਾਲ 2 ਸਾਲ ਲੱਗਦੇ ਆ ਨਵੀਂ ਤਕਨੀਕ ਨੂੰ ਅਡਾਪਟ ਕਰਨ ਲਈ। ਪਰ ਇਹਨਾਂ ਨੇ ਵੱਡੇ ਰਕਬੇ ਦੇ ਵਿੱਚ ਬਹੁਤ ਸਫਲਤਾ ਹਾਸਲ ਕੀਤੀ ਆ, ਜਿਸ ਤਰ੍ਹਾਂ 28 ਕੁਇੰਟਲ ਝਾੜ ਵੀ ਲਿਆ। ਸੋ ਧੰਨਵਾਦ ਜੀ। ਸੋ ਹੁਣ ਸਾਡੇ ਨਾਲ ਮਿਸਟਰ ਬਲਜਿੰਦਰ ਖਹਿਰਾ ਜੀ ਕੁਰੂਕਸ਼ੇਤਰਾ ਡਿਸਟ੍ਰਿਕਟ ਤੋਂ, ਜਿਹੜੇ ਹਰਿਆਣੇ ਤੋਂ ਸਾਡੇ ਨਾਲ ਜੁੜੇ ਹੋਏ ਨੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਪਿਛਲੇ ਸਾਲ ਹਰਿਆਣੇ ਦੇ ਵਿੱਚ ਵੀ ਕਾਫੀ ਚੰਗੇ ਪੱਧਰ ਤੇ ਸਿੱਧੀ ਬਿਜਾਈ ਦੀ, ਝੋਨੇ ਸਿੱਧੀ ਬਿਜਾਈ ਹੋਈ ਆ, ਔਰ ਨਵੀਂ ਤਕਨੀਕ ਆ ਜਿਹੜੀ ਤਰ ਬੱਤਰ ਵੀ ਉਹ ਕਾਫੀ ਜ਼ਿਆਦਾ ਫਾਲੋ ਹੋਈ ਆ। ਸੋ ਮਿਸਟਰ ਬਲਜਿੰਦਰ ਖੇੜਾ ਜੀ, ਉਹ ਉਹਨਾਂ ਨੇ ਕਾਫੀ ਵੱਡੇ ਰਕਬੇ ਤੇ ਬਿਜਾਈ ਕੀਤੀ। ਸੋ ਖੇੜਾ ਸਾਹਿਬ, ਤੁਸੀਂ ਆਪਣੇ ਤਜਰਬੇ ਦੱਸੋ ਤੁਹਾਨੂੰ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਬਲਜਿੰਦਰ ਸਿੰਘ ਖਹਿਰਾ, VPO ਲੁੱਕੀ, ਡਿਸਟ੍ਰਿਕਟ ਕੁਰੂਕਸ਼ੇਤਰਾ ਤੋਂ ਬੋਲ ਰਿਹਾ। ਮੈਂ ਡਾਕਟਰ ਸਾਹਿਬ ਪਿਛਲੇ 2 ਸਾਲਾਂ ਤੋਂ DSR ਖੇਤੀ ਕਰ ਰਿਹਾ। ਮੈਂ ਫਸਟ ਟਾਈਮ 3 ਏਕੜ ਤੋਂ ਸਟਾਰਟ ਕੀਤਾ ਸੀ, ਔਰ ਪਿਛਲੀ ਵਾਰ ਲੇਬਰ ਕਰੋਨਾ ਦੀ ਵਜ੍ਹਾ ਤੋਂ ਲੇਬਰ ਨਾ ਕਰਕੇ ਅਸੀਂ ਕਾਫੀ ਵੱਡੇ ਤਰੀਕੇ ਨਾਲ ਖੇਤੀ ਕੀਤੀ। ਤਰ ਬੱਤਰ ਦੀ ਅਸੀਂ ਘੱਟ ਤੋਂ ਘੱਟ 160 ਏਕੜ ਖੇਤੀ ਕੀਤੀ। ਉਹਦੇ ਵਿੱਚੋਂ 40 ਏਕੜ ਜਿਹੜੇ ਅਸੀਂ ਸੁੱਕੇ 'ਚ ਬਿਜਾਈ ਕੀਤੇ ਸੀ, ਔਰ 120 ਏਕੜ ਦੇ ਵਿੱਚ ਅਸੀਂ ਤਰ ਬੱਤਰ ਨਾਲ ਬਿਜਾਈ ਕੀਤੀ। ਔਰ ਸਾਡਾ ਇਹਦੇ ਵਿੱਚ ਕੁੱਲ ਮਿਲਾ ਕੇ ਸਾਨੂੰ ਸਭ ਤੋਂ ਜਿਹੜਾ ਵਧੀਆ ਰਿਜ਼ਲਟ ਮਿਲਿਆ ਉਹ ਤਰ ਬੱਤਰ ਦਾ ਮਿਲਿਆ। ਤਰ ਬੱਤਰ ਦੇ ਨਾਲ ਸਾਡੀ ਈਲਡ ਵੀ ਬਿਲਕੁਲ ਬਰਾਬਰ ਆਈ। ਅਗਰ ਜੇ ਅਸੀਂ ਕੱਦੂ ਕੀਤੇ ਖੇਤ ਦੇ ਨਾਲ ਅਗਰ ਸਾਡੀ 32-33 ਕੁਇੰਟਲ ਈਲਡ ਸੀ, ਉਹੀ ਈਲਡ ਸਾਡੀ ਤਰ ਬੱਤਰ ਦੇ ਨਾਲ ਆਈ। ਔਰ ਸਾਨੂੰ ਇੱਕ ਪ੍ਰੋਬਲਮ ਆਈ, ਜਿਹੜੀ ਸੁੱਕੇ 'ਚ ਅਸੀਂ ਬਿਜਾਈ ਕੀਤੀ ਸੀ ਉਹਦੇ 'ਚ ਨਦੀਨ ਬਹੁਤ ਹੋ ਚੁੱਕਿਆ ਸੀ। ਨਦੀਨ ਨਾ ਭਰਿਆ, ਕੁਛ ਸਾਨੂੰ 5-10 ਕਿੱਲੇ ਵਾਹੁਣੇ ਵੀ ਪਏ ਸੀ ਜਿਹੜੇ ਅਸੀਂ ਨਦੀਨ ਦੇ ਕਾਰਨ ਵਾਹਤੇ। ਕੁਛ ਦਿੱਕਤ ਸਾਨੂੰ ਫਸਟ ਟਾਈਮ ਹੋਣ ਕਰਕੇ ਇਹ ਆਈ, ਕਈ ਕੰਪਨੀਆਂ ਮਾਰਕੀਟ 'ਚ ਆਈਆਂ ਨੇ ਜਿਨ੍ਹਾਂ ਨੇ ਮਿਸਗਾਈਡ ਕਰਕੇ ਕੁਛ ਨਵੀਆਂ ਦਵਾਈਆਂ ਆਈਆਂ ਸੀ, ਸਾਡੇ ਕੋਲ ਸਪਰੇਅ ਕਰਵਾਈ ਉਹਨਾਂ ਨੇ, ਔਰ ਕਬਾੜ ਨਹੀਂ ਮਰਿਆ। ਕੁਛ ਖਰਚ ਸਾਡਾ ਜ਼ਿਆਦਾ ਹੋ ਗਿਆ। ਪਰ ਅਸੀਂ ਜਿਹੜਾ ਕੁੱਲ ਮਿਲਾ ਕੇ ਦੇਖਿਆ ਕਿ ਸਾਨੂੰ ਇੱਕ ਸਪਰੇਅ ਕਬਾੜ ਦੀ ਜਿਹੜੀ ਨੋਮਨੀ ਗੋਲਡ ਦੀ ਸਪਰੇਅ ਕਰਨੀ ਚਾਹੀਦੀ ਹੈ। ਕਬਾੜ ਸਾਰਾ ਨਦੀਨ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਜਿੱਡਾ ਵੱਡਾ ਹੋਵੇ ਚਾਹੇ ਛੋਟਾ ਹੋਵੇ, ਸਾਰੇ ਕਬਾੜ ਨੂੰ ਉਹ ਮਾਰ ਦਿੰਦੀ ਹੈ। ਤੇ ਅਸੀਂ ਇਸ ਵਾਰ ਮੇਰਾ ਟਾਰਗੇਟ ਹੈ 200 ਏਕੜ ਦਾ ਟਾਰਗੇਟ ਹੈ ਕਿ 200 ਏਕੜ ਅਸੀਂ ਤਰ ਬੱਤਰ ਹੀ ਕਰਾਂਗੇ। ਹੋਰ ਕੋਈ ਸਮੱਸਿਆ ਤੁਹਾਨੂੰ? ਸਮੱਸਿਆ ਡਾਕਟਰ ਸਾਹਿਬ ਸਾਨੂੰ ਇੱਕ ਇਹ ਆਈ ਕਿ ਕਈ ਕੰਪਨੀਆਂ ਨੇ ਮਸ਼ੀਨਾਂ ਜਿਹੜੀਆਂ ਡਰਿੱਲਾਂ ਦਿੱਤੀਆਂ ਸੀ, ਉਹ ਮਤਲਬ ਆਮ ਸਿੰਪਲ ਡਰਿੱਲਰ ਕੋ ਡਰਿੱਲ ਦਿੱਤੀ ਸੀ। ਜਿੱਦਾਂ ਅਸੀਂ ਬਿਜਾਈ ਕੀਤੀ, ਬਿਜਾਈ ਕਰਦੇ ਟਾਈਮ ਡਰਿੱਲ ਦੇ ਨਾਲ ਜਿੱਦਾਂ ਲਾ ਲਓ ਕਿ ਜਿਸ ਟਾਈਮ ਆਪਾਂ ਬਿਜਾਈ ਕਰਦੇ ਆ ਵੱਟ ਦੇ ਉੱਪਰ ਮਿੱਟੀ ਆ ਜਾਂਦੀ ਸੀ, ਉਹ ਜਰਮੀਨੇਸ਼ਨ 'ਚ ਕੁਛ ਨਾ ਕੁਛ ਪ੍ਰੋਬਲਮ ਆਈ। ਮੇਰੀ ਡਾਕਟਰ ਜੀ ਨਾਲ ਗੱਲ ਹੋਈ, ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਪਿਛਲੀ ਵਾਰ ਰਕਬੇ ਕੰਮ ਕੀਤਾ ਸੀ। ਮੈਨੂੰ ਦੱਸਿਆ ਕਿ ਸਾਡੀ ਲੱਕੀ ਸੀਡ ਡਰਿੱਲ ਇੱਕ ਆਈ ਹੈ, ਯੂਨੀਵਰਸਿਟੀ ਨੇ ਕੱਢੀ ਹੈ। ਉਹਦਾ ਮੈਂ ਇਸ ਵਾਰ ਸੋਚ ਰਿਹਾ ਕਿ ਲੱਕੀ ਸੀਡ ਡਰਿੱਲ ਨਾਲ ਬਿਜਾਈ ਕਰਾਂਗੇ। ਮੈਂ ਕੁਛ ਉਹਦੀ ਵੀਡੀਓ ਵੀ ਦੇਖੀ ਹੈ, ਉਹਦੇ 'ਚ ਬੜਾ ਨਾਲ ਬਣਾਈ ਹੋਈ ਡਰਿੱਲ। ਇਸ ਵਾਰ 200 ਏਕੜ ਦੇ ਧੰਨਵਾਦ ਜੀ ਖਹਿਰਾ ਸਾਹਿਬ। ਸੋ ਜਿਸ ਤਰ੍ਹਾਂ ਖਹਿਰਾ ਸਾਹਿਬ ਨੇ, ਮੈਂ ਤੁਹਾਨੂੰ ਪਹਿਲੇ ਦੱਸਿਆ, ਪੰਜਾਬ ਦੇ ਨਾਲ ਨਾਲ ਹਰਿਆਣੇ ਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਜਿਹੜੀ ਝੋਨੇ ਸਿੱਧੀ ਬਿਜਾਈ ਹੋਈ ਆ। ਸੋ ਖਹਿਰਾ ਸਾਹਿਬ ਨੇ ਆਪਣੇ ਜਿਹੜੇ
ਤਜਰਬੇ ਸਾਡੇ ਨਾਲ ਸਾਂਝੇ ਕੀਤੇ ਆ। ਸੋ ਕੁਝ ਏਰੀਆ ਇਹਨਾਂ ਨੇ ਜੇ ਸੁੱਕੇ ਖੇਤ ਦੇ ਵਿੱਚ ਹੀ ਬਿਜਾਈ ਕੀਤਾ ਸੀ, ਕਿਉਂਕਿ ਸੁੱਕੇ ਖੇਤ ਦੇ ਵਿੱਚ ਸਾਨੂੰ ਥੋੜੀ ਜਿਹੀ ਨਦੀਨਾਂ ਦੀ ਸਮੱਸਿਆ ਜ਼ਿਆਦਾ ਆ ਜਾਂਦੀ ਹੈ, ਕਿਉਂਕਿ ਸਾਨੂੰ ਪਹਿਲੇ 20 ਦਿਨਾਂ ਦੇ ਵਿੱਚ ਘੱਟੋ ਘੱਟ 3 ਪਾਣੀ ਲੱਗ ਜਾਂਦੇ ਆ। ਸੋ ਪਾਣੀਆਂ ਨਾਲ ਨਦੀਨ ਆ ਜਿਹੜੇ ਉਹ ਉੱਗ ਪੈਂਦੇ ਆ। ਸੋ ਜਿਹੜੀ ਨਵੀਂ ਤਕਨੀਕ ਹੈ ਇਹਦੇ ਵਿੱਚ, ਕਿਉਂਕਿ ਅਸੀਂ ਪਹਿਲਾ ਪਾਣੀ ਆ ਜਿਹੜਾ ਲਗਭਗ 3 ਹਫ਼ਤੇ ਤੇ ਲੈ ਜਾਂਦੇ ਆ, ਸੋ ਸੁੱਕੇ ਖੇਤ ਦੇ ਵਿੱਚ ਨਦੀਨ ਆ ਜਿਹੜੇ ਘੱਟ ਉਗਦੇ ਆ। ਇੱਕ ਖਹਿਰਾ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਡਰਿੱਲਾਂ ਵਾਲੀ। ਸੋ ਪਿਛਲੇ ਸਾਲ ਇੱਕਦਮ ਜਿਹੜਾ ਮਤਲਬ ਰਕਬਾ ਵਧਿਆ, ਉਹਦੇ ਲਈ ਮਸ਼ੀਨਾਂ ਦੀ ਲੋੜ ਪਈ। ਕਾਫੀ ਮੁਸ਼ਕਲਾਂ ਆਈਆਂ ਕਿਸਾਨਾਂ ਨੂੰ, ਜਿਹੜੀਆਂ ਮਸ਼ੀਨਾਂ ਜਿਸ ਤਰ੍ਹਾਂ, ਕਿਉਂਕਿ ਜ਼ਿਆਦਾ ਲਗਾਤਾਰ ਛੇਤੀ ਮਸ਼ੀਨਾਂ ਖਰੀਦੀਆਂ, ਸੋ ਕੁਆਲਿਟੀ ਤੇ ਵੀ ਫਰਕ ਪਿਆ, ਜਿਸ ਤਰ੍ਹਾਂ ਖਹਿਰਾ ਸਾਹਿਬ ਨੇ ਦੱਸਿਆ। ਸੋ ਮਸ਼ੀਨਾਂ ਦੇ ਸੰਬੰਧ ਸਾਡੇ ਨਾਲ ਥਿੰਦ ਐਗਰੀਕਲਚਰ ਵਰਕਸ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸੋ ਉਹ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਸਾਲ ਉਹ ਮਸ਼ੀਨਾਂ ਦੀ ਡਿਮਾਂਡ ਉਹਨਾਂ ਕੋਲੇ ਕਿਸ ਤਰ੍ਹਾਂ ਆ ਰਹੀ ਆ, ਤਾਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਲੱਗਦਾ ਹੈ ਵੀ ਉਹ ਕਿਸਾਨਾਂ ਦੀ ਡਿਮਾਂਡ ਆ ਜਿਹੜੀ ਪੂਰੀ ਕਰ ਸਕਣਗੇ, ਜਾਂ ਕਿਸ ਤਰ੍ਹਾਂ ਮਸ਼ੀਨਾਂ ਦੀ ਡਿਮਾਂਡ ਉਹਨਾਂ ਦੀ ਜ਼ਿਆਦਾ ਆ ਰਹੀ ਹੈ। ਸੋ ਥਿੰਦ ਐਗਰੀਕਲਚਰ ਵਰਕਸ ਜੰਡਿਆਲਾ ਗੁਰੂ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸੋ ਪਲੀਜ਼ ਆਪਣੇ ਸਾਨੂੰ ਦੱਸੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਜੀ। ਮੈਂ ਰਣਜੀਤ ਸਿੰਘ, ਥਿੰਦ ਮਕੈਨੀਕਲ ਵਰਕਸ ਤੋਂ। ਅਸੀਂ ਸਰ ਪਿਛਲੇ 2 ਸਾਲ ਤੋਂ POU ਦੇ ਡਿਜ਼ਾਈਨ ਦੇ ਹਿਸਾਬ ਨਾਲ ਲੱਕੀ ਸੀਡ ਡਰਿਲ ਬਣਾ ਰਹੇ ਹਾਂ, ਤੇ ਉੱਥੋਂ ਦੇ ਮਾਹਰਾਂ ਦੇ ਹਿਸਾਬ ਨਾਲ ਜੋ ਡਿਜ਼ਾਈਨ ਦਿੱਤਾ ਜਾਂਦਾ ਉਸ ਤੇ ਪੂਰਾ ਕੰਮ ਕਰਕੇ ਉਸ ਨੂੰ ਮਾਰਕੀਟ ਵਿੱਚ ਵੇਚ ਰਹੇ ਹਾਂ। ਅਤੇ ਪਿਛਲੇ ਸਾਲ ਕਾਫੀ ਸੇਲ ਹੋਈਆਂ ਨੇ, ਤੇ ਮੈਂ ਐਰਕੀ ਵੀ ਚਾਹੁੰਦਾ, ਅਸੀਂ ਪਿਛਲੇ ਮਹੀਨੇ ਤੋਂ ਹੀ ਇਸ ਦੀ ਮੈਨੂਫੈਕਚਰਿੰਗ ਸ਼ੁਰੂ ਕਰ ਦਿੱਤੀ ਆ। ਐਰਕੀ ਵੀ ਕਾਫੀ ਸੇਲ ਦੀ ਡਿਮਾਂਡ ਆ ਰਹੀ ਹੈ ਜੀ। ਹੈਲੋ ਹੈਲੋ, ਹਾਂਜੀ ਆਵਾਜ਼ ਆ ਰਹੀ ਹੈ ਤੁਹਾਡੀ ਜੀ। ਤੇ ਸਰ ਐਰਕੀ ਪਿਛਲੇ ਸਾਲ ਲੋਕਾਂ ਨੇ, ਜਿਹੜੇ ਕਿਸਾਨ ਭਰਾ ਜਿਨ੍ਹਾਂ ਨੇ ਮਸ਼ੀਨਾਂ ਖਰੀਦੀਆਂ ਸੀ, ਉਹਨਾਂ ਵੱਲੋਂ ਸਬਸਿਡੀ ਦੇ ਲਈ ਇਹ ਮਸ਼ੀਨਾਂ ਉੱਤੇ ਮੰਗ ਕੀਤੀ ਜਾ ਰਹੀ ਸੀ। ਤੇ ਮੈਂ ਉਮੀਦ ਕਰਦਾ ਕਿ ਇਸ ਸਾਲ ਜਿਹੜੀ ਪੰਜਾਬ ਗੌਰਮੈਂਟ ਆ ਉਹ ਇਸ ਤੇ ਸਬਸਿਡੀ ਅਪਲਾਈ ਕਰਨ ਦੇ ਲਈ ਫੰਡ ਜ਼ਰੂਰ ਦੇਵੇਗੀ ਜੀ। ਤੇ ਬਸ ਸਰ, ਧੰਨਵਾਦ ਜੀ, ਬਹੁਤ ਬਹੁਤ ਥਿੰਦ ਮਕੈਨੀਕਲ ਵਰਕਸ ਦਾ ਤੁਸੀਂ ਦੱਸਿਆ। ਸੋ ਹੁਣ ਸਾਡੇ ਨਾਲ ਡਾਕਟਰ ਨਾਰੰਗ ਜੁੜੇ ਹੋਏ ਨੇ ਆਪਣੇ ਫਾਰਮ ਮਸ਼ੀਨਰੀ ਤੋਂ। ਸੋ ਉਹ ਝੋਨੇ ਦੀ ਸਿੱਧੀ ਬਿਜਾਈ ਲਈ ਕਿਹੜੀਆਂ ਮਸ਼ੀਨਾਂ ਜਿਹੜੀਆਂ ਜ਼ਿਆਦਾ ਵਧੀਆ ਨੇ, ਜਿਹੜੀਆਂ ਜਿਨ੍ਹਾਂ ਦੇ ਨਾਲ ਸਾਨੂੰ, ਤਾਂ ਕਿ ਸਾਨੂੰ ਜਿਹੜੀ, ਕਿਉਂਕਿ ਐਸਟੈਬਲਿਸ਼ਮੈਂਟ ਆ ਜਿਹੜੀ ਝੋਨੇ ਦਾ ਸਹੀ ਢੰਗ ਨਾਲ ਬਿਜਾਈ ਹੋਣੀ ਤੇ ਬਾਹਰ ਨਿਕਲਣਾ ਬਹੁਤ ਜ਼ਰੂਰੀ ਆ। ਸੋ ਮੈਂ ਡਾਕਟਰ ਨਾਰੰਗ ਜੀ, ਜੋ ਸਾਡੇ ਸੀਨੀਅਰ ਸਾਇੰਟਿਸਟ ਨੇ ਫਾਰਮ ਮਸ਼ੀਨਰੀ ਦੇ, ਉਹ ਸਾਨੂੰ ਮਸ਼ੀਨਾਂ ਬਾਰੇ ਸਾਨੂੰ ਚਾਨਣਾ ਪਾਉਣ ਵੀ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਸਾਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਵਰਤਣੀਆਂ ਚਾਹੀਦੀਆਂ। ਡਾਕਟਰ ਨਾਰੰਗ ਜੀ ਪਲੀਜ਼। ਡਾਕਟਰ ਸਾਹਿਬ ਅਨਮਿਊਟ ਕਰ ਲਓ ਜੀ। ਡਾਕਟਰ ਨਾਰੰਗ ਅਨਮਿਊਟ ਕਰ ਲਓ ਆਪਣੇ ਆਪ ਨੂੰ। ਠੀਕ ਹੈ ਜੀ। ਹੈਲੋ, ਹਾਂਜੀ ਆਵਾਜ਼ ਆ ਰਹੀ ਹੈ ਜੀ। ਦੱਸਾਂਗੇ ਲੱਕੀ ਸੀਡ ਡਰਿਲ, ਜਿਹਦੇ ਵਿੱਚ ਸਾਡੀ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ ਨਾਲ ਸਾਡੀ ਸਪਰੇਇੰਗ ਦੀ ਵੀ ਜਿਹੜੀ ਹੈਗੀ ਆ ਹੋ ਜਾਂਦੀ ਹੈ, ਕਿਉਂਕਿ ਨਦੀਨਾਂ ਨੂੰ ਕੰਟਰੋਲ ਕਰਨ ਲਈ ਜਿਹੜੀ ਸਪਰੇਇੰਗ ਹੈਗੀ ਆ ਉਹ ਸਾਡੀ ਜਦੋਂ ਅਸੀਂ ਵੱਤਰ ਦੇ ਵਿੱਚ ਕਰ ਲੈਂਦੇ ਹਾਂ ਤਾਂ ਉਹਦੇ ਨਾਲ ਨਦੀਨਾਂ ਦਾ ਵਧੀਆ ਕੰਟਰੋਲ ਹੁੰਦਾ। ਸੋ ਇੱਕ ਤਾਂ ਇਹ ਮਸ਼ੀਨ ਹੈਗੀ ਹੈ। ਇਸ ਤੋਂ ਇਲਾਵਾ ਜਿਹੜੀਆਂ ਤੁਹਾਡੇ ਕੋਲ ਡਰਿੱਲਾਂ, ਜ਼ੀਰੋ ਟਿਲ ਡਰਿੱਲ ਜਾਂ ਹੈਪੀ ਸੀਡਰ ਆ, ਇਹ ਮਸ਼ੀਨਾਂ ਨਾਲ ਵੀ ਜਿਹੜੀ ਹੈਗੀ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ। ਇਸ ਦੇ ਵਿੱਚ ਕਿਉਂਕਿ ਜਿਹੜਾ ਅਸੀਂ ਬੀਜ ਹੈਗਾ 8 ਤੋਂ 10 ਕਿਲੋ ਪਾਉਣਾ ਹੈਗਾ, ਸੋ ਇਹਦੇ ਵਿੱਚ ਜਿਹੜੀ ਸਾਡੀ ਪਿਸਤੌਲ, ਜਿਹੜੀ ਫਲੂਟਰ ਰੋਲਰ ਲੱਗਿਆ ਹੁੰਦਾ, ਉਹਦੀਆਂ ਜਿਹੜੀਆਂ ਝੀਰੀਆਂ ਹੁੰਦੀਆਂ, ਜੇ 10 ਝੀਰੀਆਂ ਤਾਂ ਅੱਧੀਆਂ ਝੀਰੀਆਂ ਬੰਦ ਕਰਕੇ, ਇੱਕ ਛੱਡ ਕੇ ਇੱਕ ਬੰਦ ਕਰਕੇ, ਤੇ ਅਸੀਂ ਉਹਦੇ ਵਿੱਚ ਬੀਜ ਪਾ ਕੇ ਪਹੀਏ ਨੂੰ ਘੁਮਾ ਕੇ ਦੇਖਣਾ ਵੀ ਉਹ ਸਾਡਾ ਬੀਜ ਤਾਂ ਨਹੀਂ ਤੋੜਦਾ। ਜੇ ਨਹੀਂ ਤੋੜਦਾ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਅਸੀਂ ਉਹਦੀ ਕੈਲੀਬ੍ਰੇਸ਼ਨ ਕਰਦੇ ਹਾਂ, ਉਹਨੂੰ ਗੇੜੇ ਦੇ ਕੇ 10 ਕੁ ਗੇੜੇ ਦੇ ਕੇ ਅਸੀਂ ਬੀਜ ਇਕੱਠਾ ਕਰ ਲੈਂਦੇ ਹੈਗੇ ਆ। ਤੋ ਇੱਕ ਜਦੋਂ ਚੱਕਰ ਦੇ ਵਿੱਚ ਸਾਡੇ ਹੈਗੇ ਆ 1 ਮੀਟਰ ਦੇ ਵਿੱਚ ਜਿਹੜੀ ਹੈਗੀ ਆ 18 ਤੋਂ 20 ਬੀਜ ਡਿੱਗਣੇ ਚਾਹੀਦੇ। ਜੇ ਸਾਡੇ ਬੀਜ ਨਹੀਂ ਟੁੱਟਦੇ ਤਾਂ ਅਸੀਂ ਜਿਹੜੀ ਸਾਡੇ ਕੋਲ ਡਰਿਲ ਹੈਗੀ ਹੈ ਜ਼ੀਰੋ ਟਿਲ ਡਰਿਲ ਜਾਂ ਹੈਪੀ ਸੀਡਰ, ਇਹਦੇ ਨਾਲ ਵੀ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ। ਇੱਕ ਤਾਂ ਤਰੀਕਾ ਹੈਗਾ ਵੀ ਅਸੀਂ ਜਿਹੜੇ ਫਲੂਟਰ ਰੋਲਰ ਦੇ ਜਿਹੜੇ ਹੈਗੇ ਆ ਉਹ ਝੀਰੀਆਂ ਬੰਦ ਕਰ ਲਈਏ। ਦੂਜਾ ਤਰੀਕਾ, ਜਿਹੜੀ ਉਸ ਨੂੰ ਘੁਮਾ ਰਹੀ ਹੈਗੀ ਹੈ, ਗਰਾਰੀ ਘੁਮਾ ਰਹੀ ਹੈਗੀ ਹੈ, ਉਹਦੇ ਜਿਹੜੇ ਦੰਦੇ ਹੈਗੇ ਅਸੀਂ ਡਬਲ ਕਰ ਦਈਏ। ਜੇ ਮੰਨ ਲਓ 32 ਦੰਦੇ ਲੱਗੇ ਆ ਤਾਂ ਉੱਥੇ 60 ਵਾਲੀ ਜਾਂ 64 ਵਾਲੀ ਗਰਾਰੀ ਪਾ ਕੇ, ਸਾਡਾ ਮਕਸਦ ਹੈ ਉਹਨੂੰ ਸਪੀਡ ਨੂੰ ਹੌਲੀ ਕਰਨਾ ਤੇ ਬੀਜ ਨੂੰ ਅਸੀਂ ਘਟਾਉਣਾ ਹੈਗਾ। ਸੋ ਇਸ ਨਾਲ ਵੀ ਜਿਹੜੇ ਹੈਗੇ ਆ ਸਾਡੇ ਕੋਲ ਐਗਜ਼ਿਸਟਿੰਗ ਮਸ਼ੀਨਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਸੋਧ ਕਰਕੇ ਜਿਹੜੀ ਹੈਗੀ ਆ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜੀਆਂ ਡਰਿੱਲਾਂ ਦੇ ਪਿੱਛੇ ਸਪਰੇਇੰਗ ਦੀ ਸਮੱਸਿਆ ਦਾ ਹੱਲ ਹੈ ਵੀ
ਸਾਨੂੰ ਹੈਗਾ ਵੀ ਸਾਡੀ ਬਿਜਾਈ ਦੇ ਨਾਲ ਹੀ ਸਾਡੀ ਸਪਰੇਇੰਗ ਹੋਵੇ, ਉਹਦੇ ਵਿੱਚ ਅਸੀਂ ਜਿਹੜਾ ਦੇਸੀ ਮੈਥਡ ਹੈਗਾ, ਜਾਂ ਜੇ ਬੰਦੇ ਨਹੀਂ ਡਰਿਲ, ਕਿਉਂਕਿ ਜਿਹੜੀ ਨਵੀਂ ਡਰਿਲ ਲੱਕੀ ਸੀਡ ਡਰਿਲ ਹੈਗੀ ਆ, ਉਹਦੀ ਕੀਮਤ 1 ਲੱਖ ਤੋਂ ਲੈ ਕੇ 1,20,000 ਤੱਕ ਸਾਨੂੰ ਮਾਰਕੀਟ ਦੇ ਵਿੱਚ ਮਿਲ ਰਹੀ ਹੈ। ਜੇ ਸਾਡੀ ਐਗਜ਼ਿਸਟਿੰਗ, ਚਾਹੇ ਸਾਡੇ ਕੋਲ ਹੈਪੀ ਸੀਡ ਹੈ ਜਾਂ ਜ਼ੀਰੋ ਟੇਲ ਡਰਿਲ ਹੈਗਾ, ਜਿਹਨੂੰ ਅਸੀਂ ਸੋਇੰਗ ਵਾਸਤੇ ਵਰਤ ਰਹੇ ਹਾਂ, ਉਹਦੇ ਵਿੱਚ ਅਸੀਂ ਜਿਹੜਾ ਪਿੱਛੇ ਸਪਰੇਇੰਗ ਸਿਸਟਮ ਲਗਾਉਣਾ ਹੈਗਾ, ਉਹਦੇ ਵਿੱਚ ਅਸੀਂ 8 ਤੋਂ 10,000 ਦਾ ਸਾਡਾ ਖਰਚਾ ਹੁੰਦਾ ਹੈ। ਸੋ ਉਹਦੇ ਵਿੱਚ ਇੱਕ ਸਾਨੂੰ ਡਰਮ ਪਾਣੀ ਵਾਲਾ ਚਾਹੀਦਾ, ਫਰੇਮ ਚਾਹੀਦਾ ਹੈ। ਇੱਕ ਜਿਹੜੀਆਂ ਪਿੱਛੇ ਅਸੀਂ ਨੋਜ਼ਲਾਂ ਲਾਉਣੀਆਂ ਹੈਗੀਆਂ, 5 ਜਾਂ 6 ਨੋਜ਼ਲਾਂ ਲੱਗਦੀਆਂ ਹੈਗੀਆਂ। ਨੋਜ਼ਲਾਂ ਦੇ ਵਿੱਚ ਫਾਸਲਾ ਅਸੀਂ 40 ਸੈਂਟੀਮੀਟਰ ਦਾ ਰੱਖਦੇ ਹਾਂ, ਤੇ ਕੱਟ ਵਾਲੀਆਂ ਨੋਜ਼ਲਾਂ ਵਰਤਣੀਆਂ ਹੈਗੀਆਂ। ਸੋ ਉਹਦੇ ਨਾਲ ਵੀ ਜਿਹੜਾ ਅਸੀਂ ਸਪਰੇਇੰਗ ਜਿਹੜੀ ਹੈਗੀ ਨਾਲ ਅਸੀਂ ਕਰ ਸਕਦੇ। ਦੂਜਾ, ਜਦੋਂ ਅਸੀਂ ਇਹ ਮਸ਼ੀਨਾਂ ਵਰਤਣੀਆਂ ਹੈਗੀਆਂ ਤਾਂ ਇਹਦੇ ਵਿੱਚ ਜਿਹੜੀ ਡੂੰਘਾਈ ਹੈਗੀ ਆ, ਉਹ 1 ਤੋਂ ਜਿਹੜੀ ਹੈਗੀ ਆ 1.25 ਇੰਚ ਤੱਕ ਹੀ ਡੂੰਘੀ ਬੀਜਣੀ ਹੈਗੀ ਹੈ। ਜੇ ਜ਼ਿਆਦਾ ਡੂੰਘੀ ਬੀਜਾਂਗੇ ਤਾਂ ਫਿਰ ਜਰਮੀਨੇਸ਼ਨ ਦੀ ਜਿਹੜੀ ਸਾਨੂੰ ਸਮੱਸਿਆ ਆਉਂਦੀ ਹੈ। ਸੋ ਇਸ ਮਸ਼ੀਨਾਂ ਜਿਹੜੀਆਂ ਸਾਡੇ ਐਗਜ਼ਿਸਟਿੰਗ ਆ, ਉਹ ਸੋਧ ਕਰਕੇ ਅਸੀਂ ਜਿਹੜੀ ਵਰਤ ਸਕਦੇ ਹਾਂ। ਤੇ ਜੇ ਕੋਈ ਕਿਸਾਨ ਵੀ ਜਿਹੜਾ ਨਵਾਂ ਮਸ਼ੀਨ ਲੈਂਦਾ ਹੈਗਾ ਤਾਂ ਉਹ ਲੱਕੀ ਸੀਡ ਡਰਿਲ ਨੂੰ ਪ੍ਰੈਫਰ ਕਰੇ। ਸੋ ਲੱਕੀ ਸੀਡ ਡਰਿਲ ਵੀ ਜੇ ਲੈਣੇ ਹੈਗੇ, ਉਹਦੇ ਵਿੱਚ ਇੱਕ ਤਾਂ ਸਾਡੀ ਝੋਨੇ ਦੀ ਸਿੱਧੀ ਬਿਜਾਈ ਹੁੰਦੀ ਹੈ, ਨਾਲ ਸਾਡੀ ਜਿਹੜੀ ਹੈਗੀ ਕਣਕ ਦੀ ਡਰਿਲ ਵੀ ਲੱਗੀ ਹੁੰਦੀ ਹੈ। ਸੋ ਕਣਕ ਦੇ ਟਾਈਮ ਤੇ ਅਸੀਂ ਜਿਹੜੀ ਹੈਗੀ ਆ ਕਣਕ ਦੀ ਬਿਜਾਈ ਕਰਦੇ ਹਾਂ, ਨਾਲ ਪਿੱਛੇ ਜੇ ਅਸੀਂ ਪ੍ਰੀ ਇਮਰਜੈਂਸ ਸਪਰੇਅ ਕਰਦੇ ਹਾਂ, ਉਹ ਸਪਰੇਅ ਹੋ ਜਾਂਦਾ ਹੈ। ਤੇ ਝੋਨੇ ਵੇਲੇ ਹੈਗਾ, ਜੇ ਤੁਸੀਂ ਹੈਗੇ ਇਸ ਮਸ਼ੀਨ ਨੂੰ ਹੈਗਾ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ ਜਿਹੜੀ ਹੈਗੀ ਸਪਰੇਅ ਕਰ ਸਕਦੇ। ਸੋ ਇਹ ਮਸ਼ੀਨਾਂ ਜਿਹੜੀਆਂ ਐਗਜ਼ਿਸਟਿੰਗ ਤੇ ਲੱਕੀ ਸੀਡ ਨਾਲ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ। ਧੰਨਵਾਦ। ਧੰਨਵਾਦ ਡਾਕਟਰ ਨਾਰੰਗ ਜੀ। ਜਿਸ ਤਰ੍ਹਾਂ ਡਾਕਟਰ ਨਾਰੰਗ ਜੀ ਨੇ ਦੱਸਿਆ ਵੀ ਜਿਹੜਾ ਮਸ਼ੀਨ ਆ ਜਿਹੜੀ ਬਹੁਤ ਇੰਪੋਰਟੈਂਟ ਆ, ਵੀ ਜੇ ਆਪਣੇ ਕੋਲੇ ਦੂਸਰੀਆਂ ਮਸ਼ੀਨਾਂ ਨੇ, ਚਾਹੇ ਜ਼ੀਰੋ ਟਿਲ ਡਰਿਲ ਆ ਜਾਂ ਆਪਣੇ ਕੋਲੇ ਹੈਪੀ ਸੀਡਰ ਆ, ਨਵੀਂ ਮਸ਼ੀਨ ਲੈਣ ਦੀ ਲੋੜ ਨਹੀਂ। ਉਹਦੇ ਵਿੱਚ ਵੀ ਥੋੜੀਆਂ ਸੋਧਾਂ ਕਰਕੇ ਆਪਾਂ ਉਹਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਵਰਤ ਸਕਦੇ ਹਾਂ। ਇੱਕ ਇਹਨਾਂ ਨੇ ਲੱਕੀ ਸੀਡਰ ਦੀ ਗੱਲ ਕੀਤੀ ਆ, ਜਿਸ ਤਰ੍ਹਾਂ ਸਾਡੇ ਪਹਿਲਾਂ ਵੀ ਕਿਸਾਨ ਵੀਰ ਨੇ ਦੱਸਿਆ ਸੀ ਵੀ ਨਦੀਨਾਂ ਦੀ ਸਮੱਸਿਆ ਇਹਦੇ ਵਿੱਚ ਆ ਜਾਂਦੀ ਆ। ਸੋ ਲੱਕੀ ਸੀਡਰ ਦਾ ਫਾਇਦਾ ਇਹ ਆ ਵੀ ਬਿਜਾਈ ਤੇ ਸਪਰੇਅ ਆ ਜਿਹੜੀ ਉਹ ਨਾਲੋਂ ਨਾਲ ਹੀ ਹੋ ਜਾਂਦੀ ਆ। ਖਾਸ ਤੌਰ ਤੇ ਜਦੋਂ ਆਪਾਂ ਤਾਰ ਬੱਤਰ ਖੇਤ ਦੀ ਗੱਲ ਕਰਦੇ ਆ, ਉਹਦੇ 'ਚ ਆਪਾਂ ਇਹ ਕਹਿੰਦੇ ਆ ਵੀ ਸਾਡੀ ਸਪਰੇਅ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਖੇਤ ਦੇ ਵਿੱਚ ਸਲਾਬ ਆ ਜਿਹੜੀ ਪੂਰੀ ਹੁੰਦੀ ਆ। ਸੋ ਸਲਾਬ ਹੋਣ ਦੇ ਨਾਲ ਜਿਹੜੀ ਨਦੀਨ ਨਾਸ਼ਕ ਜਿਹੜੀ ਸਾਡੀ ਸਲਾਬ ਦੇ ਵਿੱਚ ਚਲੀ ਜਾਂਦੀ ਆ। ਸੋ ਇਸ ਕਰਕੇ ਜਿਹੜੀ ਲੱਕੀ ਸੀਡ ਡਰਿਲ ਆ ਉਹਦੇ ਨਾਲ ਬਿਜਾਈ ਕਰਨ ਦਾ ਸਾਨੂੰ ਜ਼ਿਆਦਾ ਫਾਇਦਾ ਹੁੰਦਾ। ਇੱਕ ਹੋਰ ਆ, ਅਸੀਂ ਲੱਕੀ ਸੀਡ ਡਰਿਲ ਯੂਨੀਵਰਸਿਟੀ ਨੇ ਇਸ ਬਾਰੇ ਸੋਧ ਕਰ ਦਿੱਤੀ ਆ। ਪਿਛਲੇ ਸਾਲ 2-3 ਵਾਰ ਬਾਰਿਸ਼ਾਂ ਪੈ ਗਈਆਂ ਸੀ, ਫਸਲਾਂ ਜਿਹੜੀ ਕਰੰਡ ਹੋ ਗਈ ਸੀ। ਸੋ ਕਰੰਡ ਹੋਣ ਦੇ ਨਾਲ ਕਈ ਕਿਸਾਨਾਂ ਨੂੰ ਜਿਹੜੇ ਖੇਤ ਵਾਹੁਣੇ ਵੀ ਪਏ ਸੀ। ਸੋ ਇਸ ਸਾਲ ਆਪਾਂ ਜਿਹੜੀ ਲੱਕੀ ਸੀਡ ਡਰਿਲ ਆ ਉਹਦੇ ਨਾਲ ਅਟੈਚਮੈਂਟ ਕਰਤੀ ਆ। ਜਿਸ ਤਰ੍ਹਾਂ ਪਹੀਏ ਲਾਤੇ ਆਪਾਂ, ਜਿਸ ਤਰ੍ਹਾਂ ਆਪਣੇ ਹੈਪੀ ਸੀਡਰ ਨਾਲ ਲੱਗੇ ਹੁੰਦੇ ਆ, ਉਹ 10,000 ਰੁਪਇਆ ਲੱਗਦਾ ਐਕਸਟਰਾ। ਉਹ ਜਦੋਂ ਆਪਾਂ ਬਿਜਾਈ ਕਰਦੇ ਆ ਤਾਂ ਜਿਹੜੇ ਸਿਆੜਾਂ ਦੇ ਵਿਚਲੀ ਜਗ੍ਹਾ ਉਹਨੂੰ ਪ੍ਰੈਸ ਕਰ ਦਿੰਦੇ ਆ। ਸੋ ਜਦੋਂ ਕਦੇ ਬਾਰਿਸ਼ ਆਉਂਦੀ ਆ ਤਾਂ ਜਿਹੜਾ ਸਿਆੜਾਂ ਦੇ ਵਿਚਲੀ ਮਿੱਟੀ ਆ ਜਿਹੜੀ ਉਹ ਬਾਹਰ ਨਹੀਂ ਜਾਂਦੀ, ਜਿਹੜੀ ਸਿਆੜਾਂ ਦੇ ਉੱਤੇ ਮਿੱਟੀ ਹੁੰਦੀ ਆ ਉਹ ਪਾਸੇ ਡਿੱਗ ਪੈਂਦੀ ਆ। ਸੋ ਪਿਛਲੇ ਸਾਲ ਅਸੀਂ ਕਿਸਾਨਾਂ ਦੇ ਖੇਤਾਂ ਤੇ ਵੀ ਇਹਨੂੰ ਟੈਸਟ ਕੀਤਾ। ਕੁਦਰਤੀ ਬਾਰਿਸ਼ ਆ ਗਈ ਤੇ ਜਿੱਥੇ ਆਪਾਂ ਲੱਕੀ ਸੀਡ ਡਰਿਲ ਦੇ ਮਗਰ ਪਹੀਏ ਲਾਏ ਹੋਏ ਸੀ, ਉੱਥੇ ਜਿਹੜੀ ਜਰਮੀਨੇਸ਼ਨ ਬੜੀ ਵਧੀਆ ਹੋ ਗਈ, ਉੱਥੇ ਕੋਈ ਸਮੱਸਿਆ ਨਹੀਂ ਆਈ। ਦੂਜਾ ਦਾ ਇਹ ਫਾਇਦਾ ਹੈ ਵੀ ਜਦੋਂ ਆਪਾਂ ਪ੍ਰੈਸ ਕਰ ਦਿੰਦੇ ਆ, ਜਿਹੜੇ ਵੀਲ ਆ ਜਿਹੜੇ ਉਹ ਸਲਾਬ ਆ ਜਿਹੜੀ ਸਾਡੇ ਬਰਕਰਾਰ ਰਹਿੰਦੀ ਆ। ਤੀਜਾ ਫਾਇਦਾ ਤਾਂ ਇਹ ਆ ਵੀ ਜਦੋਂ ਆਪਾਂ ਸੁਹਾਗਾ ਵਗੈਰਾ ਮਾਰਦੇ ਆ, ਥੋੜੀਆਂ ਬਹੁਤੀਆਂ ਡਲੀਆਂ ਬਣ ਜਾਂਦੀਆਂ। ਸੋ ਇਹਦੇ ਨਾਲ ਜਿਹੜੀਆਂ ਜਦੋਂ ਵੀਲ ਆ ਜਿਹੜੇ ਉਹਨੂੰ ਡਲੀਆਂ ਨੂੰ ਤੋੜ ਦਿੰਦੇ ਆ। ਸੋ ਜਿਹੜੀ ਪਿੱਛੇ ਸਪਰੇਅ ਹੁੰਦੀ ਆ ਉਹ ਇਕਸਾਰ ਹੁੰਦੀ ਆ। ਸੋ ਇਸ ਕਰਕੇ ਜਿਹੜੇ ਕਿਸਾਨ ਵੀਰਾਂ ਕੋਲੇ ਪਹਿਲਾਂ ਹੀ ਲੱਕੀ ਸੀਡ ਡਰਿਲ ਹੈਗੀ ਜਾਂ ਦੂਜੀਆਂ ਡਰਿਲਾਂ ਨੇ, ਸੋ ਇਹ ਨਵੇਂ ਲੈਣ ਦੀ ਲੋੜ ਨਹੀਂ। ਜਸਟ 10,000 ਰੁਪਇਆ ਲਾ ਕੇ ਉਹ ਪਹੀਏ ਨਾਲ ਲਵਾ ਸਕਦੇ ਆ। ਸੋ ਕੋਈ ਉਹਦੇ ਨਾਲ ਆ ਵੀ ਇੱਕ ਤਾਂ ਜੇ ਕਿਤੇ ਬਾਰਿਸ਼ ਪੈ ਜਾਂਦੀ ਹੈ, ਕਰੰਟ ਹੋ ਜਾਏ, ਉਹਦੀ ਸਮੱਸਿਆ ਹੱਲ ਹੋਊਗੀ। ਸੋ ਸਲਾਬ ਆ ਜਿਹੜੀ ਜ਼ਿਆਦਾ ਬਰਕਰਾਰ ਰਹੂਗੀ। ਇੱਕ ਨਾਰੰਗ ਸਾਹਿਬ ਨੇ ਵਧੀਆ ਦੱਸਿਆ ਵੀ 8 ਤੋਂ 10 ਕਿਲੋ ਵਰਤਣਾ ਹੈ। ਸੋ ਪਿਛਲੇ ਸਾਲ ਸਾਨੂੰ ਇਹ ਕਾਫੀ ਸਵਾਲ ਆਉਂਦੇ ਰਹੇ ਆ ਵੀ ਕਈ ਕਿਸਾਨਾਂ ਨੇ ਬੀਜ ਜ਼ਿਆਦਾ ਵਰਤ ਲਿਆ, ਉਹਦੇ ਨਾਲ ਕੀ ਹੋਇਆ, ਫਸਲ ਇੰਨੀ ਸੰਘਣੀ ਹੋ ਗਈ, ਮੁੜ ਕੇ ਬਿਰਲੀ ਕਰਨੀ ਔਖੀ ਹੋ ਗਈ। ਕਈ ਕਿਸਾਨ ਵੀਰਾਂ ਨੇ ਵੀ ਘੱਟ ਵਰਤਿਆ, 4-4, 5-5 ਕਿਲੋ ਤੇ ਵੀ ਆ ਕੇ ਉੱਥੇ ਬੂਟੇ ਪੂਰੇ ਨਹੀਂ ਹੋਏ। ਸੋ ਉੱਥੇ ਵਾਹੁਣੀ ਵੀ ਪਈ। ਸੋ ਜਿਹੜਾ ਸਹੀ ਮਾਤਰਾ ਜਿਹੜੀ ਬੀਜ ਦੀ ਇਹ ਹੈਗੀ 8 ਤੋਂ 10 ਕਿਲੋ ਵੀ ਵਰਤਣਾ। ਸੋ ਡੂੰਘਾਈ ਆ ਜਿਹੜੀ ਉਹ ਆਪਾਂ ਧਿਆਨ 'ਚ ਰੱਖਣੀ ਆ ਵੀ ਅਸੀਂ ਤਾਂ ਕਹਿੰਦੇ ਆ ਜੇ 72 ਆ ਜਿਹੜੀ ਤਾਂ ਈਵਨ 1.25 ਤੋਂ 1.5 ਇੰਚ ਦੇ ਵਿੱਚ ਉਦੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਨਾ ਹੀ ਹੋਸ਼ੀ ਹੋਣੀ ਚਾਹੀਦੀ ਆ। ਸੋ ਸਪਰੇਅ ਦੀ ਗੱਲ ਨਾਲ ਕੀਤੀ ਆ। ਜੇ ਆਪਣੇ ਕੋਲੇ ਲੱਕੀ ਸੀਡ ਡਰਿਲ ਨਹੀਂ ਹੈਗੀ
ਤਾਂ ਆਪਾਂ ਕਹਿੰਦੇ ਆ ਵੀ ਜਦੋਂ ਬਿਜਾਈ ਕਰਨੀ ਆ, ਸੋ ਜਿਹੜੀ ਤਰਬਤਰ ਬਿਜਾਈ ਆ, ਹਾਂ ਇੱਥੇ ਮੈਂ ਜ਼ਰੂਰ ਕਹੂੰਗਾ ਇਹ ਜਾਂ ਸਵੇਰੇ ਕਰੋ ਜਾਂ ਸ਼ਾਮ ਨੂੰ ਕਰੋ। ਖੇਤ ਤਿਆਰ ਕਰਕੇ ਨਾਲ ਦੀ ਨਾਲ ਹੀ ਆਪਾਂ ਸਪਰੇਅ ਕਰ ਦਿਓ, ਚਾਹੇ ਸਵੇਰੇ ਕਰ ਲਓ ਜਾਂ ਸ਼ਾਮ ਨੂੰ। ਦੁਪਹਿਰ ਦੇ ਟਾਈਮ ਨਹੀਂ ਆਪਾਂ, ਨਾ ਹੀ ਦੁਪਹਿਰ ਦੇ ਟਾਈਮ ਖੇਤ ਤਿਆਰ ਕਰਨਾ, ਨਾ ਹੀ ਦੁਪਹਿਰ ਦੇ ਟਾਈਮ ਬਿਜਾਈ ਕਰਨੀ ਆ, ਨਾ ਹੀ ਦੁਪਹਿਰ ਦੇ ਟਾਈਮ ਸਪਰੇਅ ਕਰਨੀ ਆ, ਕਿਉਂਕਿ ਗਰਮੀ ਬਹੁਤ ਹੁੰਦੀ ਆ, ਪਾਣੀ ਉੱਡ ਜਾਂਦਾ, ਮੁੜ ਕੇ ਤੁਹਾਡੀ ਜਰਮੀਨੇਸ਼ਨ ਸਹੀ ਨਹੀਂ ਹੋਣੀ। ਸੋ ਨੋਜ਼ਲ ਆ ਜਿਹੜੀ ਕੱਟ ਵਾਲੀ ਜਾਂ ਟੱਕ ਵਾਲੀ ਵਰਤਣੀ ਆ, ਸੋ ਉਹਦੇ ਨਾਲ ਤੁਹਾਡਾ ਜਿਹੜਾ ਬੀਡ ਕੰਟਰੋਲ, ਨਦੀਨਾਂ ਦੀ ਰੋਕਥਾਮ ਆ ਜਿਹੜੀ ਉਹ ਵਧੀਆ ਹੋ ਜਾਊਗੀ। ਸੋ ਹੁਣ ਸਾਡੇ ਨਾਲ ਇੱਕ ਕਿਸਾਨ ਵੀਰ ਜੁੜੇ ਹੋਏ ਨੇ, ਧਨਵੀਰ ਸਿੰਘ ਸਿਰੀਏ ਵਾਲਾ, ਬਠਿੰਡਾ ਡਿਸਟ੍ਰਿਕਟ ਤੋਂ। ਸੋ ਉਹਨਾਂ ਨੇ ਵੀ ਪਿਛਲੇ ਸਾਲ ਜਿਹੜੀ ਸਿੱਧੀ ਬਿਜਾਈ ਦੇ ਤਜਰਬੇ ਕੀਤੇ ਸੀ। ਸੋ ਅਸੀਂ ਵੱਖਰੇ ਵੱਖਰੇ ਜਿਹੜੇ ਏਰੀਏ ਤੋਂ, ਵੱਖਰੀਆਂ ਵੱਖਰੀਆਂ ਜ਼ਮੀਨਾਂ, ਵੱਖਰਾ ਵੱਖਰਾ ਕਲਾਈਮੇਟ ਆ, ਉੱਥੋਂ ਕਿਸਾਨ ਵੀਰਾਂ ਦੇ ਅਸੀਂ ਤਜਰਬੇ ਲੈ ਰਹੇ ਹਾਂ ਵੀ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਸਿੱਧੀ ਬਿਜਾਈ। ਸੋ ਧਨਵੀਰ ਸਿੰਘ ਜੀ, ਆਪਣੇ ਤਜਰਬੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਵੀ ਤੁਹਾਡੇ ਕਿਵੇਂ ਤਜਰਬੇ ਰਹੇ ਜੀ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਮੇਰਾ ਨਾਮ ਜੀ ਧਨਵੀਰ ਸਿੰਘ, ਪਿੰਡ ਸਰੀਏਵਾਲਾ, ਜ਼ਿਲ੍ਹਾ ਬਠਿੰਡਾ, ਤਹਿਸੀਲ ਰਾਮਪੁਰਾ ਫੂਲ ਹੈ। ਮੈਂ ਧੰਨਵਾਦੀ ਹਾਂ ਐਗਰੀਕਲਚਰ ਯੂਨੀਵਰਸਿਟੀ, ਜਿਨ੍ਹਾਂ ਨੇ ਸਾਨੂੰ ਇਹ ਤਰਬਤਰ ਵਿਧੀ ਦੀ ਵਧੀਆ ਤਕਨੀਕ ਦਿੱਤੀ। ਮੈਂ ਡਾਕਟਰ ਸਾਹਿਬ ਪਿਛਲੇ ਸਾਲ ਤਕਰੀਬਨ 30 ਏਕੜ ਝੋਨੇ ਦੀ ਸਿੱਧੀ ਬਿਜਾਈ ਮਤਲਬ ਤਰਬਤਰ ਵਿਧੀ ਰਾਹੀਂ ਕੀਤੀ। ਹੈਲੋ 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 ਹਾਂਜੀ ਡਾਕਟਰ ਸਾਹਿਬ, ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ ਜੀ, ਆ ਰਹੀ ਹੈ। ਹਾਂਜੀ, ਮੈਂ ਜੋ ਸਿੱਧੀ ਬਿਜਾਈ ਕੀਤੀ ਹੈ ਉਹਦੇ ਵਿੱਚ ਮੈਂ ਜੇ ਕੁਛ ਫਾਇਦੇ ਗਿਣਾਵਾਂ ਤਾਂ ਮੈਨੂੰ ਸਾਰਿਆਂ ਨਾਲੋਂ ਜਿਹੜਾ ਵੱਡਾ ਫਾਇਦਾ ਲੱਗਿਆ, ਉਹਦੇ 'ਚ ਤਕਰੀਬਨ ਮੇਰਾ 25 ਤੋਂ 30% ਪਾਣੀ ਦੀ ਬਚਤ ਹੋਈ ਹੈ। ਅਤੇ ਜੋ ਮਹਿੰਗੇ ਖਰਚੇ, ਤਕਰੀਬਨ ਜੋ ਲੇਬਰ ਹੈ ਜਾਂ ਕੱਦੂ ਹੈ, 5 ਤੋਂ 6,000 ਰੁਪਇਆ ਕਿੱਲਾ ਸਿੱਧੀ ਬਚਤ ਹੋਈ ਹੈ। ਕਿਉਂਕਿ ਅੱਜ ਕੱਲ੍ਹ ਜਿਹੜਾ ਮਹਿੰਗਾਈ ਦਾ ਯੁੱਗ ਹੈ, ਖੇਤੀ ਸਾਡੀ ਤਾਂ ਹੀ ਫਾਇਦੇਮੰਦ ਰਹੂਗੀ, ਝੋਨੇ ਦੀ ਖਾਸ ਕਰਕੇ ਖੇਤੀ ਹੈ ਜਿਹਦੇ ਵਿੱਚ ਲੇਬਰ ਦੀ ਬਹੁਤ ਵੱਡੀ ਸਮੱਸਿਆ ਹੈ। ਸੋ ਲੇਬਰ ਦੀ ਸਮੱਸਿਆ ਤੋਂ ਜਿਹੜਾ ਇਹ ਬਹੁਤ ਵੱਡਾ ਛੁਟਕਾਰਾ ਜਿਹੜੀ ਝੋਨੇ ਦੀ ਸਿੱਧੀ ਬਿਜਾਈ, ਤਰਬਤਰ ਬਿਜਾਈ ਹੈ। ਤੋਂ ਮੈਂ ਜੋ ਆਪਣੇ ਤਜਰਬੇ ਦੇ ਹਿਸਾਬ ਨਾਲ ਜੋ ਬਿਜਾਈ ਕੀਤੀ ਹੈ, ਉਹ ਤਰਬਤਰ ਵਿਧੀ ਰਾਹੀਂ ਪਹਿਲਾ ਪਾਣੀ ਮੈਂ 21 ਦਿਨ ਬਾਅਦ ਲਗਾਇਆ, ਤੇ ਉਸ ਤੋਂ ਬਾਅਦ ਮੈਂ ਖੇਤ ਨੂੰ ਸੁੱਕਣ ਦਿੱਤਾ ਤੇ 4-5 ਦਿਨ ਦੇ ਵਕਫੇ ਤੋਂ ਬਾਅਦ ਮੈਂ ਪਾਣੀ ਲਗਾਏ। ਹਾਂਜੀ, ਜਿਹੜੀਆਂ ਮੈਨੂੰ ਸਮੱਸਿਆਵਾਂ ਗਾ ਸਰ, ਪਿਛਲੇ ਸਾਲ ਜੋ ਮੈਨੂੰ ਵੱਡੀ ਸਮੱਸਿਆ ਆਈ ਹੈ ਉਹ ਆਈ ਹੈ ਜੀ ਕਰੰਟ ਦੀ ਸਮੱਸਿਆ। ਕਰੰਟ ਦੀ ਸਮੱਸਿਆ ਤੋਂ ਬਾਅਦ ਅਸੀਂ ਫੇਰ ਖੇਤ ਵਾਹ ਕੇ ਦੁਬਾਰਾ ਝੋਨਾ ਬੀਜਿਆ। ਉਸ ਤੋਂ ਬਾਅਦ ਫਿਰ ਕਰੰਟ ਹੋ ਗਿਆ, ਤਾਂ ਫਿਰ ਸਾਨੂੰ ਪਤਾ ਲੱਗਿਆ ਵੀ ਜਿਹੜੀ ਕਰੰਟ ਹੈ, ਇਹਦੀ ਮਸ਼ੀਨ ਜੋ ਅਸੀਂ ਲੱਕੀ ਸੀਡਰ ਦੀ ਨਾਲ ਬਿਜਾਈ ਕੀਤੀ ਸੀ, ਉਹਦੇ ਨਾਲ ਹੀ ਇਹ ਕਰੰਟ ਅਸੀਂ ਭੰਨ ਦਿੱਤੀ। ਉਸ ਤੋਂ ਬਾਅਦ ਸਾਨੂੰ ਜਿਹੜੀ ਵੱਡੀ ਸਮੱਸਿਆ ਆਈ ਹੈ ਉਹ ਆਈ ਹੈ ਜੀ ਚੂਹੇ ਦੀ ਸਮੱਸਿਆ। ਚੂਹੇ ਦੀ ਸਮੱਸਿਆ ਜੋ ਹੈ ਉਹ ਬਹੁਤ ਵੱਡੀ ਸਮੱਸਿਆ ਇਸ ਨੂੰ, ਕਿਉਂਕਿ ਚੂਹਾ ਇਸ ਨੂੰ ਰਾਤੋਂ ਰਾਤ ਹੀ ਖਾ ਜਾਂਦਾ। ਸੋ ਮੈਂ ਜਿਹੜੀ ਚੂਹੇ ਦੀ ਸਮੱਸਿਆ ਹੈ, ਇਹਦੇ ਨਾਲ ਤਾਂ ਚਲੋ ਕੋਈ ਆਪਾਂ ਨਹੀਂ ਕਰ ਸਕਦੇ। ਜੇਕਰ ਸਾਰੇ ਹੀ ਕਿਸਾਨ ਭਰਾ ਰਲ ਕੇ ਖੇਤਾਂ ਜਾਂ ਵੱਟਾਂ ਤੇ ਉੱਤੇ ਦਵਾਈ ਵਗੈਰਾ ਪਾਉਣ ਤਾਂ ਮੇਰਾ ਖਿਆਲ ਵੀ ਇਸ ਸਮੱਸਿਆ ਤੋਂ ਵੀ ਆਪਾਂ ਨੂੰ ਛੁਟਕਾਰਾ ਮਿਲ ਸਕਦਾ ਹੈ। ਸੋ ਮੈਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਇਹ ਬਹੁਤ ਵਧੀਆ ਤਕਨੀਕ ਹੈ, ਕਾਮਯਾਬ ਵਿਧੀ ਹੈ, ਇਸ ਨੂੰ ਸਾਰੇ ਹੀ ਅਪਣਾਉਣ ਤਾਂ ਕਿ ਆਪਣਾ ਸਾਰਾ ਦਾ ਇਹਦੇ ਨਾਲ ਫਾਇਦਾ ਹੋਵੇ, ਇਹਦੇ ਨਾਲ ਪਾਣੀ ਦੀ ਬਚਤ ਹੋਵੇ, ਆਪਣਾ ਜਿਹੜਾ ਕੀਮਤੀ ਜਿਹੜਾ ਹੈਗਾ ਸੋਮੇ ਜਿਹੜੇ ਉਹ ਵੀ ਬਚਣ, ਕਿਉਂਕਿ ਇਹਦੇ ਨਾਲ ਜਿਹੜਾ ਪਾਣੀ ਆ ਉਹ ਧਰਤੀ ਥੱਲੇ ਰਿਚਾਰਜ ਹੁੰਦਾ ਹੈ। ਤੇ ਮੈਂ ਇਹੀ ਕਹਿੰਦਾ ਹੋਇਆ ਫਿਰ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਉਹ ਇਸ ਵਿਧੀ ਨੂੰ ਵੱਧ ਤੋਂ ਵੱਧ ਅਪਣਾਉਣ। ਇਹ ਇੱਕ ਕਾਮਯਾਬ ਵਿਧੀ ਹੈ, ਤੋਂ ਮੈਨੂੰ ਇਸ ਵਿਧੀ ਨਾਲ ਬਹੁਤ ਸੰਤੁਸ਼ਟੀ ਹੈ। ਧੰਨਵਾਦ ਜੀ। ਧੰਨਵਾਦ ਜੀ ਧਨਵੀਰ ਸਿੰਘ ਜੀ, ਤੁਸੀਂ ਆਪਣੇ ਤਜਰਬੇ ਸਾਡੇ ਨਾਲ ਸ਼ੇਅਰ ਕੀਤੇ। ਸੋ ਕੁਝ ਆਪਣੀਆਂ ਮੁਸ਼ਕਲਾਂ ਵੀ ਦੱਸੀਆਂ, ਜਿਸ ਤਰ੍ਹਾਂ ਕਰੰਟ ਦੀ ਗੱਲ ਕੀਤੀ ਆ ਵੀ ਕਾਫੀ ਤੁਸੀਂ ਆਪਣੇ ਲੈਵਲ ਤੇ ਇਹਨੂੰ ਹੱਲ ਕੀਤਾ, ਕਿਸਾਨਾਂ ਨੇ ਕੀਤਾ। ਪਰ ਜਿਸ ਤਰ੍ਹਾਂ ਮੈਂ ਦੱਸਿਆ ਵੀ ਆਪਾਂ ਹੁਣ ਡਰਿਲ ਦੇ ਨਾਲ ਇੱਕ ਪਹੀਏ ਵੀ ਲਾਤੇ, ਜਿੱਥੇ ਜੇ ਕਿਤੇ ਸਮੱਸਿਆ ਆਉਂਦੀ ਆ ਤਾਂ ਆਪਾਂ ਕਾਫੀ ਉਹਦੇ ਨਾਲ ਹੱਲ ਹੋ ਜਾਂਦਾ। ਸੋ ਦੂਸਰੀ ਤੁਸੀਂ ਸਮੱਸਿਆ ਜਿਹੜੀ ਚੂਹਿਆਂ ਦੀ ਗੱਲ ਕੀਤੀ ਆ, ਇਹ ਵੀ ਇੱਕ ਕਾਫੀ ਵੱਡੀ ਸਮੱਸਿਆ, ਖਾਸ ਤੌਰ ਤੇ ਜਿਹੜੇ ਪਿੰਡਾਂ ਦੇ ਵਿੱਚ ਥੋੜਾ ਏਰੀਆ ਬੀਜਿਆ ਹੋਇਆ ਸੀ ਉੱਥੇ ਕਾਫੀ ਜ਼ਿਆਦਾ ਆਈ ਆ। ਸੋ ਸਾਡੇ ਨਾਲ ਮੈਡਮ ਨੀਨਾ ਸਿੰਗਲਾ ਜਿਹੜੇ ਜੀਓਲੋਜੀ ਡਿਪਾਰਟਮੈਂਟ ਦੇ ਹੈੱਡ ਨੇ, ਉਹ ਜੁੜੇ ਹੋਏ ਨੇ। ਸੋ ਮੈਂ ਮੈਡਮ ਨੂੰ ਬੇਨਤੀ ਕਰੂੰਗਾ ਕਿ ਉਹ ਸਿੱਧੀ ਬਿਜਾਈ ਚੂਹਿਆਂ ਦੀ ਸਮੱਸਿਆ ਬਾਰੇ ਕਿਵੇਂ ਹੱਲ ਕੀਤਾ ਜਾ ਸਕਦਾ, ਸੋ ਉਹ ਆਪਣੇ ਵਿਚਾਰ ਸਾਂਝੇ ਕਰਨ।
ਮੈਡਮ ਨੀਨਾ ਸਿੰਗਲਾ ਜੀ। ਮੇਰਾ ਜਿਹੜੇ ਵੀ ਇਸ ਮੀਟਿੰਗ ਦੇ ਵਿੱਚ ਕਿਸਾਨ ਵੀਰ ਨੇ ਤੇ ਉਹਨਾਂ ਬਾਰੇ ਉਹਨਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਹੈ। ਤੇ ਜਿਸ ਤਰ੍ਹਾਂ ਕਿ ਤਨਵੀਰ ਸਿੰਘ ਜੀ ਨੇ ਕਿਹਾ ਕਿ ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਆ ਰਹੀ ਹੈ ਮੈਡਮ ਜੀ, ਆਵਾਜ਼ ਆ ਰਹੀ ਹੈ ਜੀ। ਜਿਸ ਤਰ੍ਹਾਂ ਕਿ ਤਨਵੀਰ ਸਿੰਘ ਜੀ ਨੇ ਕਿਹਾ ਕਿ ਜਦੋਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਾਂ ਤੇ ਉਸ ਦੇ ਵਿੱਚ ਚੂਹਿਆਂ ਦੀ ਸਮੱਸਿਆ ਆ ਜਾਂਦੀ ਹੈ, ਤੇ ਉਹਨਾਂ ਨੇ ਉਹਦਾ ਹੱਲ ਵੀ ਨਾਲ ਹੀ ਦੱਸ ਦਿੱਤਾ ਕਿ ਚੂਹਿਆਂ ਦੀ ਸਮੱਸਿਆ ਜੇਕਰ ਅਸੀਂ ਪਿੰਡ ਪੱਧਰ ਤੇ ਸਾਰੇ ਕਿਸਾਨ ਵੀਰ ਰਲ ਕੇ ਬੱਟਾਂ ਤੇ ਉੱਤੇ ਤੇ ਹੋਰ ਜਿੱਥੇ ਵੀ ਚੂਹਿਆਂ ਦੀਆਂ ਖੱਡਾਂ ਹੈਗੀਆਂ ਉਹਨਾਂ ਦੇ ਵਿੱਚ ਦਵਾਈ ਪਾ ਕੇ ਚੂਹਿਆਂ ਦੀ ਰੋਕਥਾਮ ਕਰ ਸਕਦੇ ਹਾਂ। ਤੇ ਇਹ ਇਹਨਾਂ ਨੇ ਬਿਲਕੁਲ ਸਹੀ ਕਿਹਾ। ਤੇ ਇਹ ਜਿਹੜੀ ਰੋਕਥਾਮ ਹੈਗੀ ਆ ਉਹਦੇ ਵਾਸਤੇ ਇੱਕ ਤਾਂ ਜਿਹੜੀ ਜਦੋਂ ਵੀ ਅਸੀਂ ਫਸਲ ਬੀਜਣੀ ਹੈ ਉਸ ਤੋਂ ਪਹਿਲਾਂ ਸਾਨੂੰ ਇਹ ਸਾਰੀ ਤਿਆਰੀ ਕਰਨੀ ਪਏਗੀ। ਫਸਲ ਬੀਜਣ ਤੋਂ ਪਹਿਲਾਂ ਖੱਡਾਂ ਜਿਹੜੀਆਂ ਚੂਹਿਆਂ ਦੀਆਂ ਜਿੰਨੀਆਂ ਵੀ ਖੇਤ ਦੇ ਵਿੱਚ ਹੈਗੀਆਂ ਨੇ ਉਹ ਬੜੀਆਂ ਆਸਾਨੀ ਨਾਲ ਲੱਭ ਜਾਂਦੀਆਂ ਨੇ, ਤੇ ਉਸ ਵੇਲੇ ਅਸੀਂ ਖੱਡਾਂ ਦੇ ਵਿੱਚ 2% ਜ਼ਿੰਕ ਫਾਸਫਾਈਡ ਦਾ ਚੋਕ ਬਣਾ ਕੇ ਖੱਡਾਂ ਦੇ ਵਿੱਚ ਪਾਉਣਾ ਹੈ। ਤੇ ਉਹ ਜਿਹੜਾ ਚੋਕ ਅਸੀਂ ਤਿਆਰ ਕਰਨਾ ਹੈ ਉਹ 1 ਕਿਲੋ ਕੋਈ ਵੀ ਕਣਕ ਦਾ ਜਾਂ ਕਿਸੇ ਹੋਰ ਦਾਣਿਆਂ ਦਾ ਦਰੜ ਲੈ ਕੇ ਉਸ ਦੇ ਵਿੱਚ 20 ਗ੍ਰਾਮ ਪੀਸੀ ਹੋਈ ਖੰਡ ਤੇ 20 ਗ੍ਰਾਮ ਕੋਈ ਵੀ ਖਾਣ ਵਾਲਾ ਤੇਲ ਰਲਾਉਣਾ ਹੈ, ਤੇ ਉਸ ਦੇ ਵਿੱਚ 25 ਗ੍ਰਾਮ ਜ਼ਿੰਕ ਫਾਸਫਾਈਡ ਦਵਾਈ ਜਿਹੜੀ ਆ ਉਹ ਪਾਉਣੀ ਹੈ ਅਸੀਂ। ਤੇ ਇਹ ਪਾ ਕੇ ਜਿਹੜਾ ਚੋਕ ਤਿਆਰ ਹੋਣਾ ਹੈ ਉਹ ਚੋਕ ਨੂੰ ਕਾਗਜ਼ ਦੇ ਟੁਕੜੇ ਲੈ ਕੇ 10-10 ਗ੍ਰਾਮ ਉਸ 'ਚ ਚੋਕ ਪਾ ਕੇ ਢਿੱਲੀਆਂ ਕਾਗਜ਼ ਦੀਆਂ ਪੁੜੀਆਂ ਬਣਾ ਲੈਣੀਆਂ ਨੇ, ਤੇ ਉਹ ਜਿੱਥੇ ਵੀ ਖੱਡਾਂ ਹਨ ਉਹਨਾਂ ਖੱਡਾਂ ਦੇ ਵਿੱਚ 6 ਇੰਚ ਅੰਦਰ ਅਸੀਂ ਸੋਟੀ ਦੇ ਨਾਲ ਅੰਦਰ ਕਰ ਦੇਣੀਆਂ ਹੈ। ਤੇ ਉਸ ਤੋਂ ਪਹਿਲਾਂ ਜੇਕਰ ਅਸੀਂ ਇੱਕ ਦਿਨ ਸ਼ਾਮ ਨੂੰ ਸਾਰੀਆਂ ਖੱਡਾਂ ਜਿਹੜੀਆਂ ਨੇ ਮਿੱਟੀ ਦੇ ਨਾਲ ਬੰਦ ਕਰ ਦਈਏ ਤੇ ਅਗਲੇ ਦਿਨ ਤਾਜ਼ੀਆਂ ਖੁੱਲੀਆਂ ਖੱਡਾਂ ਦੇ ਵਿੱਚ ਦਵਾਈ ਪਾਈਏ ਤੇ ਉਸ ਦੇ ਨਾਲ ਸਾਡੀ ਦਵਾਈ ਵੀ ਘੱਟ ਲੱਗੇਗੀ, ਤੇ ਸਿਰਫ ਜਿਹੜੀਆਂ ਤਾਜ਼ੀਆਂ ਖੁੱਲੀਆਂ ਖੱਡਾਂ ਹੋਣ ਜਿਨ੍ਹਾਂ ਦੇ ਵਿੱਚ ਚੂਹਾ ਹੈ ਅਸੀਂ ਉਹਦੇ ਵਿੱਚ ਦਵਾਈ ਪਾ ਕੇ ਚੂਹਿਆਂ ਦੀ ਰੋਕਥਾਮ ਕਰ ਸਕਦੇ ਹਾਂ। ਤੇ ਇਸ ਦੇ ਨਾਲ ਨਾਲ ਅਸੀਂ ਹੋਰ ਵੀ ਜਿਸ ਤਰ੍ਹਾਂ ਤਕਨੀਕਾਂ ਹੈ, ਜਿਸ ਤਰ੍ਹਾਂ ਕਿ ਜਿਹੜੀਆਂ ਨਦੀਨ ਤੇ ਘਾਹ ਫੂਸ ਹੈ ਜਿੱਥੇ ਜ਼ਿਆਦਾ ਹੁੰਦੇ ਨੇ ਉੱਥੇ ਚੂਹੇ ਦੀ ਜ਼ਿਆਦਾ ਨੁਕਸਾਨ ਹੁੰਦਾ ਹੈ, ਇਸ ਕਰਕੇ ਨਦੀਨ ਤੇ ਘਾਹ ਫੂਸ ਵੀ ਸਮੇਂ-ਸਮੇਂ ਸਿਰ ਸਾਫ਼ ਕਰਨੇ ਨੇ। ਤੇ ਨਾਲ ਦੀ ਨਾਲ ਜਿਹੜੀਆਂ ਬੱਟਾਂ ਹੈਗੀਆਂ ਨੇ ਪੁਰਾਣੀਆਂ ਬੱਟਾਂ ਉਹਨਾਂ ਨੂੰ ਢਾਹ ਕੇ ਦੁਬਾਰਾ ਬਣਾਉਣਾ ਤੇ ਬੱਟਾਂ ਦੀ ਚੌੜਾਈ ਤੇ ਉਚਾਈ ਘੱਟ ਰੱਖਣੀ ਹੈ। ਤੇ ਜੇਕਰ ਪਿੰਜਰੇ ਵੀ ਲਗਾ ਸਕਦੇ ਹਾਂ ਅਸੀਂ, ਪਿੰਜਰੇ ਲੱਕੜ ਦੀਆਂ ਕੜਿੱਕੀਆਂ ਜਿਸ ਤਰ੍ਹਾਂ ਆਉਂਦੀਆਂ ਨੇ ਕੜਿੱਕੀਆਂ ਖੇਤਾਂ ਦੇ ਵਿੱਚ ਲਗਾ ਕੇ ਚੂਹੇ ਅਸੀਂ ਫੜ ਸਕਦੇ ਹਾਂ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪਾਣੀ ਵਿੱਚ ਡੁਬੋ ਕੇ ਮਾਰ ਸਕਦੇ ਹਾਂ। ਤੇ ਰੌਣੀ ਕਰਨ ਵੇਲੇ ਵੀ ਜਦੋਂ ਅਸੀਂ ਪਾਣੀ ਲਾਉਂਦੇ ਹਾਂ ਖੇਤਾਂ ਵਿੱਚ ਚੂਹੇ ਦੀਆਂ ਖੱਡਾਂ ਵਿੱਚ ਪਾਣੀ ਭਰ ਜਾਂਦਾ ਹੈ ਤੇ ਉਸ ਦੇ ਨਾਲ ਚੂਹੇ ਖੱਡਾਂ ਵਿੱਚੋਂ ਨਿਕਲ ਕੇ ਬਾਹਰ ਭੱਜਦੇ ਨੇ ਤੇ ਉਹਨਾਂ ਚੂਹਿਆਂ ਨੂੰ ਵੀ ਅਸੀਂ ਮਾਰ ਕੇ ਚੂਹਿਆਂ ਦੀ ਰੋਕਥਾਮ ਜਿਹੜੀ ਆ ਕਰ ਸਕਦੇ ਹਾਂ। ਤੇ ਇਹ ਜਿਹੜੀ ਸਾਰੇ ਤਰੀਕੇ ਨੇ ਜੇਕਰ ਅਸੀਂ ਪਿੰਡ ਪੱਧਰ ਤੇ ਸਾਰੇ ਕਿਸਾਨ ਵੀਰ ਰਲ ਕੇ ਕਰਾਂਗੇ ਤੇ ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਕਿ ਅਸੀਂ ਚੂਹਿਆਂ ਦੇ ਉੱਤੇ ਨਿਜਾਤ ਨਹੀਂ ਪਾ ਸਕਦੇ, ਅਸੀਂ ਪੂਰੇ ਤਰੀਕੇ ਨਾਲ ਚੂਹਿਆਂ ਦੀ ਸਮੱਸਿਆ ਜਿਹੜੀ ਆ ਹੱਲ ਕਰ ਸਕਦੇ ਹਾਂ ਤੇ ਆਉਣ ਵਾਲੀ ਫਸਲ ਨੂੰ ਆਪਾਂ ਚੂਹਿਆਂ ਦੇ ਨੁਕਸਾਨ ਤੋਂ ਬਚਾ ਸਕਦੇ ਹਾਂ। ਧੰਨਵਾਦ ਮੈਡਮ ਨੀਨਾ ਜੀ। ਸੋ ਤੁਸੀਂ ਚੂਹਿਆਂ ਦੀ ਰੋਕਥਾਮ ਬਾਰੇ ਦੱਸਿਆ। ਸੋ ਹੁਣ ਸਾਡੇ ਨਾਲ ਮਹਿਕਮਾ ਖੇਤੀਬਾੜੀ ਤੋਂ ਜੁਆਇੰਟ ਡਾਇਰੈਕਟਰ ਐਗਰੀਕਲਚਰ ਸਰਦਾਰ ਬਲਦੇਵ ਸਿੰਘ ਜੀ ਜੁੜੇ ਹੋਏ ਨੇ। ਮਹਿਕਮਾ ਐਗਰੀਕਲਚਰ ਜਿਸ ਤਰ੍ਹਾਂ ਆਪਣੀ ਇਨੈਗੂਰਲ ਸੈਸ਼ਨ ਵੇਲੇ ਵੀ ਕਾਫੀ ਵੱਡੇ ਪੱਧਰ ਤੇ ਸਿੱਧੀ ਬਿਜਾਈ ਨੂੰ ਪ੍ਰਮੋਟ ਕਰ ਰਿਹਾ, ਪਿਛਲੇ ਸਾਲ ਵੀ ਬਹੁਤ ਵੱਡੇ ਲੈਵਲ ਤੇ ਇਹਨਾਂ ਨੇ ਕੀਤਾ। ਸੋ ਸਰਦਾਰ ਬਲਦੇਵ ਸਿੰਘ ਜੀ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਉਹ ਮਹਿਕਮਾ ਖੇਤੀਬਾੜੀ ਬਾਰੇ ਜਿਸ ਤਰ੍ਹਾਂ ਮਸ਼ੀਨਾਂ ਬਾਰੇ ਦੱਸਿਆ ਵੀ ਮਸ਼ੀਨਾਂ ਦੇ ਲਈ ਕੋਈ ਸਪੋਰਟ ਕਰ ਰਿਹਾ ਜਾਂ ਕੀ ਪਾਲਿਸੀ ਆ ਇਸ ਸਾਲ, ਉਹਦੇ ਬਾਰੇ ਸਾਡੇ ਨਾਲ ਸ਼ੇਅਰ ਕਰਨ ਆਪਣੇ ਡਿਪਾਰਟਮੈਂਟ ਦੀ। ਸਰਦਾਰ ਬਲਦੇਵ ਸਿੰਘ ਜੀ, ਜੁਆਇੰਟ ਡਾਇਰੈਕਟਰ ਐਗਰੀਕਲਚਰ ਜੀ। ਡਾਕਟਰ ਸਾਹਿਬ ਅਨਮਿਊਟ ਕਰ ਲਓ ਜੀ। ਸਰ ਬਲਦੇਵ ਸਿੰਘ ਜੀ ਅਨਮਿਊਟ ਕਰ ਲਓ ਆਪਣੇ ਆਪ ਨੂੰ ਜੀ। ਹੈਲੋ ਸਰਦਾਰ ਬਲਦੇਵ ਸਿੰਘ ਜੀ। ਬਲਦੇਵ ਸਿੰਘ ਜੀ ਜੁਆਇੰਟ ਡਾਇਰੈਕਟਰ ਐਗਰੀਕਲਚਰ। ਹਾਂਜੀ ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ। ਹਾਂਜੀ ਡਾਕਟਰ ਸਾਹਿਬ, ਸਾਨੂੰ ਮਹਿਕਮਾ ਖੇਤੀਬਾੜੀ ਦਾ ਇਸ ਵਾਰੀ ਕੀ ਮਤਲਬ ਵੀ ਪਲਾਨ ਆ ਜੀ ਝੋਨੇ ਦੀ ਸਿੱਧੀ ਬਿਜਾਈ ਬਾਰੇ, ਉਹਦੇ ਬਾਰੇ ਸਾਨੂੰ ਦੱਸੋ ਜੀ। ਡਾਕਟਰ ਸਾਹਿਬ ਇਸ ਵਾਰ DRS ਨੂੰ ਪ੍ਰਮੋਟ ਕਰਨ ਵਾਸਤੇ ਖੇਤੀਬਾੜੀ ਮਹਿਕਮੇ ਵੱਲੋਂ ਸਪੈਸ਼ਲ ਜਿਹੜੇ ਨੇ ਕੈਂਪ ਉਹ ਹੁਣ ਆਪਣੇ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇਗੇ। ਸੋ ਮਹਿਕਮੇ ਦਾ ਵੀ ਇਸ ਵਾਰ ਟਾਰਗੇਟ ਆ ਕਿ ਵੱਧ ਤੋਂ ਵੱਧ ਜਿਹੜਾ ਇਸ ਵਾਰ ਝੋਨਾ ਜਿਹੜਾ ਸਿੱਧੀ ਬਿਜਾਈ ਦੇ ਨਾਲ ਕਿਸਾਨਾਂ ਨੂੰ, ਕਿਉਂਕਿ ਪਿਛਲੇ ਸਾਲ ਦੇ ਤਜਰਬੇ ਸਾਨੂੰ ਦੱਸਦੇ ਨੇਗੇ ਕਿ ਕਾਫੀ ਵਧੀਆ ਰਿਸਪੌਂਸ ਰਹੇ ਨੇਗੇ
ਪਿਛਲੇ ਸਾਲ ਜਦੋਂ ਮੈਂ ਬਰਨਾਲੇ ਸੀਗਾ ਚੀਫ ਐਗਰੀਕਲਚਰ ਅਫਸਰ ਤੇ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਮੈਂ ਦੇਖਿਆ ਤਾਂ ਬਹੁਤ ਵਧੀਆ ਰਿਸਪੌਂਸ ਕਿਸਾਨਾਂ ਦੇ ਰਹੇ ਨੇਗੇ ਤੇ ਪਾਣੀ ਦੀ ਬਚਤ ਵੀ ਹੋਈ ਆ। ਆਪਣੇ ਸ਼ਹਿਣੇ ਤੋਂ ਸੀਗੇ ਇੱਕ ਦੋ ਅਮਰੀਕ ਸਿੰਘ 19 ਦੇ ਇੱਕ ਦੋ ਹੋਰ ਵੀ ਕਿਸਾਨ ਸੀਗੇ, ਹਾਲਾਂਕਿ ਉਹਨਾਂ ਦੇ ਨਦੀਨ ਵੀ ਹੋ ਗਏ ਸੀ ਕਾਫੀ, ਪਰ ਉਹਨਾਂ ਨੇ ਨਦੀਨ ਕੰਟਰੋਲ ਕਰਕੇ ਵੀ ਉਹਨਾਂ ਦਾ ਆਪਣਾ 29-30 ਕੁਇੰਟਲ ਜਿਹੜਾ ਝਾੜ ਆ, ਮੈਂ ਸਮਝਦਾ ਵੀ ਬੜੀ ਵੱਡੀ ਉਪਲਬਧੀ ਸੀ ਉਹਨਾਂ ਦੀ। ਤੇ ਦੂਸਰਾ ਉਹਨਾਂ ਨੇ ਭੁੱਲਰ ਸਾਹਿਬ ਇਹ ਵੀ ਆਪਣਾ ਨੋਟ ਕੀਤੀ ਗੱਲ, ਉਹਨਾਂ ਦਾ ਸ਼ਹਿਣਾ ਬਲਾਕ ਹੈ ਜਿਹੜਾ ਉਹਦੇ ਨਹਿਰ ਕੋਲ 'ਚ ਜਾਂਦੀ ਸੀਗੀ, ਉੱਥੇ ਜਿਹੜੀ ਆਪਣਾ ਜਿਹੜੀ ਡਿਜ਼ੀਜ਼ ਆ ਜਿਹੜੀ ਉਹ ਕਾਫੀ ਜਿਹੜੀ ਆਉਂਦੀ ਸੀਗੀ ਉਹ, ਤੇ ਇਸ ਕਰਕੇ ਉੱਥੇ ਡਿਜ਼ੀਜ਼ ਵੀ ਨਹੀਂ ਆਈ ਤੇ ਉਹਨਾਂ ਦਾ ਝਾੜ ਤੇ ਦਾਣੇ ਬੜੇ ਸਾਫ਼ ਰਹੇ। ਸੋ ਇਹ ਵੀ DRS ਦੇ ਵਿੱਚੋਂ ਇੱਕ ਗੱਲ ਨਿਕਲ ਕੇ ਆਈ ਆ ਵੀ ਜਿੱਥੇ ਥੋੜਾ ਜਿਹਾ ਨਮੀ ਜ਼ਿਆਦਾ ਹੁੰਦੀ ਹੈ, ਜੇ ਅਸੀਂ DRS ਵਾਲੀ ਟੈਕਨੀਕ ਅਪਣਾਉਣੇ ਆ ਤਾਂ ਉੱਥੇ ਜਿਹੜੀ ਆ ਜਿਵੇਂ ਬਲਾਈਟ ਉੱਥੇ ਘੱਟ ਆਉਂਦੀ ਆ। ਸੋ ਇਹ ਵੀ ਮੈਂ ਆਪ ਪਰਸਨਲੀ ਨੋਟ ਕੀਤਾ ਤੇ ਹੋਰ ਵੀ ਬਹੁਤ ਸਾਰੇ ਕਿਸਾਨਾਂ ਨੇ ਧਨੌਲੇ ਪਿੰਡ ਦੇ ਵਿੱਚ ਆਪਣੇ ਹਰਵਿੰਦਰ ਸਿੰਘ ਹੁਣੀ ਆ, ਉਹਨਾਂ ਨੇ ਥੋੜੀ ਆਪਣਾ ਗੰਨ ਵਾਲਾ ਵੀ ਜਿਹੜਾ ਅਪਣਾਇਆ ਸੀਗਾ ਮੈਥਡ ਉਹ ਪਾਣੀ ਵਾਸਤੇ, ਤੇ ਉਹਨਾਂ ਦਾ ਵੀ ਸਕਸੈਸਫੁਲ ਰਿਹਾ। ਸੋ ਇਸ ਕਰਕੇ ਇਸ ਵਾਰ ਕਿਸਾਨਾਂ ਦੇ ਵਿੱਚ ਕਾਫੀ ਉਤਸ਼ਾਹ ਕਿ ਇਸ ਤਕਨੀਕ ਨੂੰ ਜਿਹੜਾ ਅੱਗੇ ਲਿਜਾਇਆ ਜਾਵੇ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਸ ਤਰ੍ਹਾਂ ਪਿਛਲੇ ਸਾਲ ਵੀ ਬਹੁਤ ਸਾਰਾ ਜਿਹੜਾ ਟੈਕਨੀਕਲ ਮਟੀਰੀਅਲ ਜਿਹੜਾ ਕਿਸਾਨਾਂ ਨੂੰ ਦਿੱਤਾ ਗਿਆ ਤਰ ਬੱਤਰ ਵਾਲਿਆ, ਤੇ ਦੂਸਰਾ ਕਈ ਇਲਾਕਿਆਂ ਦੇ ਵਿੱਚ ਜਿਹੜੀ ਆਪਣੀ ਸੁੱਕੀ ਬਿਜਾਈ ਵੀ ਉਹ ਵੀ ਕਿਸਾਨਾਂ ਦੀ ਕਾਮਯਾਬ ਰਹੀ ਆ। ਇਹ ਨਹੀਂ ਗੱਲ ਵੀ ਇਲਾਕੇ ਤੋਂ ਕਿਸਾਨ ਆਪਣਾ ਪਿੰਡ ਤੋਂ ਪਿੰਡ, ਤਾਂ ਇਹ ਵੀ ਵੇਰੀ ਕਰਦੀ ਆ। ਸੋ ਇੱਕ ਦੋ ਪਿੰਡ ਸੀ ਜਿਨ੍ਹਾਂ ਦੇ ਵਿੱਚ ਸੁੱਕੀ ਬਿਜਾਈ ਵੀ ਜਿਹੜੀ ਆ ਉਹ ਕਾਮਯਾਬ ਰਹੀ ਆ। ਸੋ ਐਸੀ ਗੱਲ ਨਹੀਂ ਗੀ, ਪਰ ਤਰ ਬੱਤਰ ਵਾਲੀ 'ਚ ਦੇਖਿਆ ਕਿਸਾਨਾਂ ਦਾ ਜਿਹੜਾ ਪਾਣੀ, ਪਹਿਲਾ ਪਾਣੀ ਕਈ ਕਿਸਾਨਾਂ ਨੇ ਜਿਹੜਾ 21 ਦਿਨਾਂ ਮਗਰੋਂ ਵੀ ਲਾਇਆ, ਇੱਕ ਕਿਸਾਨ ਸੀ ਜਿਹਨੇ 25-26 ਦਿਨਾਂ ਮਗਰੋਂ ਵੀ ਲਾਇਆ, ਮਾੜਾ ਮੋਟਾ 20 ਪੈ ਗਿਆ ਸੀ ਪਰ ਉਹਨੇ ਪਾਣੀ ਨਹੀਂ ਸੀ ਲਾਇਆ, ਤਾਂ ਉਹਦਾ ਵੀ ਝਾੜ ਜਿਹੜਾ 31-32 ਕੁਇੰਟਲ ਆਇਆ। ਸੋ ਐਸੀ ਗੱਲ ਨਹੀਂ ਕਿਸਾਨ ਵੀਰੋ, ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਦਿੱਤੀ ਗਈ ਆ। ਸੋ ਪਿਛਲੇ ਸਾਲ ਕਿਸਾਨਾਂ ਦੇ ਵਿੱਚ ਬੜਾ ਹਿੰਮਤ ਤੇ ਹੌਸਲੇ ਨਾਲ ਕੀਤੀ ਆ। ਇਹ ਨਹੀਂ ਸੀਗਾ ਵੀ ਕਿਸੇ ਨੇ 2 ਕਿੱਲੇ 4 ਕਿੱਲੇ, ਇਸ ਵਾਰ ਤਾਂ ਜਿਹੜੇ ਸੀਗੇ ਪਿਛਲੇ ਸਾਲ 25-25, 30-30, 50-50 ਕਿੱਲੇ ਕਿਸਾਨਾਂ ਨੇ ਬੀਜਿਆ, ਤੇ ਕਈ ਕਿਸਾਨਾਂ ਨੇ ਜਿਨ੍ਹਾਂ ਦਾ ਐਕਸਪੀਰੀਅੰਸ ਇਸ ਦੇ ਵਿੱਚ ਘੱਟ ਸੀ, ਜਾਂ ਕਿਸੇ ਕਿਸਾਨ ਨੇ ਆ ਕੇ ਕਹਿਦਾ ਯਾਰ ਤੇਰਾ ਝੋਨਾ ਵਧੀਆ ਨਹੀਂ ਠੀਕ ਆ, ਉਹਨਾਂ ਨੇ ਮਜ਼ਦੂਰਨ ਜਾਂ ਕਿਸੇ ਨੂੰ ਦੇਖਾ ਦੇਖ ਵੀ ਮਜ਼ਦੂਰ ਮਿਲ ਗਏ ਵਾਇਆ, ਪਰ ਬਾਅਦ ਦੇ ਵਿੱਚ ਉਹ ਵੀ ਕਿਸਾਨ ਕਹਿੰਦੇ ਸੀ ਦੂਜੇ ਦੀ ਫਸਲ ਦੇਖ ਕੇ ਵੀ ਨਹੀਂ ਯਾਰ ਤੇਰਾ ਝੋਨਾ ਵਧੀਆ ਰਿਹਾ, ਅਸੀਂ ਐਵੇਂ ਗਲਤੀ ਕਰ ਬੈਠੇ। ਸੋ ਕਿਸਾਨ ਵੀਰੋ, ਜਿਹੜੀ ਪਿਛਲੇ ਸਾਲਾਂ ਦੇ ਵਿੱਚ ਜੋ ਬਹੁਤ ਸਾਰੀਆਂ ਜਿਹੜੀਆਂ ਡਰੈਲ ਸੀਗੀਆਂ, ਡਰੈਲ ਦੇ ਵਿੱਚ ਵੀ ਕਈ ਕਿਸਾਨਾਂ ਨੇ ਬੜੀਆਂ ਚੇਂਜਸ ਕਰਕੇ ਹੈਪੀ ਸੀਡਰ ਦੇ ਨਾਲ ਵੀ ਬੀਜੀ ਆ, ਹੋਰ ਵੀ ਜਿਹੜੀਆਂ ਸਾਡੀਆਂ ਕਣਕ ਬੀਜਣ ਵਾਲੀਆਂ ਡਰਿਲਾਂ ਸੀਗੀਆਂ ਉਹਨਾਂ ਦੇ ਨਾਲ ਵੀ, ਪਰ ਜਿਹੜੇ ਸਟੈਂਡਰਡਾਈਜ਼ ਜ਼ਰੂਰ ਕਈ ਕਿਸਾਨਾਂ ਦਾ ਸੀਗਾ ਵੀ 8-9 ਕਿਲੋ ਜਿੱਥੇ 20-10 ਕਿਲੋ ਤੱਕ ਪਿਆ ਸੀ, ਉੱਥੇ ਥੋੜਾ ਜਿਹਾ ਪਲਾਂਟ ਪਾਪੂਲੇਸ਼ਨ ਜ਼ਿਆਦਾ ਹੋ ਗਈ ਸੀ, ਪਰ ਜਿੱਥੇ 6 ਕਿਲੋ ਵੀ ਆ ਜਿਹੜਾ ਉਹ ਇਨਾਫ ਆ। ਤੇ ਇੱਕ ਗੱਲ ਹੋਰ ਜਿਹੜੀ ਆ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਮੈਂ ਜੋ ਆਪਦਾ ਮੇਰਾ ਪਰਸਨਲ, ਜਿਹੜੇ ਕਿਸਾਨਾਂ ਨੇ DAP ਨਾਲ ਆਪਣਾ 25-26 ਕਿਲੋ ਜਿਹੜਾ ਨਾਲ ਕੋਰ ਕੀਤਾ, ਤਾਂ ਉਹਦੀ ਜਿਹੜੀ ਗਰੋਥ ਸੀਗੀ ਉਹ ਝੋਨੇ ਦੀ ਉਹ ਬਾਕੀਆਂ ਦੇ ਮੁਕਾਬਲੇ ਉਹ ਚੰਗੀ ਸੀਗੀ। ਸੋ ਮੈਂ ਸਮਝਦਾ ਵੀ ਸਾਨੂੰ ਇਹਦੇ ਨਾਲ ਜੇ ਅਸੀਂ ਡਾਇਰੈਕਟ ਸੀਡਿੰਗ ਆਫ ਰਾਈਸ ਕਰਨਾ ਤਾਂ ਸਾਨੂੰ DAP ਨਾਲ ਪਾਉਣੀ ਚਾਹੀਦੀ ਆ। ਸੋ ਕਿਉਂਕਿ ਕਿਸਾਨਾਂ ਦੇ ਤਜਰਬੇ ਦੱਸਦੇ ਨੇਗੇ, ਸੋ ਕਿਉਂਕਿ ਇਹ ਨਵੀਆਂ ਤਕਨੀਕਾਂ ਸੀਗੀਆਂ, ਸੋ ਪਿਛਲੇ ਸਾਲ ਜਿਹੜੀ ਆ ਕਾਫੀ ਵੱਡੇ ਪੱਧਰ ਤੇ ਅਪਣਾਈ ਗਈ ਆ। ਸੋ ਹੋਰ ਵੀ ਬਹੁਤ ਸਾਰੇ ਕਿਸਾਨਾਂ ਨੇ ਆਪਦੀਆਂ ਇਸ ਪੱਖੋਂ, ਕਈ ਕਿਸਾਨਾਂ ਨੇ ਜਿਹੜਾ ਵੱਟਾਂ ਦੇ ਉੱਪਰ ਵੀ ਝੋਨਾ ਬੀਜਿਆ ਜਾਂ ਬੈੱਡ ਜਿਹੜਾ ਛੱਟਾਂ ਦੇ ਕੇ ਉਸ ਤੋਂ ਬਾਅਦ ਬੈੱਡ ਕੱਢੇ ਨੇਗੇ ਆਪਣੀਆਂ ਰਿਜਰ ਦੇ ਨਾਲ। ਸੋ ਉਹਨਾਂ ਦਾ ਕਿਸਾਨਾਂ ਦਾ ਵੀ ਜਿਹੜਾ ਝੋਨਾ ਸੀਗਾ ਬੜਾ ਵਧੀਆ ਰਿਹਾ। ਸੋ ਮੇਰੇ ਜਿਹੜੇ ਪਰਸਨਲ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਮੈਂ ਆਪ ਖੁਦ ਜਾ ਕੇ ਦੇਖੇ ਨੇਗੇ, ਸੋ ਬੜੇ ਇਨਕਰੇਜਿੰਗ ਰਿਜ਼ਲਟ ਜਿਹੜੇ ਨੇਗੇ, ਉਤਸ਼ਾਹਜਨਕ ਜਿਹੜੇ ਨਤੀਜੇ ਰਹੇ ਨੇਗੇ। ਸੋ ਮੇਰੀ ਇਹੀ ਕਿਸਾਨ ਵੀਰਾਂ ਨੂੰ ਉਮੀਦ ਆ ਵੀ ਕਿਸਾਨ ਵੀਰੋ, ਜਿਹੜੀ ਤੁਸੀਂ ਜਦੋਂ ਵੀ ਇਹ ਝੋਨਾ ਸਿੱਧੀ ਬਿਜਾਈ ਦੇ ਆਪਣਾ ਮਨ ਬਣਾਉਣਾ ਤਾਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਹੀ ਬਿਜਾਈ ਕਰਨੀ ਆ, ਤੇ ਲੇਜ਼ਰ ਲੈਵਲਰ ਜੇ ਲੱਗਿਆ ਹੋਵੇ ਤਾਂ ਉਸ ਤੋਂ ਵੀ ਵਧੀਆ। ਸੋ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਰਿਜ਼ਲਟ ਨੇ ਪਿਛਲੇ ਸਾਲ ਬਹੁਤ ਵਧੀਆ ਆਏ ਨੇਗੇ। ਸੋ ਜਿਸ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਜਿਹੜੀਆਂ ਇਸ ਸਾਲ, ਸੋ ਬੜੇ ਕਿਸਾਨਾਂ ਦੇ ਜਿਹੜੇ ਹੋਰ ਵੀ ਤਜਰਬੇ ਨੇਗੇ ਇਹਨਾਂ ਦੇ ਨਾਲ, ਭੁੱਲਰ ਸਾਹਿਬ ਉਹਨਾਂ ਦੇ ਨਾਲ ਵੀ ਸਾਂਝੇ ਕਰਦੇ ਰਹੇ ਨੇਗੇ।
ਸੋ ਇਸ ਵਾਰ ਮੈਂ ਸਮਝਦਾ ਵੀ ਜਿਵੇਂ ਜਿਸ ਤਰ੍ਹਾਂ ਖੇਤੀਬਾੜੀ ਵਿਭਾਗ ਆ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਕਾਮਯਾਬ ਰਹੇ ਨੇ ਉਹਨਾਂ ਕਿਸਾਨਾਂ ਦੇ ਤਜਰਬੇ ਵੀ ਜਿਹੜੇ ਆ ਉਹ ਅਸੀਂ ਕਿਸਾਨਾਂ ਨੂੰ ਜਿਹੜੇ ਆ ਵੀ ਉਹਨਾਂ ਦੇ ਨਾਲ ਦੂਜੇ ਕਿਸਾਨਾਂ ਜ਼ਿਆਦਾ ਉਤਸ਼ਾਹਜਨਕ ਹੁੰਦੇ ਨੇਗੇ ਬਜਾਏ ਕਿ ਖੇਤੀਬਾੜੀ ਮਾਹਰ ਉਹ ਦੱਸੇ, ਤਾਂ ਇਸ ਤਰ੍ਹਾਂ ਦਾ ਵੀ ਖੇਤੀਬਾੜੀ ਮਹਿਕਮਾ ਉਹ ਕਰ ਰਿਹਾ ਹੈ ਇਸ ਝੋਨੇ ਦੀ ਸਿੱਧੀ ਬਿਜਾਈ 'ਚ। ਧੰਨਵਾਦ ਜੀ ਸਰਦਾਰ ਬਲਦੇਵ ਸਿੰਘ ਜੀ, ਤੁਸੀਂ ਖੇਤੀਬਾੜੀ ਮਹਿਕਮੇ ਦਾ ਇਸ ਸਾਲ ਕੀ ਪਾਲਿਸੀ ਬਾਰੇ ਦੱਸਿਆ। ਸੋ ਕਾਫੀ ਆਪਣੇ ਤਜਰਬਿਆਂ ਤੋਂ ਕੋਈ ਨਵੇਂ ਸਾਨੂੰ ਰਿਸਰਚੇਬਲ ਪੁਆਇੰਟ ਵੀ ਦੱਸੇ। ਸੋ ਅਸੀਂ ਕੰਸਰਨ ਜਿਹੜੇ ਸਾਇੰਟਿਸਟ ਆ ਉਹ ਇਹਨੂੰ ਜ਼ਰੂਰ ਇਸ ਸਾਲ ਰਿਸਰਚ ਕਰਕੇ ਫਿਰ ਉਹਦੇ ਰਿਜ਼ਲਟ ਨਾਲ ਅਗਲੇ ਸਾਲ ਆਉਣਗੇ। ਸੋ ਹੁਣ ਪਿਛਲੇ ਸਾਲ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਸਾਡੇ ਫਾਰਮ ਐਡਵਾਈਜ਼ਰੀ ਸਲਾਹਕਾਰ ਸੇਵਾ ਵੀ ਬਹੁਤ ਵੱਡੇ ਲੈਵਲ ਤੇ ਇਹਨਾਂ ਨੇ ਸਿੱਧੀ ਬਿਜਾਈ ਦੇ ਵਿੱਚ ਕੰਮ ਕੀਤਾ। ਸੋ ਸਾਡੇ ਨਾਲ ਜੁੜੇ ਹੋਏ ਨੇ ਜ਼ੋਨਲ ਪ੍ਰੋਜੈਕਟ ਡਾਇਰੈਕਟਰ ਡਾਕਟਰ ਰਾਜਵੀਰ ਬਰਾੜ ICR ਤੋਂ। ਸੋ ਡਾਕਟਰ ਬਰਾੜ ਸਾਹਿਬ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਇਸ ਸਾਲ ਸਰ ਕਿਸ ਤਰ੍ਹਾਂ ਇਨੀਸ਼ੀਏਟਿਵ ਆ ਜਿਹੜੇ KVK ਵੱਲੋਂ ਲੈ ਜਾ ਰਹੇ ਨੇ ਝੋਨੇ ਸਿੱਧੀ ਬਿਜਾਈ ਬਾਰੇ ਉਹ ਸਾਡੇ ਨਾਲ ਸਾਂਝੇ ਕਰਨ ਜੀ। ਡਾਕਟਰ ਰਾਜਵੀਰ ਬਰਾੜ ਜੀ। ਥੈਂਕ ਯੂ ਡਾਕਟਰ ਬੁੱਲਰ। ਸਾਰੇ ਕਿਸਾਨ ਵੀਰਾਂ ਨੂੰ ਮੇਰਾ ਸਤਿ ਸ੍ਰੀ ਅਕਾਲ। ਤੇ ਅੱਜ ਬਹੁਤ ਹੀ ਵਧੀਆ ਕਿਸਾਨ ਮੇਲਾ ਸੀਗਾ ਤੇ ਡਿਸਕਸ਼ਨ ਜਿਹੜਾ ਬਹੁਤ ਸਭ ਤੋਂ ਜ਼ਰੂਰੀ ਮੈਂ ਇਹ ਸਮਝਦਾ ਸੀਗਾ ਕਿ ਡਾਇਰੈਕਟ ਸੀਡਡ ਰਾਈਸ ਤੇ ਡਿਸਕਸ਼ਨ ਹੋ। ਤੇ ਮੈਂ ਡਾਕਟਰ ਬੁੱਲਰ ਤੇ ਡਾਕਟਰ ਜਸਵੀਰ ਸਿੰਘ ਨੂੰ ਸਪੈਸ਼ਲ ਵਧਾਈ ਦਿੰਦਾ ਕਿ ਪ੍ਰੋਗਰਾਮ ਇਹਨਾਂ ਨੂੰ ਰੱਖਿਆ। ਤੇ ਜਿਹੜਾ ਐਕਸਪੀਰੀਅੰਸ ਤੁਸੀਂ ਜਾਣਦੇ ਹੋ COVID-19 ਵਿੱਚ ਕਿਸਾਨਾਂ ਨੂੰ ਇੱਕ ਬਹੁਤ ਹੀ ਗਜ਼ਬ ਦਾ ਕੰਮ ਕੀਤਾ ਸੀਗਾ। ਉਹ ਸੀਗਾ ਕਿ ਬਈ DSR ਨੂੰ ਪ੍ਰੋਪੇਗੇਟ ਕਰਿਆ ਸੀ। ਪਿਛਲੇ 10 ਸਾਲ ਨੂੰ ਤਾਂ ਕੋਸ਼ਿਸ਼ ਕਰ ਰਹੇ ਹਾਂ ਬਟ ਉਹ ਸਕਸੈਸ ਨਹੀਂ ਮਿਲੀ ਸੀ। ਬਟ ਲਾਸਟ ਈਅਰ ਕੋਵਿਡ ਦੀ ਮੈਂ ਸਭ ਤੋਂ ਵਧੀਆ ਦੀ ਸਕਸੈਸ ਸਟੋਰੀ ਮੰਨਣਾ ਤਾਂ ਉਹੀ ਸੀਗਾ ਵੀ 5.5 ਲੱਖ ਹੈਕਟੇਅਰ ਵਿੱਚ DSR ਆਈ ਸੀ। ਕੁਝ ਫਾਰਮਰਾਂ ਨੂੰ ਏਰੀਆ ਤੋਂ ਕਾਫੀ ਵਧੀਆ ਸੀਗਾ ਲੇਕਿਨ ਬਾਅਦ ਵਿੱਚ ਲੇਬਰ ਆ ਗਈ ਤੇ ਇਹਨਾਂ ਨੇ ਥੋੜਾ ਜਿਹਾ ਕੁਝ ਕਿਸਾਨਾਂ ਨੂੰ ਬਾਤਾ ਤੇ ਟ੍ਰਾਂਸਪਲਾਂਟਿੰਗ ਕੀਤੀ ਸੀ। ਪਰ ਅਸੀਂ ਕਈ ਫਾਰਮਰਾਂ ਨੂੰ ਜਾਣਦੇ ਨੇ ਜਿਹਨੇ ਬਾਅਦ ਕੇ ਟ੍ਰਾਂਸਪਲਾਂਟਿੰਗ ਕੀਤੀ ਸੀ। ਉਹ ਬਾਅਦ ਵਿੱਚ ਕਹਿ ਰਹੇ ਸੀ ਕਿ ਨਹੀਂ ਅਸੀਂ ਵੀ ਗਲਤੀ ਕੀਤੀ, ਇਸ ਵਾਰ ਟਰਾਈ ਕਰਨਾ ਚਾਹੀਦਾ ਸੀਗਾ, ਇੱਕ ਮੌਕਾ ਸੀਗਾ। ਮੇਰਾ ਇੱਥੇ ਡਾਕਟਰ ਸਾਹਿਬ ਦੇਖੋ ਡਾਕਟਰ ਬਲਦੇਵ ਸਿੰਘ ਨੇ ਬਹੁਤ ਹੀ ਵਧੀਆ, ਮੈਂ ਥੋੜਾ ਲੇਟ ਜੁਆਇਨ ਕੀਤਾ, ਮੈਂ ਕਿਸੇ ਹੋਰ ਮੀਟਿੰਗ ਵਿੱਚ ਸੀਗਾ ਤੇ ਡਾਕਟਰ ਜਸਵੀਰ ਦਾ ਫੋਨ ਆਇਆ, ਮੈਂ ਤੁਰੰਤ ਜੁਆਇਨ ਕੀਤਾ ਲੇਕਿਨ ਆਈ ਮਿਸ ਦੀ ਪਾਰਟ ਡਾਕਟਰ ਬਲਦੇਵ ਸਿੰਘ ਨੇ ਜਿਹੜੀ ਗੱਲਬਾਤ ਕੀਤੀ ਸੀਗੀ। ਬਟ ਇਹ ਬਿਲਕੁਲ ਸਹੀ ਹੈਗੀ ਕਿ ਲੇਜ਼ਰ ਲੈਵਲਿੰਗ ਤੇ ਤਰਬੱਤਰ ਵਾਲੀ ਜਿਹੜੀ ਟੈਕਨੀਕ ਹੈ ਇਹ ਕਿਸਾਨਾਂ ਨੂੰ ਕਾਫੀ ਫਾਇਦੇਮੰਦ ਰਹੀ ਹੈਗੀ। ਤੇ ਖਾਸ ਕਰਕੇ ਜਿਹੜੀ ਗੱਲਬਾਤ ਹੋਈ ਸੀ ਕਿ ਬਈ ਪਹਿਲੀ ਇਰੀਗੇਸ਼ਨ ਜਿਹੜੀ ਹੈਗੀ ਉਹ ਕਿੰਨੇ ਦਿਨਾਂ ਬਾਅਦ ਦੇਵਾਂਗੇ। ਕਈ ਫਾਰਮਰ ਨੇ ਤਜਰਬੇ ਕੀਤੇ ਸੀ, ਕੋਈ 18 ਦਿਨਾਂ ਬਾਅਦ ਪਾਣੀ ਦਿੱਤਾ ਸੀ, ਕੁਝ ਥੋੜੇ 1-2 ਦਿਨ ਬਾਅਦ ਵੀ ਦਿੱਤਾ। ਰਲੇ ਮਿਲੇ ਸੇ ਮੈਨੂੰ ਲੱਗਦਾ ਹੈ ਰਿਜ਼ਲਟਸ ਹੈਗੇ। ਕਈ ਕਿਸਾਨਾਂ ਨਾਲ ਅਸੀਂ ਇੰਟਰਵਿਊ ਵੀ ਲਿਆ ਤੇ ਉਹਨਾਂ ਨੂੰ ਇੱਕ ਸਰਵੇ ਕੀਤਾ ਸੀ ਤੇ ਸਰਵੇ ਵਿੱਚ ਜਿਹੜੀ ਰਿਪੋਰਟ ਆਈ ਉਹ ਥੀ 16 ਜਾਂ 17% ਜਿਹੜੇ ਫਾਰਮਰ ਸੀਗੇ ਉਹਨਾਂ ਦਾ ਜਿਹੜਾ ਝਾੜ ਹੈ ਉਹ ਐਕਸਪੈਕਟੇਸ਼ਨ ਤੋਂ ਘਟ ਰਿਹਾ ਸੀਗਾ। ਬਟ ਫਿਰ ਵੀ यदि इकोनॉमिक्स वाइज ਆਪਾਂ ਕੈਲਕੂਲੇਟ ਕਰਦੇ ਹਾਂ ਤਾਂ ਉਹ ਐਟ ਪਾਰ ਹੀ ਹੋ ਜਾਂਦਾ ਹੈ ਇਹਦੇ DSR ਦੇ। ਮੇਰਾ ਇੱਥੇ ਡਾਕਟਰ ਸਾਹਿਬ ਅਸੀਂ ਦੇਖੋ ਤੁਹਾਡੀ ਰਹਿਨੁਮਾਈ ਵਿੱਚ ਕਿਉਂਕਿ DSR ਦੀ ਗੱਲਬਾਤ ਕਰਦੇ ਹਾਂ, ਡਾਕਟਰ ਬੁੱਲਰ ਹੈ, ਡਾਕਟਰ ਜਸਵੀਰ ਹੈ, ਐਗਰੋਨੋਮੀ ਦੇ ਹੋਰ ਸਾਇੰਟਿਸਟ ਹੈਗੇ, ਉਹਨਾਂ ਦੀ ਅਗਵਾਈ ਵਿੱਚ ਅਸੀਂ ਫਿਰ ਇਸ ਵਾਰ ਪੂਰਾ ਉਹ ਮਤਲਬ ਅਸੀਂ ਹੁਣ ਹਫ਼ਤੇ ਬਾਅਦ ਇੱਕ ਵਰਕਸ਼ਾਪ ਵੀ ਕਰਾਂਗੇ ਕਿ ਕਿਸ ਤਰ੍ਹਾਂ ਤੋਂ ਆਪ ਨੂੰ ਅੱਗੇ ਲੈ ਕੇ ਅਸੀਂ ਫਿਰ ਕਿਉਂਕਿ 5 ਲੱਖ ਹੈਕਟੇਅਰ ਵਿੱਚ ਜਿਹੜਾ ਏਰੀਆ ਹੈ ਸੀਗਾ ਉਸਨੂੰ ਯਦਿ ਅਸੀਂ ਸਸਟੇਨ ਕਰ ਦੇਵਾਂ ਬਹੁਤ ਬੜੀ ਗੱਲਬਾਤ ਹੋਗੀ ਤੇ ਬੜੇ ਪੱਧਰ ਤੋਂ ਆਪਾਂ ਕੈਲਕੂਲੇਟ ਕਰੀਏ ਪਾਣੀ ਦੀ ਬੜੀ ਬਚਤ, ਕਿਸਾਨਾਂ ਨੂੰ ਉਸਦੀ ਸੇਵਿੰਗ ਵੀ ਕਾਫੀ ਹੋਈ ਹੈਗੀ। ਤੇ ਮੈਨੂੰ ਲੱਗਦਾ ਹੈ ਕਿ ਇਹਦੇ ਵਾਸਤੇ ਅਸੀਂ ਇੱਕ ਜਿਹੜਾ ਉਹ ਵਰਕਸ਼ਾਪ ਕਰ ਰਹੇ ਹੈਗੇ ਡਾਕਟਰ ਜਸਕਰਨ ਸਿੰਘ ਮਹਿਲ ਤੇ ਅਸੀਂ ਮਿਲ ਕੇ ਸਾਰੇ ਕਿਸਾਨ KVK ਨਾਲ ਇੱਕ ਕੰਬਾਈਨ ਸਟ੍ਰੈਟਜੀ ਬਣਾ ਕੇ ਤੁਹਾਨੂੰ ਇਨਵਾਈਟ ਕਰਾਂਗੇ ਉਸ ਪ੍ਰੋਗਰਾਮ ਵਿੱਚ। ਤੇ ਮੈਂ ਇਹੀ ਚਾਹ ਰਿਹਾ ਵੀ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਬਾਰੇ ਮੈਂ ਅਵੇਅਰ ਕੀਤਾ ਜਾਵੇ ਤੇ ਫਿਰ ਉਹਨਾਂ ਨੂੰ ਬਈ ਕਿਉਂਕਿ ਇੱਕ ਸਾਲ ਵਿੱਚ ਪੂਰਾ ਐਕਸਪੀਰੀਅੰਸ ਨਹੀਂ ਹੁੰਦਾ ਫਾਰਮਰ ਦਾ, ਬਈ ਥੋੜਾ ਮੋਟਾ ਗਲਤੀਆਂ ਰਹਿ ਜਾਂਦੀ ਹੈ। ਜਿਸ ਤਰ੍ਹਾਂ ਪਲਾਂਟ ਪੋਪੂਲੇਸ਼ਨ ਦੀ ਗੱਲ ਕਰ ਰਹੇ ਸੀਗੀ, ਅਰਲੀ ਸਟੇਜ ਵਿੱਚ ਥੋੜਾ ਪੀਲਾਪਣ ਵੀ ਆਇਆ ਸੀਗਾ ਤੇ ਆਇਰਨ ਦੀ ਡੈਫੀਸ਼ੀਐਂਸੀ ਜਿਸ ਤਰ੍ਹਾਂ ਸੀ ਆਈ। ਬਟ ਇਹ ਚੀਜ਼ ਹੁਣ ਫਾਰਮਰ ਖੁਦ ਮੈਨੂੰ ਲੱਗਦਾ ਹੈ ਪੂਰੀ ਤਰ੍ਹਾਂ ਪਛਾਣ ਲੈਂਦੇ ਆ ਵੀ ਇੱਥੇ ਫਿਰ ਸਭ ਸਪਰੇ ਕਰਨਾ ਜ਼ਰੂਰੀ ਹੈਗਾ। ਮੈਂ ਸਕਦਾ ਇਹ ਜਿਹੜਾ ਆਉਣ ਵਾਲਾ ਸੀਜ਼ਨ ਹੈਗਾ ਇਹ ਸਾਡੇ ਵਾਸਤੇ ਬਹੁਤ ਬੜਾ ਚੈਲੰਜ ਹੈਗਾ। ਕਿਸ ਤਰ੍ਹਾਂ ਪੂਰਾ ਹਮਲਾ ਮਾਰ ਕੇ ਆਪਾਂ ਇਸ ਏਰੀਆ ਨੂੰ ਯਦੀ ਸਸਟੇਨ ਕਰ ਜਾਂਦੇ ਹਾਂ ਤੇ ਇੱਕ ਬਹੁਤ ਬੜੀ ਬਾਤ ਹੋਗੀ ਡਾਕਟਰ ਸਾਹਿਬ। ਤੇ ਮੈਂ ਇੱਕ ਵਾਰ ਫਿਰ ਆਪ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਹੀ ਇੰਪੋਰਟੈਂਟ ਡਿਸਕਸ਼ਨ
मैं थोड़ा सा अर्ली स्टेज में मिस भी कर गया, कोई गल नहीं। फिर आप एक और वर्कशॉप करके ते पूरी स्ट्रैटेजी वीक वाइज स्ट्रैटेजी के किस तरह आगे जाना है तो किसानों ਨੂੰ किस तरह रले ਵਿੱਚ जोड़ना है। मैं पूरी टीम ਨੂੰ ਵਧਾਈਆਂ ਦਿੰਦਾ ਹੈ ਇਸ ਜਿਹੜਾ ਡਿਸਕਸ਼ਨ ਤੁਸੀਂ ਕਰ ਰਹੇ ਹੋ ਤੇ ਇਹਦੀ ਜਿਹੜੀ ਕੁਝ ਬਹੁਤ ਹੀ ਵਧੀਆ ਚੀਜ਼ਾਂ ਜਿਹੜੀਆਂ ਹੈਗੀ ਉਹ ਹਾਈਲਾਈਟ ਕਰਾਂਗੇ ਤੇ ਜਿੱਥੇ ਥੋੜੀ ਕਮੀਆਂ ਰਹੀ ਹੈਗੀ ਉਹਦੇ ਉੱਤੇ ਫਿਰ ਰਿਸਰਚ ਕਰਕੇ ਤੇ ਆਪਸ ਵਿੱਚ ਇੱਕ ਆਈ ਮੀਨ डिस्कस करके आप सोल्यूशन लभांगे उन चीज़ों का। ते रही मशीनों की गल डॉक्टर साहब, तो लास्ट ईयर भी तुसीं जानते हो कि भाई ईवन जीरो टिल ते हैप्पी सीडर ने भी कन्वर्ट करके आप सोइंग की सीगी ते हुण मैनूं लगदा काफ़ी फार्मर इहदे बारे अवेयर हैगे ते एग्रीकल्चर डिपार्टमेंट ने भी मशीनां दित्ती हैगी ते आने वाले टाइम विच आपां ने पूरा खेतां में चलना पड़ूगा। किसानां नाल गलबात करके उन्हां नूं कन्विंस करांगे किसी तरह आपां अपने एरिया नूं सस्टेन करिए। कोशिश तो ये करांगे कि इस तो और आगे बढ़िया, क्योंकि कई फार्मर ऐसे जो बाद में फोन करे सी भाई असीं लूजर रहे हैं, सानू भी ये अपनानी चाहिए सी। उन किसानों नूं मैं पूरा डाटा उन्हां दा मोबाइल फोन वगैरह साडे कोल हैगे, असीं उन्हां नूं पूरा कॉन्टैक्ट करके ते इस बारे में और सचेत करांगे ताकि इसका एरिया बढ़ा सकी आपां। तो मैं डॉक्टर बुल्लर ते आपकी ताड़ी सारी टीम नूं बहुत बहुत बधाई दिंदा इस स्पेशल टॉक के लिए। धन्यवाद। थैंक यू डॉक्टर राजवीर, ਤੁਸੀਂ ਇਹਦੇ ਬਾਰੇ ਦੱਸਿਆ ਤਾਂ ਕੁਛ। ਹਾਂ, ਅਸੀਂ ਤੁਹਾਡੇ ਨਾਲ ਪੂਰਾ ਐਗਰੀ ਕਰਦੇ ਹਾਂ ਕਿ ਪਿਛਲਾ ਸਾਲ ਆ ਜਿਹੜਾ ਇੱਕ ਤਰ੍ਹਾਂ ਨਾਲ ਟੈਕਨੀਕ ਬਿਲਕੁਲ ਨਵੀਂ ਸੀ, ਵੱਡੇ ਪੱਧਰ ਤੇ ਅਡਾਪਸ਼ਨ ਹੋਈ, ਸੋ ਟ੍ਰੇਨਿੰਗ ਦਾ ਅਸੀਂ ਉਹਨੂੰ ਸਾਲ ਮੰਨਦੇ ਹਾਂ। ਪਰ ਇਹ ਟ੍ਰੇਨਿੰਗ ਦੇ ਵਿੱਚ ਵੀ ਸਾਡੇ ਕਿਸਾਨ ਵੀਰ ਆ ਜਿਹੜੇ ਬਹੁਤ ਕਾਮਯਾਬ ਰਹੇ। ਕਈ ਮੁਸ਼ਕਲਾਂ ਆਈਆਂ, ਉਹਨਾਂ ਨੇ ਆਪਣੇ ਲੈਵਲ ਤੇ ਵੀ ਹੱਲ ਕੀਤੀਆਂ। ਸੋ ਜਿਹੜੇ ਝਾੜ ਦੀ ਗੱਲ ਕਰਦੇ ਆ ਜੀ, ਝਾੜ ਹਾਂ ਕਈ, ਕਿਉਂਕਿ ਪਹਿਲਾ ਸਾਲ ਸੀਗਾ, ਕਿਤੇ ਥੋੜਾ ਬਹੁਤਾ ਘਟ ਵੀ ਗਿਆ, ਪਰ ਆਪਾਂ ਕਹਿੰਦੇ ਮੁਨਾਫਾ ਜਿਹੜਾ ਜ਼ਿਆਦਾ ਇੰਪੋਰਟੈਂਟ ਆ। ਸਾਨੂੰ ਕੁਝ ਕਿਸਾਨਾਂ ਨਾਲ ਗੱਲ ਹੋਈ, ਉਹ ਕਹਿੰਦੇ ਜੀ 2-2.5 ਕੁਇੰਟਲ ਦਾ ਝਾੜ ਤਾਂ ਕਹਿੰਦਾ ਜਿਹੜੇ ਇਹ ਮੁਨਾਫੇ ਦੇ ਵਿੱਚ ਹੀ ਕਵਰ ਹੋ ਜਾਂਦਾ ਹੈ। ਇੱਕ ਕੁਝ ਫਾਰਮਰ ਕਹਿੰਦੇ ਜੇ ਸਾਡਾ ਜ਼ਿਆਦਾ ਵੀ ਘਟ ਜੇ ਨਾ ਡਾਕਟਰ ਸਾਹਿਬ, ਸਾਨੂੰ ਜਿਹੜਾ ਫਾਇਦਾ ਹੋਇਆ, ਕਹਿੰਦਾ ਅਸੀਂ ਨਾ ਵੀ ਸੱਪਾਂ ਦੀਆਂ ਸਿਰੀਆਂ ਨਹੀਂ ਮਿੱਧੀਆਂ। ਮੈਂ ਕਿਹਾ ਵੀ ਉਹ ਕੀ? ਕਹਿੰਦਾ ਅੱਗੇ ਸਾਡੀ ਰਾਤ ਨੂੰ ਵਾਰੀ ਹੁੰਦੀ ਸੀ, ਜਦੋਂ ਕੱਦੂ ਕਰਕੇ ਲਾਇਆ ਹੁੰਦਾ ਰਾਤ ਨੂੰ ਭਜਦੇ ਸੀ, ਅੱਧੀ ਰਾਤ ਨੂੰ ਵੀ ਯਾਰ ਪਾਣੀ ਛੱਡਣਾ। ਕਹਿੰਦਾ ਜੀ ਅਸੀਂ ਸਾਰੇ ਸੀਜ਼ਨ 'ਚ ਕਿਤੇ ਰਾਤ ਨੂੰ ਖੇਤ ਨਹੀਂ ਗਏ। ਦੂਜਾ ਸਾਡਾ ਜਨਰੇਟਰ ਆ ਜਿਹੜਾ 2-2 3-3 ਢੋਲ ਬਲਦੇ ਸੀ, ਸੋ ਉਹ ਕਹਿੰਦਾ ਜੀ ਅਸੀਂ ਕਹਿੰਦਾ ਜੀ ਬਹੁਤ ਸੌਖੇ ਰਹੇ ਆ। ਕਹਿੰਦੇ ਵੀ ਜਿਵੇਂ ਕਣਕ ਦੀ ਖੇਤੀ ਕਰਦੇ ਸੀ ਅਸੀਂ ਉਵੇਂ ਹੀ ਕਰਦੇ ਆ। ਪਰ ਇੱਕ ਥੋੜੀ ਜਿਹੀ ਇੱਥੇ ਨਾ ਜੀ ਪਿਛਲੇ ਸਾਲ ਅਸੀਂ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਜਦੋਂ ਇੱਕ ਵਾਰੀ DSR ਪੂਰਾ ਐਸਟੈਬਲਿਸ਼ ਹੋ ਗਿਆ 1.5 ਮਹੀਨੇ ਬਾਅਦ, ਉਸ ਤੋਂ ਬਾਅਦ ਅਸੀਂ ਨਾ ਕੋਸ਼ਿਸ਼ ਕੀਤੀ ਵੀ ਇਹਨੂੰ ਵੀ ਕੱਦੂ ਵਾਲੇ ਵਾਂਗੂ ਨਾ ਪਾਣੀ ਖੜਾਉਣ ਦੀ ਕੋਸ਼ਿਸ਼ ਕਰੀਏ। ਸੋ ਇਹਦੇ 'ਚ ਪਾਣੀ ਆ ਜਿਹੜਾ ਖੜਨਾ ਨੀ ਗਾ, ਬਿਲਕੁਲ ਪਾਣੀ ਖੜਨਾ ਨਹੀਂ, ਕਿਉਂਕਿ ਈਵਨ ਕਈ ਕਿਸਾਨਾਂ ਨੇ ਇਹ ਕਿਹਾ ਵੀ ਸਾਡੇ ਜਿਹੜੇ ਨੀਵੇਂ ਥਾਂ ਸੀਗੇ ਜਿੱਥੇ ਕੱਦੂ ਵਾਲਾ ਝੋਨਾ ਸਾਡਾ ਡੁੱਬ ਜਾਂਦਾ ਸੀ ਮੀਂਹ ਕਰਕੇ, ਜਿੱਥੇ ਅਸੀਂ ਸਿੱਧਾ ਲਾਇਆ ਉਹ ਕਹਿੰਦਾ ਜੀ 2-3 ਦਿਨਾਂ ਸਾਰਾ ਪਾਣੀ ਚੀਰ ਗਿਆ, ਸਾਡਾ ਝੋਨਾ ਉੱਥੇ ਕਾਮਯਾਬ ਰਿਹਾ। ਸੋ ਪਾਣੀ ਖੜਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਨਾ ਹੀ ਪਾਣੀ ਇਹ 'ਚ ਖੜਨਾ ਹੈ। ਪਾਣੀ ਉੱਡੂਗਾ, ਜ਼ਿਆਦਾ ਨੁਕਸਾਨ ਹੋਊਗਾ। ਸੋ ਆਪਾਂ ਇਹਨੂੰ ਸਲਾਬਾ ਰੱਖਣਾ ਬਸ। ਸੋ ਜੇ ਜ਼ਿਆਦਾ ਪਾਣੀ ਲਾਵਾਂਗੇ ਤਾਂ ਬਿਮਾਰੀਆਂ ਜ਼ਿਆਦਾ ਲੱਗਣੀਆਂ, ਬਿਮਾਰੀਆਂ ਦੀ ਗੱਲ ਵੀ ਹੋਈ ਸੀ। ਸੋ ਇੱਥੇ ਹੁਣ ਬਿਮਾਰੀਆਂ ਵੈਸੇ ਤਾਂ ਇਹ ਵੀ ਕਿਸਾਨਾਂ ਨੇ ਕਿਹਾ ਸੀ ਸਿੱਧੀ ਬਿਜਾਈ ਵਾਲੇ ਖੇਤੇ ਬਿਮਾਰੀ ਲੱਗੀ ਬਹੁਤ ਘੱਟ, ਪਰ ਫਿਰ ਵੀ ਆਪਾਂ ਬਿਮਾਰੀ ਲੱਗਣੀ ਨਾ ਦਈਏ। ਇਹਦੇ ਲਈ ਸਾਡੇ ਡਾਕਟਰ ਅਮਰਜੀਤ ਸਿੰਘ ਜੋ ਕਿ ਸਾਡੇ ਮੁੱਖ ਸਾਡੇ ਪਲਾਂਟ ਪੈਥੋਲੋਜਿਸਟ ਨੇ, ਵੀ ਡਾਇਰੈਕਟ ਸੀਡਡ ਰਾਈਸ ਦੇ ਵਿੱਚ ਬਿਮਾਰੀਆਂ ਦੀ ਸਹੀ ਰੋਕਥਾਮ ਕਿਵੇਂ ਕਰਨੀ ਆ, ਕਿਹੜੀ ਸਟੇਜ ਤੇ ਕਰਨੀ ਆ, ਵੀ ਤਾਂ ਕਿ ਫਾਰਮਰਾਂ ਨੂੰ ਸਪਰੇਆਂ ਕਰਨ ਦੀ ਜ਼ਰੂਰਤ ਹੀ ਨਾ ਪਵੇ। ਸੋ ਡਾਕਟਰ ਅਮਰਜੀਤ ਸਿੰਘ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਬਿਮਾਰੀਆਂ ਰੋਕਥਾਮ ਬਾਰੇ ਆਪਣੇ ਵਿਚਾਰ ਸ਼ੇਅਰ ਕਰਨ ਜੀ। ਡਾਕਟਰ ਅਮਰਜੀਤ ਅਨਮਿਊਟ ਕਰ ਲਓ ਜੀ। ਡਾਕਟਰ ਸਾਹਿਬ ਅਨਮਿਊਟ ਕਰ ਲਓ ਡਾਕਟਰ ਅਮਰਜੀਤ। ਡਾਕਟਰ ਅਮਰਜੀਤ ਤੁਸੀਂ ਮਿਊਟ ਹੋ ਜੀ, ਅਨਮਿਊਟ ਕਰ ਲਓ ਆਪਣੇ ਆਪ ਨੂੰ। ਹਾਂਜੀ ਹੁਣ ਠੀਕ ਹੈ ਜੀ ਡਾਕਟਰ ਸਾਹਿਬ, ਠੀਕ ਹੈ ਜੀ, ਓਕੇ। ਸੋ ਜਿਹੜਾ ਬਿਮਾਰੀਆਂ ਜਿਹੜੀਆਂ ਹੈਗੀਆਂ ਜਿੱਥੋਂ ਤੱਕ ਇਹਨਾਂ ਦਾ ਸੰਬੰਧ ਆ, ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਗੱਲ ਆ ਵੀ ਬੀਜ ਜਿਹੜਾ ਹੈਗਾ ਉਹ ਰੋਗ ਰਹਿਤ ਫਸਲ ਤੋਂ ਲੈਣਾ ਚਾਹੀਦਾ। ਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਬੀਜ ਰਾਹੀਂ ਜਾਂਦੀਆਂ ਨੇ ਤੇ ਕੁਝ ਕੁ ਬਿਮਾਰੀਆਂ ਜਿਹੜੀਆਂ ਜ਼ਮੀਨ ਰਾਹੀਂ। ਸੋ ਇਸ ਲਈ ਇਹਦਾ ਸਭ ਤੋਂ ਵਧੀਆ ਇਲਾਜ ਇਹੀ ਆ ਵੀ ਆਪਾਂ ਬੀਜ ਦੀ ਸੋਧ ਕਰਨੀ। ਸੋ ਬੀਜ ਸੋਧਣ ਦੇ ਲਈ ਬਾਕੀ ਪ੍ਰਕਿਰਿਆ ਜਿਵੇਂ ਆਪਾਂ ਬੀਜ ਨੂੰ ਪਹਿਲਾਂ 8 ਕਿਲੋ ਨਰੋਆ ਬੀਜ ਚੁਣਨਾ, ਪਾਣੀ 'ਚ ਭਿਉਂ ਲੈਣਾ ਤੇ ਨਰੋਆ ਚੁਣ ਕੇ ਤੇ ਉਸ ਬੀਜ ਨੂੰ ਆਪਾਂ ਸੁਕਾ ਲੈਣਾ।
10-12 ਘੰਟੇ ਲਈ ਭਿਉਣ ਤੋਂ ਬਾਅਦ। ਉਸ ਤੋਂ ਬਾਅਦ 24 ਗ੍ਰਾਮ ਸਪਰਿੰਟ ਹੈਗੀ ਆ, ਸਪਰਿੰਟ ਉਲੀਨਾਸ਼ਕ ਜਿਹੜੀ ਆ ਪਿਛਲੀ ਵਾਰੀ ਇਹ ਸਿਫਾਰਿਸ਼ ਕੀਤੀ ਆ। ਇਹ 24 ਗ੍ਰਾਮ ਨੂੰ ਅਸੀਂ 80 ਤੋਂ ਲੈ ਕੇ 100 ਮਿਲੀਲੀਟਰ ਪਾਣੀ 'ਚ ਮਿਲਾ ਕੇ ਚੰਗੀ ਤਰ੍ਹਾਂ ਬੀਜ ਦੇ ਉੱਤੇ ਮਲ ਦੇਣਾ। ਤੋਂ ਉਸ ਤੋਂ ਬਾਅਦ ਇਹਦੀ ਬਿਜਾਈ ਕਰ ਦੇਣੀ ਆ। ਤੋਂ ਇਹਦੇ ਰਾਹੀਂ ਜਿਹੜੀਆਂ ਮੇਨ ਮੁੱਖ ਤੌਰ ਤੇ ਜਿਵੇਂ ਭੂਰੇ ਧੱਬਿਆਂ ਦਾ ਰੋਗ ਆ, ਬਾਅਦ 'ਚ ਕਾਫੀ ਇੱਥੇ ਆ ਜਾਂਦਾ, ਬਲਾਸਟ ਆ, ਤੇ ਇਸੇ ਤਰ੍ਹਾਂ ਹੀ ਜ਼ਮੀਨ ਦੇ ਵਿੱਚੋਂ ਜਿਹੜੀ ਸ਼ੀਤ ਬਲਾਈਟ ਆ ਉਹਦੇ ਕਣ ਵੀ ਜਦੋਂ ਅਸੀਂ ਬੀਜ ਸੋਧ ਕੇ ਬੀਜਦੇ ਹਾਂ ਤੇ ਇਹ ਬਿਮਾਰੀਆਂ ਜਿਹੜੀਆਂ ਘੱਟ ਲੱਗਣਗੀਆਂ। ਤੇ ਸਾਡਾ ਤਕਰੀਬਨ ਖਰਚਾ ਵੀ ਜਿਹੜਾ ਹੈਗਾ ਤੇ ਬਹੁਤ ਘੱਟ ਆਉਂਦਾ, 30 ਰੁਪਏ ਤੋਂ ਘੱਟ ਜਿਹੜਾ ਹੈਗਾ ਇਹ ਪਰ ਏਕੜ ਦਾ ਜਿਹੜਾ ਹੈਗਾ ਇੱਥੇ ਖਰਚਾ ਆਉਂਦਾ। ਇਸ ਕਰਕੇ ਅਸੀਂ ਬੀਜ ਦੀ ਸੋਧ ਕਰਕੇ ਫੇਰ ਹੀ ਜਿਹੜਾ ਹੈਗਾ ਉਹਦੀ ਬਿਜਾਈ ਕਰੀਏ। ਬਿਮਾਰੀਆਂ ਨੂੰ ਸ਼ੁਰੂ ਤੋਂ ਹੀ ਜਿਹੜਾ ਹੈਗਾ ਆਪਾਂ ਕਾਬੂ 'ਚ ਰੱਖ ਸਕਦੇ ਹਾਂ। ਤੇ ਬਾਅਦ ਦੇ ਵਿੱਚ ਕਈ ਬਿਮਾਰੀਆਂ ਅਜਿਹੀਆਂ ਨੇ ਜਿਨ੍ਹਾਂ ਦਾ ਆਪਣੇ ਕੋਲ ਇਲਾਜ ਨਹੀਂ ਹੁੰਦਾ। ਸਿੱਧੀ ਬਿਜਾਈ ਵਾਲੇ ਝੋਨੇ ਬਾਰੇ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ, ਕਿਉਂਕਿ ਪਾਣੀ ਘੱਟ ਲੱਗਦੇ ਨੇ, ਜ਼ਿਆਦਾ ਚਿਰ ਖੜੇ ਨਹੀਂ ਰਹਿੰਦੇ, ਇਸ ਕਰਕੇ ਹਿਊਮਿਡਿਟੀ ਜਿਹੜੀ ਹੈਗੀ ਆ ਸਿੱਲ ਘਟ ਜਾਂਦੀ ਹੈ ਤੇ ਉਹਦੇ ਨਾਲ ਬਾਕੀ ਵੀ ਜਿਹੜੀਆਂ ਬਿਮਾਰੀਆਂ ਨੇ ਉਹ ਘੱਟ ਲੱਗਦੀਆਂ। ਇਸ ਤੋਂ ਇਲਾਵਾ ਕੋਈ ਹੋਰ ਸਵਾਲ ਹੋਵੇ ਜ਼ਿਮੀਂਦਾਰਾਂ ਦਾ ਆਪਾਂ ਸਾਂਝਾ ਕਰਾਂਗੇ। ਧੰਨਵਾਦ ਡਾਕਟਰ ਅਮਰਜੀਤ ਸਿੰਘ ਜੀ। ਸੋ ਜਿਸ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਵੀ ਬਿਜਾਈ ਕੇ ਬਾਅਦ ਸਪਰੇਆਂ ਕਰਨ ਦੇ ਸਸਤਾ ਜਿਹੜਾ ਕੰਮ ਹੈਗਾ ਬਿਮਾਰੀਆਂ ਰੋਕਥਾਮ ਕਰਨ ਦਾ, ਬੀਜ ਨੂੰ ਸੋਧ ਕੇ ਬੀਜ ਲਓ, ਜ਼ਿਆਦਾਤਰ ਬਿਮਾਰੀ ਹੈ ਜਿਹੜੀ ਲੱਗਦੀ ਨਹੀਂ। ਸੋ ਹੁਣ ਸਾਡੇ ਨਾਲ ਇੱਕ ਫਾਰਮਰ ਆ ਸਰਦਾਰ ਪਲਵਿੰਦਰ ਸਿੰਘ, ਸੋ ਫਤਿਹਗੜ੍ਹ ਸਾਹਿਬ ਤੋਂ ਜੁੜ ਚੁੱਕੇ ਨੇ। ਕਾਫੀ ਉਹਨਾਂ ਦਾ ਤਜਰਬਾ ਝੋਨੇ ਸਿੱਧੀ ਬਿਜਾਈ ਦਾ। ਸੋ ਮੈਂ ਰਿਕੁਐਸਟ ਕਰੂੰਗਾ ਡਾਕਟਰ ਮਿਸਟਰ ਪਲਵਿੰਦਰ ਸਿੰਘ ਨੂੰ ਕਿ ਆਪਣੇ ਜਿਹੜੇ ਤਜਰਬੇ ਨੇ ਝੋਨੇ ਸਿੱਧੀ ਬਿਜਾਈ ਬਾਰੇ ਉਹ ਸਾਡੇ ਨਾਲ ਸ਼ੇਅਰ ਕਰਨ। ਸਰਦਾਰ ਪਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ ਪਲਵਿੰਦਰ ਸਿੰਘ ਜੀ। ਸਾਰੇ ਕਿਸਾਨ ਵੀਰਾਂ ਨੂੰ ਮੇਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਜਿਹੜਾ ਸਿੱਧੀ ਬਿਜਾਈ ਦਾ ਜੀ, ਮੈਂ 2010 ਤੋਂ ਜਿਹੜੀ ਹੈਗੀ ਝੋਨੇ ਦੀ ਸਿੱਧੀ ਬਿਜਾਈ ਕਰਦਾ ਸੀਗਾ। ਉਦੋਂ ਜਿਹੜੀ ਹੈਗੀ ਟੈਕਨੋਲੋਜੀ ਸੀਗੀ ਉਹ ਸੁੱਕੇ ਦੇ ਵਿੱਚ ਬਿਜਾਈ ਕਰਕੇ ਬਾਅਦ ਚ ਪਾਣੀ ਲਾਉਂਦੇ ਸੀ। ਪਰ ਪਿਛਲੇ ਸਾਲਾਂ 'ਚ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨਵੀਂ ਜਿਹੜੀ ਤਕਨੀਕ ਦਿੱਤੀ ਜੀ, ਲੱਕੀ ਸੀਡ ਡਰਿੱਲ ਦੀ, ਤੇ ਉਹਦੇ ਨਾਲ ਆਪਾਂ ਬਿਜਾਈ ਕੀਤੀ ਕਾਫੀ ਏਰੀਆ ਦੇ ਵਿੱਚ, ਜਿਹਦਾ ਜਿਹੜੇ ਰਿਜ਼ਲਟ ਨੇ ਬੜੇ ਪੋਜ਼ਿਟਿਵ ਆਏ। ਤੇ ਜਿਹੜੀ ਮੇਰਾ ਪੁਰਾਣਾ ਤਜਰਬਾ ਦੱਸਦਾ ਸੀਗਾ ਵੀ ਜਿੱਦਾਂ ਜਿਹੜੇ ਨਦੀਨ ਨੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਜਾਂਦੇ ਸੀ ਤੇ ਉਹਦੇ ਕਰਕੇ ਆਪਾਂ ਬੜੀ ਘੱਟ ਜਗ੍ਹਾ ਦੇ ਵਿੱਚ ਹੀ ਲਾ ਕੇ ਤਜਰਬਾ ਕਰਦੇ ਸੀ। ਤੇ ਕੋਈ ਜ਼ਿਆਦਾ ਵਧੀਆ ਦਵਾਈ ਵੀ ਹੈ ਨਹੀਂ ਸੀਗੀ ਜਿਹੜੀ ਨਦੀਨਾਂ ਨੂੰ ਕੰਟਰੋਲ ਕਰੇ, ਲੇਬਰ ਬੜੀ ਮਹਿੰਗੀ ਪੈਂਦੀ ਸੀ। ਪਰ ਪਿਛਲੇ ਸਾਲ ਜਿਹੜਾ ਕਰੋਨਾ ਦੇ ਕਰਕੇ ਲੇਬਰ ਦੀ ਸ਼ਾਰਟੇਜ ਆ ਗਈ ਤੇ ਆਪਾਂ ਫਿਰ ਜਿਹੜੀ ਲੱਕੀ ਸੀਡ ਡਰਿੱਲ ਨਾਲ ਬਿਜਾਈ ਕੀਤੀ, ਜਿਹੜੀ ਤਰਵੱਤਰ ਦੇ ਵਿੱਚ ਯੂਨੀਵਰਸਿਟੀ ਨੇ ਟੈਕਨੋਲੋਜੀ ਦਿੱਤੀ, ਉਹਦੇ ਵਿੱਚ ਜਿਹੜੀ ਸਭ ਤੋਂ ਵਧੀਆ ਚੀਜ਼ ਸੀਗੀ ਉਹ ਸੀ ਵੀ ਜਿਹੜਾ ਇੱਕ ਪਿੱਛੇ ਪ੍ਰੈਸ ਵੀਲ ਲਾਇਆ। ਉਹ ਪ੍ਰੈਸ ਵੀਲ ਦੇ ਨਾਲ ਇੱਕ ਜਿਹੜੀ ਸਿਆੜ ਵਾਲੀ ਜਗ੍ਹਾ ਸੀ ਡਾਕਟਰ ਸਾਹਿਬ, ਉਹਦੇ ਤੇ ਇੱਕ ਮਿੱਟੀ ਦੀ ਇੱਕ ਵੱਟ ਜੀ ਬਣ ਗਈ। ਤੇ ਪਿਛਲੇ ਸਾਲ ਜਿਹੜਾ ਮੀਂਹ ਦੀ ਕਾਫੀ ਸਮੱਸਿਆ ਰੇਨ ਹੋਈ ਤੇ ਉਹਦੇ ਨਾਲ ਜਿਹੜੀ ਹੈਗੀ ਆ ਕਰੰਟ ਹੋਣ ਦੀ ਸਮੱਸਿਆ ਜ਼ਿਆਦਾ ਹੋ ਗਈ ਸੀ। ਪਰ ਜਿਹੜੀ ਆਪਾਂ ਲੱਕੀ ਸੀਡ ਡਰਿੱਲ ਨਾਲ ਬਿਜਾਈ ਕੀਤੀ ਉਹਦੇ ਤੇ ਜਿਹੜੀ ਕਰੰਟ ਆ ਉਹ ਦੂਜੀ ਦੇ ਮੁਕਾਬਲੇ ਬਹੁਤ ਘੱਟ ਹੋਈ, ਕਿਉਂਕਿ ਉਹ ਪਾਣੀ ਆ ਜਿਹੜਾ ਸਿਆੜ ਦੇ ਬਿਲਕੁਲ ਗੱਬੇ ਖੜਿਆ, ਨਾ ਕਿ ਸਿਆੜ ਦੇ ਉੱਤੇ ਖੜਿਆ ਜੀ। ਤੇ ਜਿਹੜੀ ਲੱਕੀ ਸੀਡ ਡਰਿੱਲ ਆ ਉਹਦੇ ਨਾਲ ਜਿੰਨਾ ਮੈਂ ਏਰੀਆ ਬੀਜਿਆ ਸੀ ਉਹਦੇ ਵਿੱਚ ਤਕਰੀਬਨ, ਜਿਨ੍ਹਾਂ ਨੂੰ ਨਹੀਂ ਜਾਣਕਾਰੀ ਸੀ, ਉਹਦੇ ਵਿੱਚ ਕੋਈ 20-25 ਏਕੜ ਲੋਕਾਂ ਨੇ ਵਾਹੀ ਕੀਤੀ ਆ, ਬਾਕੀ ਸਾਰੀ ਉਹ ਰੱਖੀ ਗਈ। ਤੇ ਤਕਰੀਬਨ 1-2 ਜਿਹੜੇ ਕਿਸਾਨ ਨੇ, ਮੈਂ ਉਹਨਾਂ ਨਾਲ ਬਾਅਦ ਚ ਗੱਲ ਕੀਤੀ ਜਦੋਂ ਹਾਰਵੈਸਟਿੰਗ ਦਾ ਸਮਾਂ ਦੀ, ਕਿਉਂਕਿ ਮੈਂ ਕਸਟਮਰ ਹਾਇਰਿੰਗ ਦਾ ਵੀ ਕੰਮ ਕਰਦਾ ਜੀ। ਤੇ ਉਹਨਾਂ ਦਾ ਜਿਹੜਾ ਝਾੜ ਸੀਗਾ ਉਹ ਝੂਠ ਬੋਲਣ ਦੇ ਬਰਾਬਰ ਸੀਗਾ, ਵੀ ਇੰਨਾ ਬੰਦਾ ਮੰਨ ਵੀ ਨਹੀਂ ਸਕਦਾ। PR 126 ਵੈਰਾਈਟੀ 26 ਮਈ ਦੀ ਬਿਜਾਈ ਸੀਗੀ ਤੇ ਉਹ 35 ਕੁਇੰਟਲ ਤੱਕ ਵੀ ਝਾੜ ਦਿੱਤਾ ਜੀ ਉਹਨੇ। ਤੇ ਜਿਹੜਾ ਹੁਣ ਇਸ ਵੇਰ ਰੁਝਾਨ ਆ ਜੀ, ਜੇ ਮਤਲਬ ਜਿੱਦਾਂ ਹੁਣ ਵੀ ਕਰੋਨਾ ਕਾਲ ਦੇ ਵਿੱਚ ਲੇਬਰ ਦੀ ਸਮੱਸਿਆ ਲੱਗਦੀ ਆ, ਤਾਂ ਇੱਕ ਇਹ ਜਿਹੜੀ ਟੈਕਨੋਲੋਜੀ ਆ ਉਹ ਇੱਕ ਕ੍ਰਾਂਤੀਕਾਰੀ ਟੈਕਨੋਲੋਜੀ ਬਣੀ ਜਾਊਗੀ, ਕਿਉਂਕਿ ਲੇਬਰ 7000 5000 ਤੋਂ ਲੈ ਕੇ 7000 ਤੱਕ ਵੀ ਲੇਬਰ 1 ਏਕੜ ਦੀ ਮੇਰੇ ਪਿੰਡ ਦੇ ਵਿੱਚ ਲਈ ਹੈ ਜੀ ਲੇਬਰ ਵਾਲਿਆਂ ਨੇ। ਤੇ ਇੰਨੀ ਜ਼ਿਆਦਾ ਲੇਬਰ ਦੇ ਕੇ ਜ਼ਿਮੀਦਾਰ ਦਾ ਕੋਈ ਮਤਲਬ ਨੁਕਸਾਨ ਨਹੀਂ ਹੁੰਦਾ। ਪਰ ਜਿਹੜੀ ਇਹ ਆਪਾਂ DSR ਨਾਲ ਕੀਤੀ, ਇਹਦੇ ਵਿੱਚ ਇੱਕ ਤੇ ਪਾਣੀ ਦੀ ਵੀ ਸੇਵਿੰਗ ਹੋਈ, ਦੂਜਾ ਕੀੜੇ ਮਕੌੜੇ ਦੂਜੀ ਦੇ ਮੁਕਾਬਲੇ ਜ਼ਿਆਦਾ ਘੱਟ ਲੱਗੇ ਜੀ। ਤੇ ਝਾੜ ਆ ਜਿਹੜਾ ਉਹ ਆਲਮੋਸਟ ਬਰਾਬਰ
ਜਾਂ ਵੱਧ ਵੀ ਆਇਆ ਜੀ। ਤੇ ਮੈਂ ਮਤਲਬ ਜਿਹੜਾ ਆਪਣਾ ਮੇਰਾ ਪਰਸਨਲ ਐਕਸਪੀਰੀਅੰਸ ਆ ਜੀ, ਉਹ ਇਹ ਕਹਿੰਦਾ ਵੀ ਜਿਹੜੀ ਹੈਗੀ ਆ ਸਿੱਧੀ ਬਿਜਾਈ ਦੇ ਉੱਤੇ ਜਿੱਦਾਂ ਘੱਟ ਸਮੇਂ ਵਾਲੀਆਂ ਜਿਹੜੀਆਂ ਵੈਰਾਈਟੀਆਂ ਨੇ ਉਹੀ ਲਾਈਆਂ ਜਾਣ, ਉਹੀ ਜ਼ਿਆਦਾ ਕਾਮਯਾਬ ਰਹਿਣਗੀਆਂ। ਲੌਂਗ ਡਿਊਰੇਸ਼ਨ ਜਿਹੜੀ ਵੈਰਾਈਟੀ ਆ ਉਹ ਜ਼ਿਆਦਾ ਇਹਦੇ 'ਚ ਵਧੀਆ ਨਹੀਂ, ਪਰ ਲੋਕਾਂ ਨੇ ਲਾਈਆਂ। ਪੂਸਾ 44 ਵੀ ਲਾਈ ਲੋਕਾਂ ਨੇ, ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਾ ਬਿਜਾਈ ਕਰਕੇ ਆ ਜੀ, ਉਹਨਾਂ ਦੇ ਪੂਸਾ 44 ਵੀ ਵਧੀਆ ਰਹੀ। ਤੇ ਮਤਲਬ ਨਦੀਨਾਂ ਦੀ ਸਮੱਸਿਆ ਵਾਸਤੇ ਜਿੱਦਾਂ ਇਹ ਜਿਹੜੀ ਰੱਖੀ ਸੀ ਡਰਿਲ 'ਚ ਨਾਲ ਦੀ ਨਾਲ ਜਿਹੜੀ ਸਪਰੇਅ ਆ ਸਟੰਪ ਤੇ ਸਾਥੀ 2 ਮਿਕਸ ਕਰਕੇ ਆਪਾਂ ਨੇ ਸਪਰੇਅ ਕਰੀ ਸੀਗੀ ਜੀ। ਤੇ ਉਹ ਤੋਂ ਬਾਅਦ ਨੋਮਨੀ ਗੋਲਡ ਦੀ ਸਪਰੇਅ ਕਰਵਾਈ ਸੀ ਤੇ ਆਲਮੋਸਟ ਬਹੁਤ ਵਧੀਆ ਮਤਲਬ ਐਕਸਪੀਰੀਅੰਸ ਰਿਹਾ ਜੀ। ਧੰਨਵਾਦ ਜੀ ਸਰਦਾਰ ਪਰਵਿੰਦਰ ਸਿੰਘ ਜੀ, ਤੁਸੀਂ ਆਪਣੇ ਤਜਰਬੇ ਸ਼ੇਅਰ ਕੀਤੇ। ਜਿਸ ਤਰ੍ਹਾਂ ਇੱਕ ਪਰਵਿੰਦਰ ਸਿੰਘ ਨੇ ਦੱਸਿਆ ਵੀ ਆਪਾਂ ਪ੍ਰੈਸ ਵੀਲ ਦੀ ਗੱਲ ਕਰਦੇ ਸੀ, ਜਿਹੜਾ ਅਸੀਂ ਪਹੀਏ ਲਾਏ ਸੀਗੇ ਪਿਛਲੇ ਸਾਲ, ਇਹਨਾਂ ਨੇ ਜਦੋਂ ਬਿਜਾਈ ਕੀਤੀ ਕੁਦਰਤੀ ਪਿੱਛੇ ਮੀਂਹ ਆ ਗਿਆ ਤੀਜੇ ਦਿਨ, ਨਾਲ ਦੇ ਖੇਤ ਦੇ ਵਿੱਚ ਬਿਨਾਂ ਪਹੀਆਂ ਤੋਂ ਜਿਹੜੀ ਬਿਜਾਈ ਕੀਤੀ ਸੀ ਉੱਥੇ ਕਰੰਟ ਹੋ ਗਈ, ਇਹਨਾਂ ਦੇ ਖੇਤ ਦੇ ਵਿੱਚ ਕਰੰਟ ਨਹੀਂ ਹੋਈ ਸੀ। ਸੋ ਇਸ ਵਾਰ ਯੂਨੀਵਰਸਿਟੀ ਨੇ ਸਿਫਾਰਿਸ਼ ਕਰਤੀ ਆ ਵੀ ਤੁਸੀਂ ਜਿਹੜੀ ਵੀ ਤੁਹਾਡੇ ਕੋਲੇ ਮਸ਼ੀਨ ਆ ਉਹਦੇ ਮਗਰ ਪਹੀਏ ਲਾ ਸਕਦੇ ਹੋ। ਇੱਕ ਪਲਵਿੰਦਰ ਸਿੰਘ ਨੇ ਗੱਲ ਕੀਤੀ ਆ ਕਿਸਮਾਂ ਦੀ, ਵੀ ਜਿਹੜੀਆਂ ਥੋੜੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ। ਇਹਦੇ ਲਈ ਸਾਡੇ ਨਾਲ ਡਾਕਟਰ ਗੁਰਜੀਤ ਸਿੰਘ ਮੰਗੜ ਜੁੜੇ ਹੋਏ ਨੇ, ਸੋ ਜਿਹੜੇ ਇਸ ਵਾਰ ਐਡੀਸ਼ਨਲ ਡਾਇਰੈਕਟਰ ਰਿਸਰਚ ਨੇ। ਸੋ ਮੈਂ ਡਾਕਟਰ ਮੰਗੜ ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਉਹ ਕਿਸ ਤਰ੍ਹਾਂ ਦੀਆਂ ਕਿਸਮਾਂ ਜਿਹੜੀਆਂ ਉਹਨਾਂ ਦੀ ਸਿਫਾਰਿਸ਼ ਕਰਦੇ ਨੇ। ਡਾਕਟਰ ਮੰਗੜ ਸਾਹਿਬ ਜੀ। ਥੈਂਕ ਯੂ ਡਾਕਟਰ ਭੁੱਲਰ ਸਾਹਿਬ। ਆਵਾਜ਼ ਆ ਰਹੀ ਹੈ ਠੀਕ ਮੇਰੀ ਜੀ? ਹਾਂਜੀ ਹਾਂਜੀ ਵਧੀਆ ਆ ਰਹੀ ਹੈ ਜੀ ਸਰ। ਡਾਕਟਰ ਜਿਸ ਤਰ੍ਹਾਂ ਡਾਕਟਰ ਪਲਵਿੰਦਰ ਸਿੰਘ ਨੇ ਦੱਸਿਆ ਵੀ ਜਿਹੜੀ ਆਪਣੀਆਂ ਕਿਸਮਾਂ ਦੀ ਬੜੀ ਅਹਿਮੀਅਤ ਹੈ। ਜੇ ਆਪਾਂ ਲੰਮਾ ਸਮਾਂ ਲੈਣੀ ਕਿਸਮਾਂ ਬੀਜਾਂਗੇ ਤੇ ਫਿਰ ਆਪਣਾ ਉਹ ਮਕਸਦ ਲਗਭਗ ਕਹ ਲਓ ਡਿਫੀਟ ਹੀ ਹੋ ਜਾਂਦਾ, ਆਪਣਾ ਉਸ ਮਕਸਦ ਤੇ ਪੂਰੇ ਨਹੀਂ ਉਤਰਦੇ। ਸੋ ਮੇਰੀ ਗੁਜ਼ਾਰਿਸ਼ ਹੈ ਜਿਸ ਤਰ੍ਹਾਂ ਪਲਵਿੰਦਰ ਸਿੰਘ ਨੇ ਦੱਸਿਆ ਵੀ ਜਿਹੜੀਆਂ ਘੱਟ ਸਮਾਂ ਲੈਣ ਵਾਲੀ ਜਾਂ ਦਰਮਿਆਨਾ ਸਮਾਂ ਲੈਣੀ ਕਹਿ ਸਕਦੇ ਹਾਂ, ਯੂਨੀਵਰਸਿਟੀ ਖਾਸ ਕਰਕੇ ਉਹਨਾਂ ਤੇ ਹੀ ਜ਼ੋਰ ਦੇ ਰਹੀ ਹੈ। ਸੋ ਉਹ ਸਾਡੀਆਂ ਉਹਨਾਂ ਦੇ ਵਿੱਚ ਐਕਸੈਪਟ PR 121 ਕਿਸਮਾਂ ਜਿਹੜੀ ਥੋੜਾ ਜਿਹਾ ਵਾਧਾ ਬਹੁਤ ਉਹਦਾ ਘੱਟ ਹੁੰਦਾ ਸ਼ੁਰੂਆਤ ਦੇ ਵਿੱਚ, ਤੇ ਉਸ ਕਿਸਮ ਨੂੰ ਛੱਡ ਕੇ ਜਿਹੜੀਆਂ ਹੋਰ ਕਿਸਮਾਂ ਨੇ ਆਪਣੀਆਂ 22 ਆ 24 ਆ ਜਾਂ ਨਵੀਆਂ ਕਿਸਮਾਂ ਪਿਛਲੇ ਸਾਲ ਆਪਣੇ ਆਈਆਂ 28 ਤੇ 29 ਆਈਆਂ ਨੇ, ਬਹੁਤ ਹੀ ਅੱਛਾ ਰਿਸਪੌਂਸ ਰਿਹਾ ਖਾਸ ਕਰ ਇਹਨਾਂ ਕਿਸਮਾਂ ਦਾ। ਜਿਵੇਂ 28 ਤੇ 29 ਦੀ ਗੱਲ ਕਰਾਂਗਾ, ਇਹਨਾਂ ਦਾ ਜਿਹੜਾ ਸ਼ੁਰੂਆਤੀ ਵਾਧਾ ਬਹੁਤ ਅੱਛਾ ਹੈ ਤੇ ਜੜ ਵੀ ਡੂੰਘੀ ਜਾਂਦੀ ਹੈ। ਤੋਂ ਇਹਨਾਂ 28 ਔਰ 29 ਕਿਸਮਾਂ ਵੱਲ ਜ਼ਿਆਦਾ ਧਿਆਨ ਦਿਓ। ਤੇ ਇਹਨਾਂ ਦਾ ਬੀਜਣ ਦਾ ਸਮਾਂ ਉਹ ਫਿਰ ਅਹਿਮੀਅਤ ਆ, ਉਹ ਤੁਹਾਡਾ ਪਹਿਲਾ 15ਵਾੜਾ ਹੈ। ਜੇ ਆਪਾਂ ਦਰਮਿਆਨਾ ਜਿਵੇਂ 100 ਗੱਲ ਕੀਤੀ ਹੈ ਤੁਹਾਡੀ 22 ਦੀ ਆਪਣੇ 28 ਔਰ 29 ਦੀ, ਉਹਨਾਂ ਲਈ ਪਹਿਲਾ 15ਵਾੜਾ। ਤੇ ਉਸ ਤੋਂ ਬਿਨਾਂ 126 ਕਿਸਮ ਦੀ ਗੱਲ ਕੀਤੀ ਹੈ ਤੇ ਉਹ ਮੈਂ ਗੁਜ਼ਾਰਿਸ਼ ਕਰਾਂਗਾ ਵੀ ਉਹ ਆਪਾਂ ਤਕਰੀਬਨ 10 ਜੂਨ ਤੋਂ ਬਾਅਦ ਹੀ ਬੀਜੀਏ। ਜੇ ਪਹਿਲਾਂ ਬੀਜਾਂਗੇ ਫਿਰ ਉਹਦਾ ਅਗੇਤਾ ਪੱਕ ਜਾਏਗੀ, ਥੋੜਾ ਟੈਂਪਰੇਚਰ ਵੀ ਹਾਈ ਹੋਏਗਾ ਤੇ ਉਹਦੇ ਨਾਲ ਦਾਣੇ ਦਾ ਵਜਨ ਵੀ ਘਟੇਗਾ, ਮੰਡੀ ਕਰਨ ਦੀ ਵੀ ਮੰਡੀਆਂ ਖੁੱਲਦੀਆਂ ਨਹੀਂ। ਸੋ ਜੇ 26 ਬੀਜਣੀ ਆ ਜਾਂ ਬਾਸਮਤੀ ਕਿਸਮਾਂ ਨੇ, ਇਸੇ ਤਰ੍ਹਾਂ ਇਸ ਵਾਰ ਅਸੀਂ ਜਿਹੜੀ ਇੱਕ ਨਵੀਂ ਬਾਸਮਤੀ ਦੀ ਕਿਸਮ ਕੱਢੀ ਹੈ ਜਿਹੜੀ ਕਿ ਬਹੁਤ ਹੀ ਅੱਛੀ ਹੈ। ਉਹਦੇ ਦਾਣੇ ਦੀ ਲੰਬਾਈ 11-21 ਜਿੰਨੀ ਹੈ ਤੇ ਜਿਹੜੀ ਖੁਸ਼ਬੂ ਹੈ ਉਹ 386-70 ਪੁਰਾਣੀਆਂ ਬਾਸਮਤੀ ਵਰਗੀ ਹੈ। ਤੇ ਉਹਨੂੰ ਆਪਾਂ ਜੂਨ ਦੇ ਦੂਜੇ 15ਵਾੜੇ ਚ ਲਾਉਣਾ ਹੈ। ਉਹਦੀ ਜਿਹੜੀ ਕਰਨੀ ਹੈ ਉਹ ਤਕਰੀਬਨ ਉਸਦਾ ਝਾੜ 11-21 ਨਾਲੋਂ 2-2.5 ਕੁਇੰਟਲ ਜ਼ਿਆਦਾ ਹੈ ਤੇ ਹਫ਼ਤਾ ਪੱਕਣ ਲਈ ਘੱਟ ਲੈਂਦੀ ਹੈ ਤੇ ਕੱਦ ਵੀ ਮਧਰਾ ਹੈ। ਸੋ ਮੈਂ ਗੁਜ਼ਾਰਿਸ਼ ਕਰਾਂਗਾ ਵੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਾਂ ਦਰਮਿਆਨਾ ਸਮੇਂ ਕਿਸਮਾਂ ਨੂੰ ਹੀ ਆਪਾਂ ਤਰਜੀਹ ਦਈਏ ਤਾਂ ਕਿ ਆਪਾਂ ਪਾਣੀ ਦੀ ਬਚਤ ਕਰ ਸਕੀਏ ਤੇ ਮੰਡੀ ਕਰਨ ਦੀ ਸਮੱਸਿਆ ਵੀ ਨਾ ਆਵੇ। ਧੰਨਵਾਦ ਜੀ। ਧੰਨਵਾਦ ਡਾਕਟਰ ਮੰਗੜ ਜੀ। ਇਸ ਤਰ੍ਹਾਂ ਡਾਕਟਰ ਮੰਗੜ ਜੀ ਨੇ ਵੀ ਇਹੀ ਆਪਾਂ ਨੂੰ ਸੁਜੈਸ਼ਨ ਕੀਤਾ ਵੀ ਥੋੜੇ ਸਮੇਂ ਦੇ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਹੜੀਆਂ ਉਹਦੇ ਨਾਲ ਇੱਕ ਤਾਂ ਆਪਣੀ ਪਾਣੀ ਦੀ ਜਿਹੜੀ ਬਚਤ ਬਹੁਤ ਜ਼ਿਆਦਾ ਹੁੰਦੀ ਆ। ਦੂਸਰਾ ਜਿਹੜਾ ਇੰਪੋਰਟੈਂਟ ਜਿਹੜਾ ਆਪਾਂ ਮਿਸ ਕਰ ਗਏ ਸੀ, ਡਾਕਟਰ ਮੰਗੜ ਸਾਹਿਬ ਨੇ ਦੱਸਿਆ ਵੀ ਸਿੱਧੀ ਬਿਜਾਈ ਲਈ ਸਭ ਤੋਂ ਜਿਹੜਾ ਢੁਕਵਾਂ ਸਮਾਂ ਉਹ ਹੈਗਾ ਜੂਨ ਦਾ ਪਹਿਲਾ 15ਵਾੜਾ। ਜਿਹੜੀਆਂ PR 126 ਆ 1509 ਆ ਇਹ ਆਪਾਂ ਜੂਨ ਦੇ ਦੂਜੇ 15ਵਾੜੇ ਦੇ ਵਿੱਚ ਵੀ ਇਹਦੀ ਬਿਜਾਈ ਕਰ ਸਕਦੇ ਆ। ਸੋ ਥੋੜੇ ਸਮੇਂ ਦੇ ਵਿੱਚ ਜਾਂ ਦਰਮਿਆਨੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਜਿਹੜੀਆਂ ਇਹ ਬੈਸਟ ਨੇ। ਇੱਕ ਆਪਾਂ ਨੂੰ ਇਸ਼ੂ ਆਇਆ ਸੀਗਾ ਵੀ ਖਾਦਾਂ ਬਾਰੇ, ਵੀ DAP ਆਪਾਂ ਨੂੰ ਪਾਉਣੀ ਚਾਹੀਦੀ ਹੈ ਨਹੀਂ ਪਾਉਣੀ ਚਾਹੀਦੀ, ਜਾਂ ਯੂਰੀਆ ਕਿੰਨੀ ਪਾਉਣੀ ਚਾਹੀਦੀ ਆ। ਉਹਦੇ ਲਈ ਸਾਡੇ ਨਾਲ ਡਾਕਟਰ ਗੁਪਤਾ ਜੀ ਜੁੜੇ ਹੋਏ ਨੇ ਡਿਪਾਰਟਮੈਂਟ ਆਫ ਸੋਇਲ ਸਾਇੰਸ ਤੋਂ। ਇਹਨਾਂ ਦਾ ਕਾਫੀ ਤਜਰਬਾ ਹੈ ਝੋਨੇ ਦੀ ਸਿੱਧੀ ਬਿਜਾਈ ਵਿੱਚ ਖਾਦਾਂ ਬਾਰੇ। ਸੋ ਗੁਪਤਾ ਸਾਹਿਬ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਆਪਣੇ ਵਿਚਾਰ ਦੱਸਣ। ਬਹੁਤ ਡਾਕਟਰ ਭੁੱਲਰ ਸਾਹਿਬ, ਤੁਸੀਂ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਕਿਸਾਨ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਕਿਸਾਨ ਵੀਰੋ, ਤੁਹਾਡਾ ਆਮ ਤੌਰ ਤੇ ਸਵਾਲ ਸੀ ਕਿ ਇਹਦੇ 'ਚ ਕਿੰਨੀ ਨਾਈਟ੍ਰੋਜਨ ਪਾਈ ਜਾਵੇ। ਸੋ ਧਿਆਨ ਰਹੇ ਵੀ ਆਪਾਂ 130 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਹੈਗੀ ਆ, ਜਿਹੜੀ ਚੌਥੇ 6ਵੇਂ ਤੇ 9ਵੇਂ ਹਫ਼ਤੇ ਪਾਉਣੀ ਹੈਗੀ ਆ। ਜੇ ਆਪਾਂ ਇਹ ਪਤਾ ਰੰਗ ਚਾਰਟ ਰਾਹੀਂ ਪਾਉਣੀ ਹੋਵੇ ਤਾਂ ਆਪਾਂ
25 ਕਿਲੋ ਯੂਰੀਆ 4 ਹਫ਼ਤਿਆਂ ਬਾਅਦ ਪਾਉਣੀ ਹੈਗੀ ਆ। ਤੇ ਫਿਰ ਆਪਾਂ 6ਵੇਂ ਹਫ਼ਤੇ ਤੋਂ ਇਹ ਪੱਤਾ ਰੰਗ ਚਾਰਟ ਜੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਇਹਦੀ 21 ਨੰਬਰ 4 ਤੋਂ ਜੇ ਘੱਟ ਹੋਵੇ 10 ਪੱਤਿਆਂ 10 ਚੋਂ 6 ਪੱਤਿਆਂ ਦਾ ਰੰਗ, ਤਾਂ ਆਪਾਂ 30 ਕਿਲੋ ਯੂਰੀਆ ਪਾਉਣੀ ਹੈਗੀ ਆ। ਤੇ ਨਹੀਂ ਪਾਉਣੀ, ਇਹ ਨਿਸਰਨ ਤੱਕ ਆਪਾਂ ਜਿਹੜਾ ਪਾਉਣਾ ਹੈ ਇਹਨੂੰ, ਉਸ ਤੋਂ ਬਾਅਦ ਇਹਦੇ 'ਚ ਨਹੀਂ ਪਾਉਣੀ। ਜਿੱਥੋਂ ਤੱਕ ਫਾਸਫੋਰਸ ਦਾ ਸਵਾਲ ਹੈਗਾ ਕਿ ਆਪਾਂ ਫਾਸਫੋਰਸ ਪਾਉਣੀ ਹੈ ਜਾਂ ਨਹੀਂ ਪਾਉਣੀ, ਜਿਹੜੀਆਂ ਜ਼ਮੀਨਾਂ ਦੇ ਵਿੱਚ ਫਾਸਫੋਰਸ ਘੱਟ ਵਾਲੀ ਸ਼੍ਰੇਣੀ ਵਿੱਚ ਆਉਂਦਾ ਹੈ, ਉਹਨਾਂ ਦੇ ਵਿੱਚ ਆਪਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਸਿਫਾਰਿਸ਼ ਕਰਦੇ ਹੈਗੇ ਆ। ਤੇ ਇਸ ਤੋਂ ਇਲਾਵਾ ਜੇ ਕੋਈ ਡੈਫੀਸ਼ੀਐਂਸੀ ਸਿੰਪਟਮ ਆਉਂਦਾ ਹੈਗਾ, ਜਾਂ ਉਹ ਲੋਹੇ ਦਾ ਹੈ ਜਾਂ ਜ਼ਿੰਕ ਦਾ ਹੈ, ਤਾਂ ਉਹਦੀ ਆਪਾਂ ਜਿਹੜੀ ਸਪਰੇਅ ਕਰ ਸਕਦੇ ਹੈਗੇ ਆ। ਜੇ ਲੋਹੇ ਦੀ ਘਾਟ ਆਉਂਦੀ ਹੈਗੀ ਹੈ, ਜਿਹੜੀ ਆਮ ਤੌਰ ਤੇ 2-3 ਹਫ਼ਤਿਆਂ ਬਾਅਦ ਆ ਜਾਂਦੀ ਆ, ਉਹਦੇ ਵਿੱਚ ਆਪਾਂ 1% ਫੈਰਸ ਸਲਫੇਟ ਦਾ ਘੋਲ ਬਣਾ ਕੇ, ਜਾਣੀ 100 ਲੀਟਰ ਪਾਣੀ 'ਚ 1 ਕਿਲੋ ਫੈਰਸ ਸਲਫੇਟ ਪਾ ਕੇ ਆਪਾਂ ਉਹਦਾ ਛਿੜਕਾਅ ਕਰਨਾ। 2-3 ਛਿੜਕਾਅ ਕਰਕੇ ਜਿਹੜਾ ਹੈਗਾ ਉਹਦੀ ਘਾਟ ਪੂਰੀ ਹੋ ਜਾਂਦੀ ਆ। ਇਸੇ ਤਰ੍ਹਾਂ ਜੇ ਜ਼ਿੰਕ ਦੀ ਘਾਟ ਹੋਵੇ, ਜਿਹਦੇ ਵਿੱਚ ਥੜੇ ਪੱਤੇ ਜੰਗਾਲੇ ਨਜ਼ਰ ਆਉਂਦੇ ਨੇ, ਤੇ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਪਹਿਲਾਂ ਜ਼ਮੀਨ ਦੇ ਵਿੱਚ ਹੀ ਪਾਉਂਦੇ ਆ। 25 ਕਿਲੋ ਜ਼ਿੰਕ ਸਲਫੇਟ ਪਾ ਸਕਦੇ ਹੈਗੇ ਆਪਾਂ। ਜੇ ਬਾਅਦ ਦੇ ਵਿੱਚ ਵੀ ਧੌਲੀਆਂ 'ਚ ਆ ਜਾਵੇ ਤਾਂ ਆਪਾਂ 10 ਕਿਲੋ ਜ਼ਿੰਕ ਸਲਫੇਟ 10 ਕਿਲੋ ਮਿੱਟੀ 'ਚ ਰਲਾ ਕੇ ਉਹਨੂੰ ਆਪਾਂ ਉਹਨਾਂ ਧੌਲੀਆਂ ਦੇ ਵਿੱਚ ਪਾ ਸਕਦੇ ਹੈਗੇ ਆ। ਧੰਨਵਾਦ ਗੁਪਤਾ ਜੀ, ਤੁਸੀਂ ਬੜੇ ਵਿਸਥਾਰ ਦੇ ਨਾਲ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਖਾਦਾਂ ਆਪਾਂ ਕਿਵੇਂ ਪਾਉਣੀਆਂ ਦੱਸਿਆ। ਇੱਕ ਨਦੀਨਾਂ ਦੀ ਗੱਲ ਹੋਈ ਸੀ ਸ਼ੁਰੂ ਦੇ ਵਿੱਚ, ਜਦੋਂ ਵੀ ਸਿੱਧੀ ਬਿਜਾਈ ਦੀ ਗੱਲ ਹੁੰਦੀ ਆ ਤਾਂ ਨਦੀਨਾਂ ਦੇ ਇੱਕ ਤਾਂ ਆਪਾਂ ਜਿਹੜੀ ਬਿਜਾਈ ਵੇਲੇ ਜਿਹੜੀ ਸਟੰਪ ਦੀ ਜ਼ਰੂਰ ਕਰਨੀ ਆ, ਆਪਾਂ ਕਹਿੰਦੇ ਨਾਲ ਦੀ ਨਾਲ ਹੀ ਸਪਰੇਅ ਕਰਨੀ ਆ, ਜਾਂ ਸਵੇਰੇ ਕਰਨੀ ਆ ਜਾਂ ਸ਼ਾਮ ਨੂੰ ਕਰਨੀ ਆ। ਉਸ ਤੋਂ ਬਾਅਦ ਜਦੋਂ ਆਪਣੇ ਨਦੀਨ ਆ ਜਿਹੜੇ ਬਾਅਦ ਦੇ ਵਿੱਚ ਨਿਕਲਦੇ ਆ, ਇੱਕ ਧਿਆਨ ਰੱਖਣਾ ਵੀ ਸਪਰੇਅ ਆ ਜਿਹੜੀ ਝੋਨੇ ਦੀ ਖੜੇ ਖੇਤ ਦੇ ਵਿੱਚ 2 ਤੋਂ 4 ਪੱਤੇ ਨਦੀਨਾਂ ਦੇ ਹੋਣੇ ਚਾਹੀਦੇ ਆ, ਵੱਡੇ ਨਹੀਂ ਹੋਣੇ ਚਾਹੀਦੇ। ਜੇ ਆਪਣੇ ਕੱਦੂ ਵਾਲੇ ਝੋਨੇ ਵਾਲੇ ਨਦੀਨ ਆ, ਫਿਰ ਤਾਂ ਚੁੱਪ ਕਰਕੇ ਆਪਾਂ ਨੋਮਨੀ ਗੋਲਡ 100 ml ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਦੇਣੀ ਆ। ਜੇ ਆਪਣੇ ਮੱਕੀ ਵਾਲੇ ਜਾਂ ਮੱਕੀ ਦੇ ਵਿੱਚ ਆਪਣੇ ਕਮਾਦ ਦੇ ਵਿੱਚ ਜਿਹੜੇ ਨਦੀਨ ਆਉਂਦੇ ਆ, ਮਕੜਾ ਮਧਾਣਾ ਹੋ ਗਿਆ, ਘੋੜਾ ਘਾਹ ਆ ਗਿਆ, ਆਪਣੇ ਤੱਕੜੀ ਘਾਹ ਆ ਗਿਆ, ਉਹਨੂੰ ਨੋਮਨੀ ਗੋਲਡ ਨੇ ਨਹੀਂ ਮਾਰਨਾ। ਉਹਦੇ ਲਈ ਰਾਈ ਸਟਾਰ ਦਵਾਈ ਆ ਜਿਹੜੀ 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਆ। ਜੇ ਆਪਣੇ ਖੇਤ ਦੇ ਵਿੱਚ ਗੰਢੀ ਵਾਲਾ ਮੋਥਾ ਆ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਆ ਸਕਦਾ ਹੈ, ਉਹਦੇ ਲਈ ਆਪਣੇ ਕੋਲੇ ਐਲਮੈਕਸ ਦਵਾਈ ਆ 8 ਗ੍ਰਾਮ ਪੈਂਦੀ ਆ। ਉਹ ਚਾਹੇ ਗੰਢੀ ਵਾਲਾ ਮੋਥਾ ਹੈ ਚਾਹੇ ਕੋਈ ਮੋਥਾ ਹੋਵੇ, ਜਿੰਨੇ ਵੀ ਚੌੜੇ ਪੱਤੇ ਵਾਲੇ ਨਦੀਨ ਨੇ ਉਹਦੇ ਲਈ ਐਲਮੈਕਸ ਹੈਗੀ। 1-2 ਦਵਾਈਆਂ ਆਪਾਂ ਨਵੀਆਂ ਸਿਫਾਰਿਸ਼ ਕੀਤੀਆਂ, ਇੱਕ ਬਿਵਾਇਆ 6 ਓਡੀਆ, ਇਹ 900 ml ਪ੍ਰਤੀ ਏਕੜ ਪੈਂਦੀ ਆ। ਇੱਕ ਹੈਗੀ ਕਾਉਂਸਲ ਐਕਟਿਵ ਜਿਹੜੀ 90 ਗ੍ਰਾਮ ਪ੍ਰਤੀ ਏਕੜ ਪੈਂਦੀ ਆ। ਸੋ ਇਹ ਆਪਾਂ ਨਦੀਨਾਂ ਦੀ ਕਿਸਮ ਦੇ ਹਿਸਾਬ ਨਾਲ ਇਹ ਵੀ ਕਾਫੀ ਜ਼ਿਆਦਾ ਨਦੀਨਾਂ ਨੂੰ ਇਹ ਰੋਕਥਾਮ ਕਰਦੀਆਂ ਨੇ। ਸੋ ਇਹਦੇ ਲਈ ਇੱਕ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਕਿਤਾਬ 'ਚ ਹੈ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਇਹ ਛਾਪਿਆ। ਇਹਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਬਾਰੇ ਪੂਰਾ ਡਿਟੇਲ ਦੇ ਵਿੱਚ ਦਿੱਤਾ ਹੋਇਆ ਹੈ, ਕਿਹੜੀ ਦਵਾਈ ਬਾਰੇ ਵੀ, ਤੇ ਇੱਕ ਨਦੀਨਾਂ ਦੀਆਂ ਫੋਟੋਆਂ ਤੁਹਾਨੂੰ ਸਾਰੀਆਂ ਮਿਲਣਗੀਆਂ, ਕਿਹੜੇ ਨਦੀਨ ਨੇ ਹਰ ਇੱਕ ਨਦੀਨ ਦੀਆਂ। ਕਿਉਂਕਿ ਕਿਸਾਨਾਂ ਦਾ ਆਮ ਤੌਰ ਤੇ ਇਹ ਹੁੰਦਾ ਜੀ, ਤੁਸੀਂ ਇਹ ਤਾਂ ਲਿਖ ਦਿੰਦੇ ਹੋ ਆਹ ਨਦੀਨ ਆ ਇਹ ਸਪਰੇਅ ਕਰੋ, ਪਰ ਨਦੀਨਾਂ ਦੀ ਪਛਾਣ ਕਿਵੇਂ ਕਰੀਏ। ਸੋ ਇਹ ਕਿਤਾਬ ਜਿਹਦੇ ਵਿੱਚ ਸਾਰੀਆਂ ਨਦੀਨਾਂ ਦੀਆਂ 2 ਤੋਂ 4 ਪੱਤਿਆਂ ਦੀ ਅਵਸਥਾ ਦੇ ਵਿੱਚ ਫੋਟੋਆਂ ਦਿੱਤੀਆਂ ਹੋਈਆਂ ਨੇ। ਇਹ ਸਾਰੇ ਜਿਹੜੇ ਕਿਤਾਬ 'ਚ ਆ ਜਿਹੜਾ ਇਹ ਯੂਨੀਵਰਸਿਟੀ ਦੀ ਫੇਸਬੁੱਕ ਤੇ ਪਿਆ, ਫੇਸਬੁੱਕ ਖੋਲ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸਾਡੇ ਜਿਹੜੇ KVKs ਨੇ ਫਾਰਮ ਸਲਾਹਕਾਰ ਸੇਵਾ ਜਾਂ ਮਹਿਕਮਾ ਖੇਤੀਬਾੜੀ ਕੋਲ ਵੀ ਇਹ ਹੈਗਾ, ਤੁਸੀਂ ਆਪਣੇ ਮੋਬਾਈਲ ਤੇ ਉਹਨੂੰ ਮੰਗਵਾ ਸਕਦੇ ਹੋ। ਹਾਂ, ਇਸ ਤੋਂ ਪਹਿਲਾਂ ਕਿ ਅਸੀਂ ਇਹ ਸਾਡਾ ਕੰਕਲੂਡ ਕਰੀਏ, ਸੋ ਡਾਕਟਰ ਮਨਮੋਹਨ ਕਾਲੀਆ ਜੀ ਸੋ ਜੋ ਜੁਆਇੰਟ ਡਾਇਰੈਕਟਰ ਨੇ ਐਗਰੀਕਲਚਰ ਦੇ ਮਸ਼ੀਨਾਂ ਦੇ, ਸੋ ਉਹ ਵੀ ਮਹਿਕਮਾ ਖੇਤੀਬਾੜੀ ਵੱਲੋਂ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ। ਸੋ ਮੈਂ ਬੇਨਤੀ ਕਰੂੰਗਾ ਡਾਕਟਰ ਮਨਮੋਹਨ ਕਾਲੀਆ ਜੀ ਨੂੰ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਬਾਰੇ ਮਸ਼ੀਨਾਂ ਦੇ ਪੱਖ ਤੋਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਜੀ। ਡਾਕਟਰ ਸਾਹਿਬ ਧੰਨਵਾਦ ਤੁਹਾਡਾ। ਬਾਕੀ ਸਾਰਿਆਂ ਨੂੰ, ਕਿਸਾਨ ਵੀਰਾਂ ਨੂੰ ਤੇ ਮਾਹਿਰਾਂ ਨੂੰ, ਸਾਇੰਸਦਾਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਕਾਫੀ ਕੁਝ ਦੱਸਿਆ ਜਾ ਚੁੱਕਿਆ ਇਹਦੇ ਬਾਰੇ, ਤਕਨੀਕ ਬਾਰੇ। ਮੈਂ ਸਿਰਫ ਇਹ ਦੱਸਣਾ ਚਾਹੁੰਦਾ ਵੀ ਜਿੱਥੋਂ ਤੱਕ ਖੇਤੀਬਾੜੀ ਮਸ਼ੀਨਰੀ ਦੀ ਜਦੋਂ ਅਸੀਂ ਕੋਈ ਸਬਸਿਡੀ ਦੀ ਸਕੀਮ ਕੱਢਦੇ ਹਾਂ, ਉਹਦੇ ਵਿੱਚ ਇੱਕ ਸਭ ਤੋਂ ਵੱਡੀ ਸਾਡੀ ਲੋੜ ਇਹ ਹੁੰਦੀ ਹੈ ਵੀ ਜਿਹੜੀ ਵੀ ਮਸ਼ੀਨ ਖਰੀਦੀ ਜਾਵੇ ਉਹ ਭਾਰਤ ਸਰਕਾਰ ਦੇ ਕਿਸੇ ਟੈਸਟ ਸੈਂਟਰ ਤੋਂ ਪਾਸ ਹੋਈ ਹੋਣੀ ਚਾਹੀਦੀ ਹੈ, ਜਿਹਦੇ ਵਿੱਚ PAU ਦਾ ਵੀ ਇੱਕ ਟੈਸਟ ਸੈਂਟਰ ਆਉਂਦਾ ਹੈਗਾ। ਸੋ ਪਿਛਲੇ ਸਾਲ ਕਿਉਂਕਿ ਸਾਨੂੰ ਮਸ਼ੀਨਾਂ ਦੀ ਲੋੜ ਸੀ, ਕਈ ਕਿਸਾਨ ਵੀਰਾਂ ਨੇ ਅਜਿਹੀਆਂ ਮਸ਼ੀਨਾਂ ਖਰੀਦੀਆਂ
ਜਿਨ੍ਹਾਂ ਦੀਆਂ ਅਜੇ ਉਸ ਜਿਹੜੀ ਫਰਮਾਂ ਦੀਆਂ ਮਸ਼ੀਨਾਂ ਜਿਹੜੀਆਂ ਪਾਸ ਨਹੀਂ ਸੀ, ਉਹਦੇ ਤੇ ਸਾਨੂੰ ਸਬਸਿਡੀ ਦੀ ਦਿੱਕਤ ਆਈ ਹੈ। ਅਸੀਂ ਸਬਸਿਡੀ ਨਹੀਂ ਦੇ ਸਕੇ ਕਿਉਂ ਭਾਰਤ ਸਰਕਾਰ ਨੇ ਉਹ ਸਬਸਿਡੀਆਂ ਦੇਣ ਤੋਂ ਮਨਾ ਕਰਤਾ ਸੀ। ਇਸ ਤੋਂ ਇਲਾਵਾ ਜਿੰਨੀਆਂ ਸਬਸਿਡੀਆਂ ਨੇ, ਅਸੀਂ ਕਾਫੀ ਜ਼ਿਆਦਾ ਸਬਸਿਡੀਆਂ ਜਿਹੜੀਆਂ ਵਿਭਾਗ ਵੱਲੋਂ ਦੇ ਦਿੱਤੀਆਂ ਨੇ। ਜਿਨ੍ਹਾਂ ਦੀਆਂ ਥੋੜੀ ਬਹੁਤ ਸਬਸਿਡੀਆਂ ਰਹਿ ਗਈਆਂ ਉਹ ਮੈਂ ਇਸ ਸਾਧਨ ਰਾਹੀਂ ਦੱਸਣਾ ਚਾਹੁੰਦਾ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜਾ ਜਾਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਜਿਹੜਾ ਵੱਡਾ ਸੁਨੇਹਾ ਹੈ ਵਿਭਾਗ ਦਾ ਉਹ ਇਹ ਵੀ ਹੈ ਵੀ ਜਿਹੜੀ ਫਸਲਾਂ ਦੀ ਰਹਿੰਦ ਖੂੰਹਦ ਹੈ, ਜਿਵੇਂ ਕਣਕ ਦਾ ਨਾੜ ਹੈ ਜਾਂ ਝੋਨੇ ਦੀ ਪਰਾਲੀ ਹੈ, ਹੁਣ ਇਸ ਵੇਲੇ ਸਮਾਂ ਹੈ ਸਾਡਾ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦਾ। ਉਹ ਆਪਾਂ ਹੁਣ ਪਿਛਲੇ 4-5 ਸਾਲ ਤੋਂ ਇਹ ਤਕਨੀਕਾਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਵਿਖਾਵੇ ਹੋ ਚੁੱਕੇ ਨੇ ਵੀ ਕਣਕ ਦੇ ਨਾੜ ਨੂੰ ਅੱਗ ਲਾਏ ਬਗੈਰ ਬੜੀ ਸੋਹਣੀ ਆਪਾਂ ਅੱਗੇ ਬਿਜਾਈ ਕਰ ਸਕਦੇ ਹਾਂ। ਸਿੱਧੀ ਬਿਜਾਈ ਵਿੱਚ ਤਾਂ ਵੈਸੇ ਹੀ ਕੋਈ ਮੁਸ਼ਕਲ ਨਹੀਂ ਹੈ, ਔਰ ਜਿਹੜੀਆਂ ਮਸ਼ੀਨਾਂ ਹੈਪੀ ਸੀਡਰ ਜਾਂ ਜ਼ੀਰੋ ਟਿਲ ਡਰਿਲ ਹੈ, ਇਹ ਮਸ਼ੀਨਾਂ ਜਿਹੜੀਆਂ ਚੱਲ ਰਹੀਆਂ ਨੇ, ਇਹਨਾਂ ਨਾਲ ਹੀ ਝੋਨੇ ਦੀ ਬਿਜਾਈ ਲਈ ਅਸੀਂ ਪਿਛਲੇ ਸਾਲ ਮੈਨੂਫੈਕਚਰਰਸ ਨਾਲ ਰਲ ਕੇ, ਮਸ਼ੀਨਰੀ ਨਿਰਮਾਤਾਵਾਂ ਨਾਲ, PAU ਦੇ ਮਾਹਰਾਂ ਨਾਲ ਤੇ ਖੇਤੀਬਾੜੀ ਮਾਹਰਾਂ ਨੇ ਮਿਲ ਕੇ ਕਾਫੀ ਸੰਭਵ ਯਤਨ ਕੀਤੇ ਸੀਗੇ। ਕਾਫੀ ਰਕਬੇ 'ਚ ਬਿਜਾਈ ਹੋਈ ਹੈ। ਦੂਸਰਾ ਜਿਹੜਾ ਇਹ ਸਮਾਂ ਹੈ, ਜਿੱਦਾਂ ਮੇਰੇ ਸਾਥੀ ਡਾਕਟਰ ਬਲਦੇਵ ਸਿੰਘ ਨੇ ਦੱਸਿਆ ਸੀ ਵੀ ਆਪਾਂ ਇੱਕ ਦੂਜੇ ਤੋਂ ਦੇਖਣਾ ਜ਼ਿਆਦਾ ਚੰਗਾ ਹੈ। ਕਿਸਾਨ ਇੱਕ ਦੂਜੇ ਦੇ ਖੇਤਾਂ ਵਿੱਚ ਦੇਖਣ ਬਜਾਏ ਕਿ ਸਾਡੀ ਗੱਲ ਵੀ ਸੁਣਨ, ਪਰ ਉਹ ਤਜਰਬਾ ਕਿਸਾਨ ਦਾ ਵੀ ਸੁਣਨ। ਹੁਣ ਇਸ ਵੇਲੇ ਜਿਹੜੀਆਂ ਕਣਕਾਂ ਤਿਆਰ ਹੋਈਆਂ ਨੇ, ਇਹਦੇ ਵਿੱਚ ਬਹੁਤ ਸਾਰੀਆਂ ਕਣਕਾਂ ਇਹਨਾਂ ਤੁਹਾਡੇ ਆਲੇ ਦੁਆਲੇ ਅਜਿਹੀਆਂ ਹਨ ਜਿੱਥੇ ਝੋਨੇ ਦੇ ਨਾੜ ਨੂੰ ਅੱਗ ਨਹੀਂ ਲੱਗੀ। ਬਿਨਾਂ ਅੱਗ ਲਗਾਇਆ ਆਪਾਂ ਕਣਕ ਦੀ ਬਿਜਾਈ ਕੀਤੀ ਹੈ। ਉਹਨਾਂ ਖੇਤਾਂ ਦਾ ਦੌਰਾ ਕਰਨਾ, ਉਹਨਾਂ ਕਿਸਾਨਾਂ ਨੂੰ ਚੰਗੀ ਤਰ੍ਹਾਂ ਪੁੱਛਣਾ, ਇਹ ਸਾਡੇ ਲਈ ਬੜਾ ਲਾਹੇਵੰਦ ਹੈ। ਅਸੀਂ ਉਹਨੂੰ ਵੇਖੀਏ ਵੀ ਬਿਨਾਂ ਅੱਗ ਲਗਾਇਆ ਸਾਡੇ ਕਣਕ ਦੇ ਵਿੱਚ ਕੀ ਫਾਇਦਾ ਹੋਇਆ ਹੈ, ਕੀ ਹੈਪੀ ਸੀਡਰ ਦਾ ਫਾਇਦਾ ਹੈ ਜਾਂ ਕਿਸੇ ਹੋਰ ਮਸ਼ੀਨ ਦਾ ਫਾਇਦਾ ਹੈ। ਸੋ ਅਸੀਂ ਇੱਕ ਜਿਹੜਾ ਆਪਣਾ ਇਹ ਪ੍ਰਣ ਕਰੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਣੀ ਹੈ। ਸੋ ਇਹਨਾਂ ਮੈਂ ਸ਼ਬਦਾਂ ਦੇ ਨਾਲ ਆਪ ਸਭ ਤੋਂ ਜਿਹੜਾ ਆਗਿਆ ਚਾਹੁੰਦਾ ਹਾਂ। ਧੰਨਵਾਦ। ਸਤਿ ਸ੍ਰੀ ਅਕਾਲ। ਧੰਨਵਾਦ ਸਰ ਮੋਹਨ ਕਾਲੀਆ ਜੀ, ਤੁਸੀਂ ਮਸ਼ੀਨੀਕਰਨ ਬਾਰੇ ਤੇ ਕੁਝ ਹੋਰ ਸਾਨੂੰ ਸੁਜੈਸ਼ਨ ਦੱਸੇ, ਸਾਡੇ ਮਾਹਰਾਂ ਨੇ ਨੋਟ ਕਰ ਲਏ ਹੋਣਗੇ। ਇੱਕ ਸਾਡਾ ਇੰਪੋਰਟੈਂਟ ਕੰਪੋਨੈਂਟ ਰਹਿ ਗਿਆ ਇੱਥੇ ਸਿੱਧੀ ਬਿਜਾਈ ਦਾ, ਜਿਹੜਾ ਕੀੜੇ ਮਕੌੜਿਆਂ ਦਾ। ਵੀ ਜੇ ਆਪਣੇ ਖੇਤ ਦੇ ਵਿੱਚ ਕਿਸ ਤਰ੍ਹਾਂ ਕੀੜੇ ਮਕੌੜੇ, ਮੁੱਖ ਕੀੜੇ ਮਕੌੜੇ ਕਿਹੜੇ ਆਉਂਦੇ ਆ, ਰੋਕਥਾਮ ਕਿਵੇਂ ਕਰਨੀ ਆ। ਸੋ ਡਾਕਟਰ ਸੂਰੀ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਜੋ ਪ੍ਰਿੰਸੀਪਲ ਐਂਟੋਮੋਲੋਜਿਸਟ ਨੇ। ਸੋ ਮੈਂ ਸੂਰੀ ਸਾਹਿਬ ਨੂੰ ਬੇਨਤੀ ਕਰੂੰਗਾ, ਇਹ ਬਰੀਫ ਦੇ ਵਿੱਚ ਸੂਰੀ ਸਾਹਿਬ ਸਾਨੂੰ ਦੱਸੋ ਕਿਹੜੇ ਕੀੜੇ ਮਕੌੜੇ ਮੇਨ ਇਹ 'ਚ ਆ ਸਕਦੇ ਆ ਤੇ ਉਹ ਕਿਵੇਂ ਆਪਾਂ ਉਹਨਾਂ ਦੀ ਰੋਕਥਾਮ ਕਰਨੀ ਹੈ। ਧੰਨਵਾਦ ਡਾਕਟਰ ਸਾਹਿਬ। ਸੋ ਸਾਰੇ ਕਿਸਾਨ ਵੀਰਾਂ ਜਿਹੜਿਆਂ ਨੂੰ ਸਤਿ ਸ੍ਰੀ ਅਕਾਲ। ਸੋ ਦੋਸਤੋ, ਜਿਹੜਾ ਵਿਸ਼ਾ ਆ DSR ਦਾ ਇੱਕ ਬਹੁਤ ਹੀ ਇੱਕ ਅਹਿਮ ਵਿਸ਼ਾ ਆ ਤੇ ਇਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਮ ਕੱਦੂ ਵਾਲੇ ਝੋਨੇ ਨਾਲੋਂ ਕੰਪੈਰੇਟਿਵਲੀ ਦੋਵਾਂ ਨਾਲ ਮੁਕਾਬਲਾ ਕੀਤਾ ਜਾਵੇ ਤੇ ਕੀੜਾ ਮਕੌੜਾ ਘੱਟ ਆਉਂਦਾ, ਕਿਉਂਕਿ ਇਹਦੇ 'ਚ ਨਮੀ ਘੱਟ ਆ, ਪਾਣੀ ਘੱਟ ਖੜਦਾ ਆ। ਸੋ ਇਸ ਕਰਕੇ ਕੀੜੇ ਮਕੌੜੇ ਦੇ ਪੱਖੋਂ DSR ਜਿਹੜੀ ਆ ਘੱਟ ਇਫੈਕਟ ਹੁੰਦੀ ਹੈ ਕੀੜੇ ਮਕੌੜੇ ਦੇ ਪੱਖੋਂ। ਜੇ ਕੀੜੇ ਮਕੌੜੇ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਕਿ ਆਉਂਦੇ ਸੂਰੀ ਸਾਹਿਬ ਆਵਾਜ਼ ਨਹੀਂ ਆ ਰਹੀ ਤੁਹਾਡੀ। ਹੁਣ ਠੀਕ ਆ ਜੀ। ਹਾਂਜੀ। ਸੋ ਜਿਹੜਾ ਗੋਭ ਦੀ ਸੁੰਡੀ ਆ ਦੋਸਤੋ, ਕਿਸਾਨ ਦੋਸਤੋ ਸਾਰੇ ਪੰਜਾਬ ਦੇ ਵਿੱਚ ਇਹ 2% ਤੋਂ ਘੱਟ ਆ। ਸੋ ਇਹਦੇ ਕਰਕੇ ਔਰ DSR ਦੇ ਵਿੱਚ ਉਸ ਤੋਂ ਵੀ ਜ਼ਿਆਦਾ ਘੱਟ ਆ ਜਿਹੜੀ ਕਿ ਕੱਦੂ ਵਾਲੇ ਖੇਤਾਂ ਦੇ ਵਿੱਚ ਆਪਾਂ ਦੇਖਦੇ ਹਾਂ। ਸੋ ਇਹਦੇ ਵਾਸਤੇ ਆਪਾਂ ਨੂੰ ਕਿਸੇ ਵੀ ਦਾਣੇਦਾਰ ਕੀਟਨਾਸ਼ਕ ਦੀ ਜਾਂ ਕਿਸੇ ਵੀ ਸਪਰੇਅ ਦੀ ਆਮ ਤੌਰ ਤੇ ਲੋੜ ਨਹੀਂ ਪੈਂਦੀ। ਸੋ ਜ਼ਰੂਰੀ ਕੀ ਹੈ ਕਿ ਆਪਾਂ ਸਰਵੇਖਣ ਕਰੀਏ। ਜੇ ਆਪਾਂ ਨੂੰ ਜੀਰੀ ਉੱਪਰ 5%, ਮਤਲਬ ਕਿ 100 ਪਿੱਛੇ 5 ਗੋਭਾਂ 'ਚ ਸੁੱਕੀਆਂ ਨਜ਼ਰ ਆਉਂਦੀਆਂ ਜਿਹੜੀਆਂ ਕਿ ਸੁਖਾਲੀਆਂ, ਆਪਾਂ ਨੂੰ ਕਿਸੇ ਅਦਰਵਾਈਜ਼ ਆਪਾਂ ਨੂੰ ਗੋਭ ਦੀ ਸੁੰਡੀ ਵਾਸਤੇ ਆਪਾਂ ਨੂੰ ਲੋੜ ਨਹੀਂ। ਤੇ ਜੇ ਪੱਤਾ ਲਪੇਟ ਆ ਜੇ ਜੁਲਾਈ ਅਗਸਤ 'ਚ ਆਉਣੀ ਆ ਦੋਸਤੋ, ਉੱਥੇ ਖਾਸ ਤੌਰ ਤੇ ਧਿਆਨ ਰੱਖਿਓ। ਚਾਹੇ ਤੁਸੀਂ ਇਹ DSR ਦੇ ਵਿੱਚ ਜੀਰੀ ਲਾਈਏ ਤੇ ਚਾਹੇ ਤੁਸੀਂ ਬਾਸਮਤੀ 1509 ਜਾਂ 1121 ਲਾਉਂਦੇ ਆ ਮੇਰੇ ਵੀਰ, ਤਾਂ ਉੱਥੇ ਧਿਆਨ ਰੱਖਣਾ ਕਿ ਜਿਹੜੀਆਂ ਯੂਨੀਵਰਸਿਟੀਆਂ ਸਿਫਾਰਿਸ਼ ਕੀਤੀਆਂ ਕੀਟਨਾਸ਼ਕਾਂ ਆ, ਜਿਵੇਂ ਕਿ ਫੇਮ ਹੈ, ਕੋਰਾਜਨ ਹੈ ਜਾਂ ਮੋਰਟਾਰ ਹੈ ਜਾਂ ਕਲੋਰੋ 20 ਤਾਕਤ ਹੈ, ਸਿਰਫ ਇਹੀ ਆਪਾਂ ਇਹਨਾਂ ਵਾਸਤੇ ਵਰਤ ਰਹੇ ਆ। ਕਿਉਂਕਿ ਜੇ ਤੁਸੀਂ ਐਸੀਫੇਟ, ਥਾਇਓਮੈਥੋਕਸਾਮ ਜਾਂ ਬੁਪਰੋਫੇਜ਼ਨ ਜਾਂ ਤੁਸੀਂ ਟਰਾਈਜ਼ੋਫੋਸ ਜਾਂ ਕਾਰਬੋਫਿਰੋਨ ਜੇ ਵਰਤਦੇ ਹੋ ਤੇ ਇਹਦੇ ਨਾਲ ਗਾਹਾਂ ਚੱਲ ਕੇ ਤੁਹਾਨੂੰ ਐਕਸਪੋਰਟ ਦੇ ਵਿੱਚ ਇਹਨੇ ਰਹਿੰਦ ਖੂੰਹਦ ਆਉਂਦੀ ਆ ਤੇ ਆਪਾਂ ਅਕਸਰ ਹੀ ਕੰਸਾਈਨਮੈਂਟਸ ਫੇਲ ਹੁੰਦੀਆਂ। ਸੋ ਜਿਹੜੀ ਯੂਨੀਵਰਸਿਟੀਆਂ ਸਿਫਾਰਿਸ਼ ਕੀਤੀਆਂ ਉਹ ਕਰਨੀਆਂ।
ਔਰ ਜੇ ਪੱਤਾ ਲਪੇਟ ਤੁਹਾਡਾ ਨਿਸਰਨ ਤੋਂ ਪਹਿਲਾਂ ਆਉਂਦਾ ਥੋੜਾ ਬਹੁਤ, ਤਾਂ ਉਹਦੇ ਵਾਸਤੇ ਦੋਸਤੋ ਮਕੈਨੀਕਲ ਜਿਹੜਾ ਆਪਾਂ ਇੱਕ ਡੋਰੀ ਫੜ ਕੇ ਇੱਕ ਪਾਸੇ ਤੁਸੀਂ ਫੜ ਲਓ, ਇੱਕ ਪਾਸੇ ਘਰ ਦਾ ਕੋਈ ਜੀ ਫੜ ਲਵੇ ਤੇ ਉਹਨੂੰ ਉੱਪਰੋਂ ਐਨ ਰਗੜਦੇ ਹੋ ਨਿਕਲ ਜਾਓ ਤੇ ਇਸੇ ਤਰ੍ਹਾਂ ਹੀ ਉਹਨੂੰ ਮੁੜਦੇ ਪੈਰੀ ਵਾਪਸ ਆਓ। ਉਹਦੇ ਨਾਲ ਕੀ ਪੱਤੇ ਖੁੱਲ ਜੂਗੇ ਤੇ ਦੋਸਤੋ ਤੁਹਾਡਾ ਜਿਹੜਾ ਪੱਤਾ ਲਪੇਟ ਬਿਨਾਂ ਕਿਸੇ ਸਪਰੇਅ ਕੀਟਨਾਸ਼ਕ ਤੋਂ ਠੱਲ ਪੈ ਜੂਗਾ ਉਹਨੂੰ। ਬਸ ਕੰਡੀਸ਼ਨ ਇਹੀ ਆ ਕਿ ਥੱਲੇ ਉਦੋਂ ਪਾਣੀ ਜ਼ਰੂਰ ਖੜਾ ਹੋਵੇ ਤਾਂ ਜੋ ਸੁੰਡੀ ਜੋ ਥੱਲੇ ਗਿਰੇ ਤੇ ਉਹ ਉੱਪਰ ਨਾ ਚੜ ਸਕੇ। ਤੇ ਸਭ ਤੋਂ ਜ਼ਰੂਰੀ ਜਿਹੜਾ ਦੋਸਤੋ ਹੈ ਕਿ ਕੋਈ ਵੀ ਦੋ ਕੀਟਨਾਸ਼ਕ ਜਿਹੜੇ ਠੰਡਾ ਤੇ ਗਰਮ ਹੈ, ਤੱਤਾ ਠੰਡਾ ਕਹਿ ਕੇ ਜਿਹੜੇ ਵੇਚਦੇ ਆ ਤੇ ਗੁੰਮਰਾਹ ਕਰਦੇ, ਉਹਦੇ ਵਿੱਚ ਗੁੰਮਰਾਹ ਨਹੀਂ ਹੋਣਾ। ਕੋਈ ਵੀ ਤੁਸੀਂ ਸਿੰਥੈਟਿਕ ਪਾਇਰਥਰਾਈਡ ਜਿੱਦਾਂ ਕਿ ਤੁਹਾਡਾ ਸਾਈਪਰਮੈਥਰਿਨ, ਡੈਲਟਾ ਮੈਥਰਿਨ, ਫੈਨਵਰੇਟ, ਪਿਛਲੇ ਸਾਲਾਂ ਦੇ ਵਿੱਚ ਬਾਈਫੈਂਥਰਿਨ ਜਾਂ ਲੈਮਡਾਸਿਲੋਥਰਿਨ, ਸੋ ਜਿਹਦੇ ਪਿੱਛੇ ਥਰਿਨ ਲੱਗਦਾ ਆ ਕਿਸਾਨ ਦੋਸਤੋ ਮੋਟੇ ਤੌਰ ਤੇ, ਉਹ ਤੁਸੀਂ ਜੀਰੀ ਵਿੱਚ, ਬਾਸਮਤੀ ਵਿੱਚ ਬਿਲਕੁਲ ਨਹੀਂ ਵਰਤਦੇ। ਇਹਦੇ ਨਾਲ ਕੀ ਹੈ ਕਿ ਤੁਹਾਡਾ ਕਾਲਾ ਤੇਲਾ ਜਿਹੜਾ ਉਹ ਵੱਧਦਾ ਆ। ਉਹਦੇ ਵਾਧੇ ਨੂੰ ਰੋਕਣ ਵਾਸਤੇ ਸਿਰਫ ਤੇ ਸਿਰਫ ਜੇ ਸਿਫਾਰਿਸ਼ ਕੀਟਨਾਸ਼ਕ ਹੈ। ਪਹਿਲੀ ਗੱਲ ਤਾਂ ਇਹ ਆ ਕਿ ਪਾਣੀ ਜਿਹੜਾ ਆ ਉਹ ਜਦੋਂ ਘੱਟ ਲੱਗੂਗਾ, ਨਮੀ ਘੱਟ ਹੋਊ ਤੇ ਉਹਦਾ ਵਾਧਾ ਆਪੇ ਹੀ ਰੁਕ ਜਾਂਦਾ ਆ। ਉਸ ਤੋਂ ਬਾਅਦ ਜੇ ਲੋੜ ਪੈਂਦੀ ਆ, ਜੇ ਇੱਕ ਬੂਝੇ ਨੂੰ ਝਾੜਦੇ ਆ 5 ਤੋਂ ਵੱਧ ਤੇਲੇ ਤੁਹਾਡੇ ਥੱਲੇ ਨਜ਼ਰ ਆਉਂਦੇ ਆ, ਉਦੋਂ ਆਪਾਂ ਨੂੰ ਕੋਈ ਵੀ ਸਿਫਾਰਿਸ਼ ਕੀਟਨਾਸ਼ਕ ਜਿਹੜੀ ਹੈ, ਜਿਸ ਤਰ੍ਹਾਂ ਪੈਕਸਾਲੋਨ ਹੈ, ਓਸ਼ੀਨ ਹੈ, ਤੁਸੀਂ ਕੋਈ ਵੀ ਜਾਂ ਪਾਈਮੈਟ੍ਰੋਜ਼ਿਨ ਚੈਸ ਹੈ, ਇਹਨਾਂ ਵਿੱਚੋਂ ਕੋਈ ਵੀ ਕੀਟਨਾਸ਼ਕ ਵਰਤ ਕੇ ਤੁਸੀਂ ਉਹਦਾ ਰੋਕਥਾਮ ਕਰ ਸਕਦੇ। ਕੰਡੀਸ਼ਨ ਇਹੀ ਆ ਕਿ ਦੋਸਤੋ ਕਿਉਂਕਿ ਮੁੱਢਾਂ 'ਚ ਆ, ਜੇ 100 ਦਾਣਾ 100 ਚੋਂ 95, 96, 98 ਦਾਣੇ ਇਹ ਮੁੱਢਾਂ 'ਚ ਰਹਿਣੇ ਆ ਤੇ ਮੁੱਢਾਂ ਨੂੰ ਜਿੰਨਾ ਨੀਵਾਂ ਹੋ ਸਕੇ ਉਹਨਾਂ ਸਪਰੇਅ ਕਰਨੀ ਆ। ਔਰ ਇੱਕ ਜਿਹੜੇ ਚਾਈਨੀਜ਼ ਪੰਪ ਆ ਜਿਹੜੇ ਉਹ ਆਪਾਂ ਗੁਰੇਜ਼ ਕਰਨੇ, ਕਿਉਂਕਿ ਚਾਈਨੀਜ਼ ਪੰਪ ਦੇ ਨਾਲ ਪ੍ਰੋਪਰ ਸਪਰੇਅ ਥੱਲੇ ਨਹੀਂ ਪਹੁੰਚਦੀ ਤੇ ਸਪਰੇਅ ਨਹੀਂ ਹੁੰਦੀ। ਸੋ ਇਹਨਾਂ ਜ਼ਰੂਰ ਧਿਆਨ ਰੱਖਣਾ ਆ। ਸੋ ਦੋਸਤੋ ਬੇਲੋੜੀ ਕੀਟਨਾਸ਼ਕ ਦੀ ਵਰਤੋਂ ਨਹੀਂ ਕਰਨੀ। ਉਹਦੇ ਨਾਲ ਕੀ ਹੈ, ਇੱਕ ਤਾਂ ਤੁਹਾਡੇ ਖਰਚੇ ਵੱਧਦੇ ਆ, ਦੂਸਰਾ ਰਹਿੰਦ ਖੂੰਹਦ ਆਉਂਦੀ ਆ। ਔਰ ਅਖੀਰਲਾ ਜਿਹੜਾ ਮਹੀਨਾ ਆ ਉਹਦੇ ਵਿੱਚ ਤੇ ਤੁਸੀਂ ਬਿਲਕੁਲ ਵੀ ਨਾ ਕੋਈ ਕੀਟਨਾਸ਼ਕ ਨਾ ਉੱਲੀ ਨਾਸ਼ਕ ਇਹ ਵਰਤਣ ਤੋਂ ਗੁਰੇਜ਼ ਕਰਨੀ ਆ। ਔਰ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਸਮੱਸਿਆ ਆਉਂਦੀ ਆ ਤੇ ਚਾਹੇ ਯੂਨੀਵਰਸਿਟੀ ਦੇ ਸਾਇੰਸਦਾਨਾਂ ਨਾਲ ਜਾਂ ਖੇਤੀਬਾੜੀ ਮਹਿਕਮੇ ਦੇ ਸਾਇੰਟਿਸਟ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ। ਜੇ ਹੋਰ ਕੋਈ ਤੁਹਾਡਾ ਸਵਾਲ ਹੋਊਗਾ ਤੇ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਧੰਨਵਾਦ ਡਾਕਟਰ ਸੂਰੀ ਸਾਹਿਬ। ਸੋ ਜਿਸ ਤਰ੍ਹਾਂ ਡਾਕਟਰ ਸੂਰੀ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਜੇ ਕੀੜੇ ਮਕੌੜੇ ਰੋਕਥਾਮ ਲਈ, ਇੱਕ ਇਹਨਾਂ ਨੇ ਬੜੀ ਵਧੀਆ ਗੱਲ ਦੱਸੀ ਹੈ ਵੀ ਜ਼ਰੂਰੀ ਨਹੀਂ ਹਰ ਕੀੜੇ ਮਕੌੜੇ ਦਾ ਰੋਕਥਾਮ ਦਵਾਈ ਹੋਵੇ। ਜਿਵੇਂ ਪੱਤਾ ਲਪੇਟ ਸੁੰਡੀ ਬਾਰੇ ਸਿਰਫ ਆਪਾਂ ਰੱਸੀ ਫੇਰ ਕੇ ਆਪਾਂ ਉਹ ਕਰ ਸਕਦੇ ਹਾਂ। ਸੋ ਸਾਡੀ ਜਿਹੜੀ ਡਿਸਕਸ਼ਨ ਆ ਸਿੱਧੀ ਬਿਜਾਈ ਬਾਰੇ ਬੜੀ ਵਧੀਆ ਡਿਸਕਸ਼ਨ ਹੋਈ ਆ। ਸੋ ਇਹਦੇ ਚੋਂ ਇਹ ਚੀਜ਼ਾਂ ਸਾਡੇ ਸਾਹਮਣੇ ਆਈਆਂ ਵੀ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਜਿਹੜੀ ਪਾਣੀ ਦੀ ਚੰਗੀ ਬਚਤ ਹੁੰਦੀ ਆ, ਬਿਮਾਰੀਆਂ ਘੱਟ ਲੱਗਦੀਆਂ ਨੇ ਕਿਉਂਕਿ ਅਸੀਂ ਪਾਣੀ ਖੜਾ ਨਹੀਂ ਕਰਦੇ, ਕੀੜੇ ਮਕੌੜੇ ਘੱਟ ਲੱਗਦੇ ਆ, ਮੁਨਾਫਾ ਜਿਹੜਾ ਲਗਭਗ ਬਰਾਬਰ ਆਉਂਦਾ। ਮੈਂ ਝਾੜ ਦੀ ਗੱਲ ਨਹੀਂ ਕਰਦਾ, ਮੈਂ ਮੁਨਾਫੇ ਦੀ ਗੱਲ ਕਰਦਾ। ਸੋ ਇਸ ਸਾਲ ਜੇ ਪਿਛਲੇ ਸਾਲ ਦੇ ਅਸੀਂ ਕਿਸਾਨ ਵੀਰਾਂ ਨਾਲ ਗੱਲ ਕਰਦੇ ਹਾਂ ਤਾਂ ਇਸ ਸਾਲ ਉਮੀਦ ਆ ਵੀ ਜਿਹੜਾ ਰਕਬਾ ਜਿਹੜਾ ਹੋਰ ਵੀ ਵਧਣ ਦੀ ਉਮੀਦ ਆ। ਸੋ ਮੈਂ ਕਿਸਾਨ ਵੀਰਾਂ ਨੂੰ ਇਹ ਰਿਕੁਐਸਟ ਕਰੂੰਗਾ, ਜੇ ਕਿਸੇ ਤਰ੍ਹਾਂ ਦੀ ਤੁਸੀਂ ਸਲਾਹ ਲੈਣੀ ਆ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਮਹਿਕਮਾ ਖੇਤੀਬਾੜੀ ਨਾਲ ਕਿਸੇ ਵੀ ਟਾਈਮ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਜਿਹੜਾ ਕਿਤਾਬਚਾ ਜਿਹੜਾ ਯੂਨੀਵਰਸਿਟੀ ਫੇਸਬੁੱਕ ਤੇ ਪਿਆ, ਈਵਨ KVK ਫਾਰਮ ਐਡਵਾਈਜ਼ਰੀ ਸਲਾਹਕਾਰ ਸੇਵਾ ਮਹਿਕਮਾ ਖੇਤੀਬਾੜੀ ਤੋਂ ਤੁਸੀਂ ਕਿਸੇ ਵੀ ਟਾਈਮ ਆਪਣੇ ਮੋਬਾਈਲ ਤੇ ਮੰਗਾ ਸਕਦੇ ਹੋ। ਸੋ ਤੁਹਾਡਾ ਸਾਰਿਆਂ ਦਾ ਇਸ ਪੈਨਲ ਡਿਸਕਸ਼ਨ ਵਿੱਚ ਜੁੜਨ ਤੇ ਬਹੁਤ ਬਹੁਤ ਧੰਨਵਾਦ ਜੀ।